So, This meeting is being recorded. ਜਪਜੀ ਦੀਆਂ ਪਹਿਲੀਆਂ 4 ਪੌੜੀਆਂ ਦੀ ਅਸੀਂ ਕਾਫੀ in depth which we have talked about it, and you know, if we still somebody has any, we'll revise it again one more time, but ਅਗਰ ਕੋਈ question ਹੋਵੇ ਤੇ ਆਪਣੇ ਆਪ ਨੂੰ unmute ਕਰਕੇ ਮੈਨੂੰ ਜ਼ਰੂਰ ਪੁੱਛ ਲਓ. But today just a few minutes on the season that just ended yesterday, musical angle ਤੋਂ is the ਬਸੰਤ ਦੀ ending ਜਿਹੜੀ ਕੱਲ ਹੋਈ ਹੈ. ਹੋਲੀ ਦੇ ਦਿਨ, ਹੋਲੇ ਮਹੱਲੇ ਦੇ ਦਿਨ ਲਾਸਟ ਗਾਈ ਅਖੀਰਲਾ ਦਿਨ ਆ ਗਾਣ ਦਾ, ਤੇ ਭੋਗ ਜਿਹੜਾ ਹੈ ਉਹ ਅਨੰਦਪੁਰ ਸਾਹਿਬ ਪੈਂਦਾ ਹੈ. ਉਹਦਾ ਸਟਾਰਟਿੰਗ ਜਿਹੜੀ ਹੈ ਉਹ ਮਾਘੀ ਦੀ ਸੰਗਰਾਂਦ ਤੋਂ ਹੈ, ਮਿਡ ਜਨਵਰੀ ਤੋਂ, अर्ਲੀ ਸੈਕੰਡ ਵੀਕ ਆਫ ਜਨਵਰੀ, ਫਰਸਟ ਵੀਕ ਆਫ ਜਨਵਰੀ ਤੋਂ ਸ਼ੁਰੂਆਤ ਜਿਹੜੀ ਹੈ ਉਹ ਅਕਾਲ ਤਖਤ ਸਾਹਿਬ ਹੁੰਦੀ ਹੈ, ਉੱਥੇ ਅਰਦਾਸ ਹੁੰਦੀ ਹੈ ਪਹਿਲੇ, ਤੇ ਫਿਰ ਉਸ ਤੋਂ ਬਾਅਦ ਫਿਰ ਸੰਗੀਤ ਦੀ ਦੁਨੀਆ 'ਚ ਦੇਖੋਗੇ ਅਗਰ ਤੇ ਹਰ ਇੱਕ ਧਰਮ ਵਿੱਚ ਮਿਊਜ਼ਿਕ ਦੀ ਇੰਪੋਰਟੈਂਸ ਰਹੀ ਹੈ, ਬਹੁਤ ਜ਼ਿਆਦਾ ਹੈ. ਹਿੰਦੂਇਜ਼ਮ ਵਿੱਚ ਵੀ ਰਹੀ ਹੈ, ਪੁਰਾਤਨ ਧਰਮ ਗ੍ਰੰਥਾਂ ਸੰਗੀਤ ਤੇ ਆਧਾਰਿਤ ਰਹੇ ਹਨ. ਸੰਗੀਤ ਵੱਡਾ ਇੱਕ ਚੀਜ਼ ਰਹੀ ਹੈ ਪਹਿਲੇ ਵੀ. ਨਾਰਦ ਕੋਲ ਹਮੇਸ਼ਾ ਤੁਸੀਂ ਦੇਖੋਗੇ ਉਹਦੇ ਕੋਲ ਮਿਊਜ਼ਿਕ ਇੰਸਟਰੂਮੈਂਟ ਹਨ, ਦੇਵੀ ਦੇਵਤਾਂ ਕੋਲ ਮਿਊਜ਼ੀਕਲ ਇੰਸਟਰੂਮੈਂਟ ਹਨ. ਸਾਰੇ ਮਿਊਜ਼ਿਕ ਇੰਟੀਗਰਲ ਪਾਰਟ ਰਿਹਾ ਹੈ ਈਸਟਰਨ ਰਿਲੀਜਨ ਦਾ. ਉਸ ਤੋਂ ਬਾਅਦ ਇਵਨ ਕ੍ਰਿਸਚੈਨਿਟੀ ਵਿੱਚ ਵੀ ਮਿਊਜ਼ਿਕ ਬੜਾ ਇੰਟੀਗਰਲ ਪਾਰਟ ਹੈ. ਯੂ ਵਿਲ ਨਾਟ ਸੀ ਅ ਚਰਚ ਜਿਹਦੇ 'ਚ ਕੋਈ ਆਰਗਨ ਨਾ ਹੋਵੇ. ਜੂਡਾਇਜ਼ਮ ਵਿੱਚ ਵੀ ਮਿਊਜ਼ਿਕ ਬੜਾ ਇੰਟੀਗਰਲ ਪਾਰਟ ਹੈ, ਉਹ ਵੀ ਟੋਰਾਂ ਨੂੰ ਗਾਉਂਦੇ ਹਨ ਬੜਾ. ਸੋ ਹੁਣ ਰਿਸਰਚ ਜਿਹੜੀ ਹੈ ਬੜੀ ਪ੍ਰੂਵ ਕਰਦੀ ਹੈ ਕਿ there is no doubt in anybody somebody has in mind though ਕਿ ਸੰਗੀਤ ਦਾ ਤੇ ਸਪਿਰਿਚੁਅਲਿਟੀ ਦਾ ਬੜਾ ਗਹਿਰਾ ਸੰਬੰਧ ਹੈ ਆਪਸ ਵਿੱਚ, ਬਹੁਤ ਗਹਿਰਾ ਸੰਬੰਧ ਹੈ. ਇਨਫੈਕਟ ਹੁਣ ਬੜੇ ਰਿਸਰਚ ਹੋਰ ਵੀ ਲੋਕਾਂ ਨੇ ਕੀਤੀ ਹੈ, ਇੰਪੈਰੀਕਲ ਰਿਸਰਚ ਯੂਨੀਵਰਸਿਟੀਆਂ ਵਿੱਚ ਹੋਈ ਹੈ ਕਿ ਉਹਨਾਂ ਨੇ ਫੁੱਲ ਉਗਾਏ ਹਨ, ਯੂ ਨੋ, ਕਈਆਂ ਨੇ ਰੋਜ਼ਸ ਉਗਾਏ ਹਨ. ਇੱਕ ਜਗ੍ਹਾ ਜਿੱਥੇ ਉਗਾਏ ਹਨ ਉੱਥੇ ਬਿਲਾਵਲ ਜਾਂ ਕਲਿਆਣ ਦੀਆਂ ਧੁਨਾਂ ਵੱਜਦੀਆਂ ਹਨ, ਇੱਕ ਜਗ੍ਹਾ ਨਹੀਂ ਵੱਜਦੀਆਂ. ਤੇ ਉਹਨਾਂ ਦਾ ਰੰਗ ਜਿਹੜਾ ਹੈ ਡਿਫਰੈਂਟ ਹੈ, ਉਹਨਾਂ ਦੇ ਖਿੜਾਵ 'ਚ ਡਿਫਰੈਂਟ ਹੈ ਜਿੱਥੇ ਮਿਊਜ਼ਿਕ ਹੈ ਉੱਥੇ. ਸੋ ਸੰਗੀਤ ਬਹੁਤ ਕ੍ਰਿਟੀਕਲ ਰਿਹਾ ਹੈ ਇਸ ਸਪਿਰਿਚੁਅਲ ਪਰਸੂਟ ਵਿੱਚ. ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸਾਰੀ ਬਾਣੀ, ਤਕਰੀਬਨ ਸਾਰੀ ਬਾਣੀ, ਮਤਲਬ ਐਕਸੈਪਟ ਫॉर ਅ ਫਿਊ ਪੋਰਸ਼ਨ, ਸਾਰੇ ਸੰਗੀਤ ਬੰਦ ਹੈ, ਸਾਰੇ ਰਾਗਬੱਧ ਹੈ ਬਾਣੀ ਸਾਰੀ. ਤੇ ਉਹਨਾਂ ਰਾਗਾਂ ਵਿੱਚੋਂ ਜਸਟ ਟੂ ਟੈਲ ਯੂ ਕਿ ਜਸਟ ਅ ਬਰੀਫ ਡਿਸਕ੍ਰਿਪਸ਼ਨ ਆਫ ਦੋਜ਼ ਰਾਗਸ ਵਿੱਚੋਂ ਉਹਨਾਂ ਦੀਆਂ ਬੜੀਆਂ ਤਰ੍ਹਾਂ ਦੀਆਂ ਫੀਲਿੰਗਸ ਹਨ ਉਹਨਾਂ ਰਾਗਾਂ ਵਿੱਚ. ਕਈਆਂ ਵਿੱਚ ਫੀਲਿੰਗ ਜਿਹੜੀ ਹੈ ਉਹ ਯੂ ਨੋ ਨਿਮਰਤਾ ਵਾਲੀ ਹੈ, ਭਗਤੀ ਰਸ ਵਾਲੀ ਹੈ, ਡਿਵੋਸ਼ਨਲ ਰਸ ਵਾਲੀ ਹੈ. ਕਈਆਂ ਵਿੱਚ ਫੀਲਿੰਗ ਜਿਹੜੀ ਹੈ ਖੇੜੇ ਵਾਲੀ ਹੈ. ਕਈਆਂ ਵਾਰੀ ਫੀਲਿੰਗ ਜਿਹੜੀ ਹੈ ਬਹੁਤ ਵੈਰਾਗ ਵਾਲੀ ਹੈ, ਵਿਛੋੜੇ ਵਾਲੀ ਹੈ. ਸੋ ਹਰ ਜਿਹੜੀਆਂ ਹਿਊਮਨ ਇਮੋਸ਼ਨਸ ਹਨ ਜਿਹੜੀਆਂ, ਉਹਨਾਂ ਇਮੋਸ਼ਨਸ ਨੂੰ ਕੈਪਚਰ ਕਰਕੇ ਤਾਂ ਕਿ ਸ਼ਬਦ ਦਾ ਜਿਹੜਾ ਮੀਨਿੰਗ ਹੈ ਜਿਹੜਾ ਉਹ ਤੇ ਸ਼ਬਦ ਦਾ ਜਿਹੜਾ ਭਾਵ ਹੈ ਉਸਨੂੰ ਸੰਗੀਤ ਵਿੱਚ ਲਿਆ ਕੇ ਉਹਨਾਂ ਨੇ ਜਦੋਂ ਗਾਓ ਉਸਨੂੰ, ਤੇ ਉਹਦਾ ਇਫੈਕਟ ਤੁਹਾਡੇ ਤੇ ਜ਼ਿਆਦਾ ਪੈਂਦਾ ਹੈ. ਗੁਰੂਆਂ ਨੇ ਇਸ ਗੱਲ ਨੂੰ ਬੜੇ ਸ਼ੁਰੂ ਤੋਂ ਇਹਨਾਂ ਨੇ ਨੋਟਿਸ ਕੀਤਾ ਤੇ ਗੁਰਬਾਣੀ ਦੀ ਬਰਤਰ ਸਾਰੀ ਉਸੇ ਗੱਲ ਤੇ ਹੋਈ ਹੈ. ਤੋ ਸੁਣ ਕੇ ਕਈਆਂ ਨੂੰ ਸ਼ਾਇਦ ਨਾ ਪਤਾ ਹੋਏ ਇਸ ਗੱਲ ਦਾ, ਪਰ ਕਿ ਦਰਬਾਰ ਸਾਹਿਬ ਦੀਆਂ ਕੀਰਤਨ ਚੌਕੀਆਂ ਜਿਹੜੀਆਂ ਹਨ, ਜਿਹੜੀਆਂ ਭਾਈ ਮਣੀ ਸਿੰਘਰਾਂ ਦੇ ਟਾਈਮ ਐਸਟੈਬਲਿਸ਼ ਹੋਈਆਂ, ਫਾਰਮਲ ਜਦੋਂ ਹੋਈਆਂ, ਨਾ ਉਸ ਵੇਲੇ ਦਿੱਤੇ ਗਏ ਜਿਹੜੇ ਅਰਲੀਐਸਟ ਰੈਫਰੈਂਸਿਸ ਮਿਲਦੇ ਹਨ ਜਿਹੜੇ ਸਾਨੂੰ, ਦਰਬਾਰ ਸਾਹਿਬ ਦੀਆਂ ਕੀਰਤਨ ਚੌਕੀਆਂ ਸਾਰੀਆਂ ਰਾਗਾਂ ਦੇ ਨਾਂ ਦੇ ਉੱਤੇ ਹਨ. ਔਰ ਫॉर ਐਗਜ਼ਾਮਪਲ ਪਹਿਲੀ ਚੌਕੀ ਜਿਹੜੀ ਲੱਗਦੀ ਹੈ, ਜਿਹੜੀ 3 ਪਹਿਰ ਦੀ ਚੌਕੀ ਲੱਗਦੀ ਹੈ, ਉਹਨਾਂ ਵਿੱਚ 2-3 ਰਾਗ ਜਿਹੜੇ ਹਨ ਰਿਕਮੈਂਡਡ ਹਨ. ਰਾਮਕਲੀ ਹੈ, ਪ੍ਰਭਾਤੀ ਹੈ, ਭੈਰੋ ਹੈ, ਯੂ ਨੋ. ਉਸ ਤੋਂ ਬਾਅਦ ਫਿਰ ਆਸਾ ਕੀ ਵਾਰ ਦੀ ਚੌਕੀ ਵਿੱਚ ਆਸਾ ਦੇ ਰਾਗ ਦੇ, ਆਸਾ ਬਿਕਮਸ ਅ ਮੇਨ ਫਲੇਵਰ, ਬਟ ਆਸਾ ਦੇ ਨਾਲ ਹੋਰ ਰਾਗਾਂ ਦੀ, ਜਿਸ ਤਰ੍ਹਾਂ ਦੇਵਗੰਧਾਰੀ ਹੈ, ਜਿਸ ਤਰ੍ਹਾਂ ਗੌਂਡ ਹੈ, ਯੂ ਨੋ, ਇਹਨਾਂ ਰਾਗਾਂ ਦੇ ਉੱਤੇ ਫੋਕਸ ਜ਼ਿਆਦਾ ਕੀਤਾ ਜਾਂਦਾ. ਫਿਰ ਬਿਲਾਵਲ ਦੀ ਚੌਕੀਆਂ 2 ਲੱਗਦੀਆਂ ਨੇ ਤੇ ਕਿ ਬਿਲਾਵਲ ਮੁੱਖ ਅੰਗ ਬਣ ਜਾਂਦਾ ਹੈ. ਬਿਲਾਵਲ ਤੋਂ ਬਾਅਦ ਗੁਜਰੀ ਟੋਡੀ ਦੀ ਚੌਕੀ ਲੱਗਦੀ ਹੈ. ਸੋ ਇਹਨਾਂ ਰਾਗਾਂ ਦੇ ਆਧਾਰਿਤ ਜਿਹੜੇ ਹਿਊਮਨ ਜਿਹੜੀਆਂ ਇਮੋਸ਼ਨ ਜਿਹੜੀਆਂ ਹਨ ਹਿਊਮਨ ਬਾਡੀ ਵਿੱਚ, ਉਹਨਾਂ ਇਮੋਸ਼ਨ ਦੇ ਉੱਤੇ ਸਪਿਰਿਚੁਅਲਿਟੀ ਨੂੰ ਕਨੈਕਟ ਕਰਕੇ ਤੇ ਇਸ ਚੀਜ਼ ਨੂੰ ਕਨੈਕਟ ਕੀਤਾ ਗਿਆ. ਤੇ 2 ਰਾਗ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਸੀਜ਼ਨਲ ਹਨ. ਮੈਂ ਪਹਿਲੇ ਵੀ ਬੜੀ ਵਾਰੀ ਕਿਹਾ ਹੈ ਇਹਨਾਂ ਬਾਰੇ, ਇੱਕ ਬਸੰਤ ਤੇ ਇੱਕ ਬਹਾਰ. ਅੱਜ ਬਸੰਤ ਬਾਰੇ ਗੱਲ ਕਰਨੀ ਹੈ ਮੈਂ, ਬਿਕੋਜ਼ ਕੱਲ ਹੋਲੀ ਸੀ, ਕੱਲ ਲਾਸਟ ਸੀ ਬਸੰਤ ਗਾਣ ਦਾ. ਬੜਾ ਲੋਕਾਂ ਨੂੰ ਪਤਾ ਨਹੀਂ ਹੈ ਇਸ ਬਾਰੇ. ਜੇ ਨਾ ਪਤਾ ਹੋਏ ਤੇ ਕੋਸ਼ਿਸ਼ ਕਰਾਂਗਾ ਅੱਜ ਤੁਸੀਂ ਜਾਣੂ ਹੋ ਜਾਓ ਇਸ ਗੱਲ ਤੋਂ ਕਿ ਬਸੰਤ ਜਿਹੜੀ ਰਾਗ ਜਿਹੜਾ ਹੈ ਇਹ 2-2.5 ਮਹੀਨੇ ਅਸੀਂ ਗਾਉਂਦੇ ਹਾਂ, ਫਰਮ अर्ਲੀ ਜਨਵਰੀ, ਮਿਡ ਜਨਵਰੀ ਤੋਂ ਲੈ ਕੇ ਹੋਲੇ ਮਹੱਲੇ ਤੱਕ.
ਤੇ ਇਸ ਰਾਗ ਪੂਰੇ ਰਾਗ ਵਿੱਚ ਇੱਕ ਅਰਦਾਸ ਕਿਸਮ ਦੀ ਹੈ, ਉਹਦੇ ਵਿੱਚ ਇੱਕ ਐਂਟੀਸਿਪੇਸ਼ਨ ਹੈ। ਤੁਸੀਂ ਨੋਟਿਸ ਕਰੋਗੇ ਕਿ ਮਾਰਚ ਤੋਂ ਬਾਅਦ ਗਾਉਂਦੇ ਨਹੀਂ ਅਸੀਂ, ਬਸੰਤ ਚੜ ਗਿਆ ਹੁਣ, ਮਤਲਬ ਕਿ ਆਫੀਸ਼ੀਅਲੀ ਫਗਣ ਚਲੇਗਾ, ਜਦੋਂ ਚੜੇਗਾ ਹੁਣ ਤੇ ਉਸ ਵੇਲੇ ਤੁਸੀਂ ਨੋਟਿਸ ਕਰੋਗੇ ਫੁੱਲ ਵਗੈਰਾ ਖਿੜਨੇ ਸ਼ੁਰੂ ਹੋ ਗਏ, ਮੌਸਮ ਬਦਲਣਾ ਸ਼ੁਰੂ ਹੋ ਗਿਆ ਹਰ ਜਗ੍ਹਾ। ਲੇਕਿਨ ਅਸੀਂ ਇਸ ਤੋਂ ਪਹਿਲੇ ਗਾਉਂਦੇ ਹਾਂ, 1.5 ਮਹੀਨਾ 2 ਮਹੀਨੇ ਪਹਿਲੇ ਇਹ ਅਰਦਾਸ ਰੂਪ ਵਿੱਚ ਗਾਉਂਦੇ ਹਾਂ ਕਿ ਜਿਸ ਤਰ੍ਹਾਂ ਬਾਹਰ ਹੁਣ ਫੁੱਲ ਖਿੜਨਗੇ ਜਾਂ ਖਿੜਾਵ ਆਏਗਾ, ਉਸੇ ਤਰ੍ਹਾਂ ਸਾਡੇ ਅੰਦਰ ਜੋ ਸਰਦੀ ਦਾ ਮੌਸਮ ਹੈ, ਸਾਡੇ ਅੰਦਰ ਜਿਹੜੀ ਖੁਸ਼ਕੀ ਹੈ, ਜਿਹੜੇ ਫੁੱਲਾਂ ਤੋਂ ਰਹਿਤ ਤਾਂ, ਖੁਸ਼ਬੂ ਤੋਂ ਰਹਿਤ ਤਾਂ, ਟਹਿਣੀਆਂ ਟਹਿਣੀਆਂ ਨਜ਼ਰ ਆਉਂਦੀਆਂ ਨੇ ਖਾਲੀ। ਈਸਟ ਕੋਸਟ ਜਾਓ ਜ਼ਿਆਦਾ ਪਤਾ ਲੱਗਦਾ ਵੈਸਟ ਕੋਸਟ ਨਾਲੋਂ, ਇੱਥੇ ਨਹੀਂ ਪਤਾ ਲੱਗਦਾ। ਇੱਥੇ ਫੁੱਲਾਂ, ਇੱਥੇ ਦਰਖਤਾਂ ਤੇ ਹਾਲੇ ਵੀ ਹਰਿਆਵਲ ਹੈ, ਪਰ ਈਸਟ ਕੋਸਟ ਜਿੱਥੇ ਉੱਥੇ ਉਹਨਾਂ ਮੌਸਮ ਵਿੱਚ ਨਹੀਂ ਹੁੰਦੀ, ਤੇ ਉੱਥੇ ਮਹਾਰਾਜ ਇਸ ਗੱਲ ਦਾ ਸੰਦੇਸ਼ ਦਿੰਦੇ ਹਨ ਕਿ ਜਿਸ ਤਰ੍ਹਾਂ ਬਾਹਰ ਵਿੱਚ ਸੁੱਕਾ ਪਿਆ ਹਰ ਜਗ੍ਹਾ, ਕਿਧਰੇ ਕੋਈ ਫੁੱਲ ਨਹੀਂ ਹੈ, ਕਿਧਰੇ ਕੁਝ ਖਿੜਾਵ ਨਹੀਂ ਹੈ, ਮੇਰੇ ਮਨ ਵਿੱਚ ਵੀ ਨਾਮ ਤੋਂ ਵਿਹੂਣਾ ਹੋਣ ਕਰਕੇ ਉਹੀ ਹਾਲਤ ਹੈ ਮੇਰੀ। ਇਹ ਮੇਰੇ ਦਾਤਾ ਮੇਰੇ ਤੇ ਮਿਹਰ ਕਰੋ, ਜਿਸ ਤਰ੍ਹਾਂ ਹੁਣ ਬਾਹਰ ਹਰ ਜਗ੍ਹਾ ਹਰਿਆਵਲ ਲੈ ਕੇ ਆਓਗੇ, ਜਿਸ ਤਰ੍ਹਾਂ ਹਰ ਜਗ੍ਹਾ ਫੁੱਲ ਖਿੜਨਗੇ, ਜਿਸ ਤਰ੍ਹਾਂ ਹਰ ਜਗ੍ਹਾ ਖੁਸ਼ਬੂ ਫੈਲੇਗੀ, ਜਿਸ ਤਰ੍ਹਾਂ ਹਰ ਜਗ੍ਹਾ ਚਿੜੀਆਂ ਬੋਲਣਗੀਆਂ, ਉਸੇ ਤਰ੍ਹਾਂ ਮੇਰੇ ਅੰਦਰ ਉਸ ਨਾਮ ਦੀ ਪ੍ਰਫੁੱਲਤ ਕਰਾਓ, ਮੇਰੇ ਅੰਦਰ ਵੀ ਉਸ ਪ੍ਰਮਾਤਮਾ ਦੇ ਨਾਮ ਦੀ ਖਿਡਾਓ ਜਿਹੜਾ ਹੈ ਪੈਦਾ ਕਰੋ। ਤੇ ਇਹ ਪ੍ਰੇਮਾ ਭਗਤੀ ਦੀ ਮੰਗ ਜਿਹੜੀ ਹੈ, ਇਹ ਗੁਰੂ ਅੱਗੇ, ਇਹ ਪ੍ਰਮਾਤਮਾ ਅੱਗੇ ਮੰਗਦੇ ਹਨ। ਇਸ ਰਾਗ ਵਿੱਚ ਤਾਕਤ ਹੈ ਉਸ ਮੰਗ ਨੂੰ ਜਗਾਉਣ ਦੀ, ਤੇ ਥੋੜਾ ਜਿਹਾ ਸੀਰੀਅਸਨੈਸ ਹੈ ਇਸ ਰਾਗ ਵਿੱਚ। ਰਾਗ ਤੇ ਸੀਰੀਅਸਨੈਸ ਫਿਰ ਉਸ ਅਰਦਾਸ ਵਾਲੇ ਜਿਹੜਾ ਮਾਹੌਲ ਹੈ ਉਸ ਨੂੰ ਫਿਰ ਪੱਕਾ ਕਰਦੀ ਹੈ, ਉਹ ਜਿਹੜੀ ਸੀਰੀਅਸਨੈਸ ਜਿਹੜੀ ਰਾਗ ਵਾਲੀ ਹੈ। ਸਿਆਣੇ ਰਾਗੀ, ਪੁਰਾਤਨ ਰਾਗੀ ਟੁਵਰਡਸ ਦੀ ਐਂਡ ਆਫ ਬਸੰਤ ਵਿੱਚ ਜਦੋਂ ਹੋ ਜਾਏ ਤੇ ਫਿਰ ਬਹਾਰ ਮਿਲਾ ਕੇ ਗਾਣਾ ਸ਼ੁਰੂ ਕਰਦੇ ਹਨ, ਉਹਦੇ ਵਿੱਚ ਥੋੜਾ ਖਿੜਾਵ ਹੈ ਉਸ ਗਾਣ ਵਿੱਚ। ਤੇ ਬਸੰਤ ਦੀ ਬੜੀਆਂ ਪ੍ਰਕਾਰ ਹਨ ਬਸੰਤ ਗਾਣ ਦੇ, ਤੇ ਅੱਗੇ ਜਾ ਕੇ ਫਿਰ ਬਸੰਤ ਨਾਲ ਬਹਾਰ ਮਿਲ ਕੇ ਬਸੰਤ ਬਹਾਰ ਦੇ ਵਿੱਚ ਬਹਾਰ ਵਿੱਚ ਗਾਉਂਦੇ ਹਨ, ਜਿਹਦੇ ਵਿੱਚ ਕਿ ਥੋੜੀ ਜਿਹੀ ਆਪਟਿਮਿਸਟਿਕ ਹੋ ਜਾਂਦਾ ਉਹਦਾ। ਤੋ ਇਹ ਬਸੰਤ ਦੀ ਇੱਕ ਸ਼ਾਰਟ ਡਿਸਕ੍ਰਿਪਸ਼ਨ ਤੁਹਾਨੂੰ ਮੈਂ ਸਾਂਝੀ ਕਰਨੀ ਸੀ ਅੱਜ, ਤੇ ਇੱਕ ਸ਼ਬਦ ਵੀ ਸਾਂਝਾ ਕਰਾਂਗਾ। ਕੱਲ ਡਰਾਈਵਿੰਗ ਡਾਊਨ ਯੈਸਟਰਡੇ ਵੀ sang ਬਸੰਤ with some of friends got together and we sang 4-5 ਰੀਤਾਂ ਬਸੰਤ ਦੀਆਂ। ਤੇ ਇੱਕ ਬਸੰਤ ਦੀ ਰੀਤ ਜਿਹੜੀ ਕੱਲ ਨਹੀਂ ਅਸੀਂ ਗਾਈ ਨਹੀਂ ਕੱਲ, ਬਟ ਮੈਨੂੰ ਪਸੰਦ ਹੈ ਸ਼ਬਦ ਦੀ ਭਾਵਨਾ ਬਹੁਤ ਪਾਵਰਫੁਲ ਹੈ ਦੀ, ਔਰ ਇਹ ਸੈੱਟ ਕਰਦੀ ਹੈ ਟੋਨ ਬਿਲਕੁਲ ਜ਼ਬਰਦਸਤ ਬਸੰਤ ਦਾ। ਉਹ ਮੈਂ ਸ਼ੇਅਰ ਤੁਹਾਡੇ ਨਾਲ ਕਰਾਂਗਾ। Before I do that, anybody has any questions so far though, you can ask me. I'll be trying to. ਅੱਜ ਕੱਲ ਗੁਰਦੁਆਰਿਆਂ ਵਿੱਚ ਬਸੰਤ ਦੇ ਕੀਰਤਨ ਦਰਬਾਰ ਪਹਿਲੇ ਘੱਟ ਕਰਾਏ ਜਾਂਦੇ ਸਨ, ਪਰ ਅੱਜ ਕੱਲ ਮੈਂ ਦੇਖਿਆ ਪਿਛਲੇ 10-15 ਸਾਲਾਂ ਵਿੱਚ ਜ਼ਿਆਦਾ ਬਸੰਤ ਦੇ ਕੀਰਤਨ ਦਰਬਾਰ ਹੁਣ ਬੰਗਲਾ ਸਾਹਿਬ ਵੀ ਹੁੰਦੇ ਹਨ, ਐਂਡ ਐਵਰੀਥਿੰਗ ਇਹਨਾਂ ਦਿਨਾਂ ਚ ਕਰਾਏ ਜਾਂਦੇ ਹਨ ਸੰਗਤਾਂ ਨੂੰ ਜਾਣੂ ਕਰਾਉਣ ਵਾਸਤੇ, ਬਟ ਅਗਰ ਕੋਈ ਕੁਐਸਚਨ ਹੋਵੇ ਤੇ ਪਲੀਜ਼ ਅਨਮਿਊਟ ਕਰਕੇ ਕੁਐਸਚਨ ਆਪਣਾ ਪੁੱਛ ਲਓ। ਵੀਰ ਜੀ ਤੁਸੀਂ ਕਿਹਾ ਸੀ 2 ਰਾਗ ਹੈਗੇ ਨੇ, ਇੱਕ ਬਸੰਤ ਰਾਗ ਹੈ ਔਰ ਸੈਕਿੰਡ ਕਿਹੜਾ ਸੀਗਾ ਜੀ? ਇਹ ਰਾਗ ਇੱਕੋ ਹੀ ਹੈ, ਬਸੰਤ ਦੇ ਪ੍ਰਕਾਰ ਬੜੇ ਹਨ, ਬਸੰਤ ਦੇ ਪ੍ਰਕਾਰ ਹਨ ਬੜੇ। ਹਾਂਜੀ, ਉਹਨਾਂ ਵਿੱਚੋਂ ਫਿਰ ਇੱਕ ਬਸੰਤ ਦੀ ਪ੍ਰਕਾਰ ਬਸੰਤ ਬਹਾਰ ਹੈ, ਬਸੰਤ ਬਹਾਰ। ਓਕੇ, ਉਹ ਬਸੰਤ ਬਹਾਰ ਦਾ ਜਿਹੜਾ ਮੂਡ ਜਿਹੜਾ ਵਾ ਰੈਗੂਲਰ ਬਸੰਤ ਰਾਗ ਨਾਲੋਂ ਵੱਖਰਾ ਹੈ। ਹਾਂਜੀ, ਉਹਦੇ ਵਿੱਚ ਇੱਕ ਖਿੜਾਵ ਹੈ, ਉਹਦੇ ਵਿੱਚ ਇੱਕ ਮਿਲਾਪ ਦੀ ਅੰਦੇਸੇ ਹਨ, ਸੋ ਉਹ ਬਹਾਰ ਦੇ ਜਿਹੜੀਆਂ ਧੁਨਾਂ ਜਿਹੜੀਆਂ ਹਨ ਜਦੋਂ ਬਸੰਤ ਨਾਲ ਮਿਲਦੀਆਂ ਹਨ ਤੇ ਆਪਟਿਮਿਸਟਿਕ ਹੋ ਜਾਂਦੀ ਹੈ ਫੀਲਿੰਗ ਜ਼ਰਾ। ਸੋ ਮੈਂ ਹੁਣ ਆਪਣੀ ਸਕਰੀਨ ਜਿਹੜੀ ਹੈ ਸ਼ੇਅਰ ਕਰਾਂਗਾ, ਤੇ ਇਹ ਬਸੰਤ ਰਾਗ ਦਾ ਸ਼ਬਦ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਦੀ ਮੂੰਹ ਉਚਾਰਿਆ ਗਿਆ ਹੈ। Can somebody just tell me, can you see the shabad or just anybody? Yeah, okay ji. ਬਸੰਤ ਦਾ ਇਹ ਪਹਿਲਾ ਸ਼ਬਦ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ। I chose this one and hope that it sets the tone, I think, right of this rag. I think ਇਹਦੇ ਵਿੱਚ ਸਾਰੀ ਗੱਲ ਦੀ ਕਲੈਰਿਟੀ ਹੈ ਜੋ ਅੱਗੇ ਆਉਣ ਵਾਲੀ ਬਾਣੀ ਜਿਹੜੀ ਹੈ ਉਹਦਾ। ਰਾਗ ਬਸੰਤ ਮਹਲਾ ਪਹਿਲਾ, ਘਰ ਪਹਿਲਾ, ਚੁੱਪ ਦੇ 2 ਤੁਕੇ। ਚੁੱਪ ਦੇ 2 ਤੁਕੇ ਮਤਲਬ ਕਿ ਇਹ ਬਸੰਤ ਦੀ ਰਾਗ ਦੇ ਵਿੱਚ ਗੁਰੂ ਨਾਨਕ ਸੱਚੇ ਪਾਤਸ਼ਾਹ ਦੀ ਬਾਣੀ ਹੈ। ਘਰ ਪਹਿਲੇ ਵਿੱਚ ਇਹਦੇ ਵਿੱਚ ਚੌਪਦੇ ਵੀ ਹਨ ਤੇ 2 ਤੁਕੇ ਵੀ ਹਨ, ਮਨੇ 4 ਪਦਿਆਂ ਵਾਲੀ ਬਾਣੀ ਵੀ ਹੈ ਤੇ 2 ਤੁਕਿਆਂ ਵਾਲੀ ਬਾਣੀ ਵੀ ਹੈ। ਉਸ ਤੋਂ ਬਾਅਦ ਪੂਰਾ ਮੰਗਲਾ ਚਰਨ ਹੈ। ਉਸ ਤੋਂ ਬਾਅਦ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰ ਪ੍ਰਸਾਦ।
ਤੇ ਅੱਗੋਂ ਫਿਰ ਸ਼ਬਦ ਸ਼ੁਰੂ ਹੁੰਦਾ ਹੈ, ਮਹਾ ਮਾਹ ਮੁਬਾਰਕੀ ਚੜਿਆ ਸਦਾ ਬਸੰਤ। ਤੇ ਸ਼ਬਦ ਦੀ ਬਣਤਰ ਦੇਖੋਗੇ ਤੁਸੀਂ ਤੇ ਪਹਿਲੇ ਮੁਬਾਰਕਾਂ ਦਿੰਦੇ ਹਨ ਬਸੰਤ ਆਉਣ ਦੀਆਂ, ਕਿਉਂਕਿ ਬਸੰਤ ਇੱਕ ਛੁਟਕਾਰ ਹੈ ਉਸ ਸਰਦੀ ਦੇ ਮੌਸਮ ਤੋਂ, ਉਸ ਜਿਹੜੀ ਸੁੱਕਾਪਨ ਜਿਹੜਾ ਪਿਆ ਹੋਇਆ ਹੈ, ਜਿਹਦੇ ਚ ਪੱਤੇ ਗਿਰੇ ਹੋਏ ਹਨ, ਫੁੱਲ ਨਹੀਂ ਲੱਗਦੇ ਪਏ ਕਿਸੇ ਨੂੰ, ਚਿੜੀਆਂ ਦੀ ਚਿੜਾਹਟ ਨਜ਼ਰ ਨਹੀਂ ਆਉਂਦੀ, ਹਰ ਤਰਫ ਇੱਕ ਮਾਸੂਮ ਜੀ ਦੀ ਠਹਿਰੀ ਹੋਈ ਹੈ ਜਿਹੜੀ ਵਿੰਟਰ ਦੀ, ਉਹ ਵਿੰਟਰ ਦੀ ਜਿਹੜੀ ਹੈ ਉਹ ਤੋੜਦੀ ਹੈ ਬਸੰਤ, ਜਿਹਦੇ ਚ ਕੀ ਫੁੱਲਾਂ ਦੇ ਜੋ ਫੁੱਟ ਜਾਂਦੇ ਹਨ, ਜਿਹੜੇ ਉਹਦੇ ਚ ਗ੍ਰੀਨਰੀ ਆਣੀ ਸ਼ੁਰੂ ਹੋ ਜਾਂਦੀ ਹੈ ਉਹਦੇ ਚੋਂ। ਤੇ ਇੱਥੇ ਵਰਡ ਆਏ ਹਨ ਮਹਾ ਮਾਹ ਜਨਰਲੀ ਮਹੀਨੇ ਨੂੰ ਕਹਿੰਦੇ ਹਨ, ਮਹਾ ਮਨੇ ਵੱਡਾ, ਤੇ ਕਈਆਂ ਨੇ ਮਹਾ ਨੂੰ ਦੋਨੋਂ ਸਿਮਿਲਰ ਲਿੱਤੇ ਹਨ, ਵੱਡਾ ਵੱਡੇ। ਇੱਥੇ ਮਹਾ ਮਾਹ ਮਨੇ ਵੱਡਾ ਮਹੀਨਾ, ਮੁਬਾਰਕੀ ਮਨੇ ਮੁਬਾਰਕਾਂ ਹਨ, ਉਹਨਾਂ ਨੂੰ ਮੁਬਾਰਕਾਂ ਹਨ, ਸਾਰਿਆਂ ਨੂੰ ਮੁਬਾਰਕਾਂ ਨਹੀਂ ਹਨ। ਮੁਬਾਰਕਾਂ ਉਹਨਾਂ ਨੂੰ ਦਿੱਤੀਆਂ ਹਨ ਜਿਨ੍ਹਾਂ ਗੁਰੂ ਪਿਆਰਿਆਂ ਵਿੱਚ ਸਦਾ ਬਸੰਤ ਹੈ, ਜਿਨ੍ਹਾਂ ਵਿੱਚ ਹਮੇਸ਼ਾ ਖੇੜਾ ਹੈ, ਜਿਨ੍ਹਾਂ ਦੇ ਕਦੀ ਵੀ ਵਿੰਟਰ ਦੀ ਉਹ ਲੋ ਨਹੀਂ ਪੈਂਦੀ, ਜਿਨ੍ਹਾਂ ਦੀ ਹਮੇਸ਼ਾ ਮਨ ਪ੍ਰਫੁੱਲਿਤ ਰਹਿੰਦੇ ਹਨ, ਜਿਨ੍ਹਾਂ ਦੇ ਹਮੇਸ਼ਾ ਬਸੰਤ ਅੰਦਰੋਂ ਵੜਿਆ ਪਿਆ ਹੈ। ਮਹਾ ਮੁਬਾਰਕੀ ਚੜਿਆ ਸਦਾ ਬਸੰਤ, ਉਹ ਹਮੇਸ਼ਾ ਜਿਹੜੇ ਬਸੰਤ ਵਿੱਚ ਆਉਂਦੇ ਹਨ, ਮੁਬਾਰਕਾਂ ਉਹਨਾਂ ਨੂੰ ਦਿੱਤੀਆਂ ਹਨ। ਤੇ ਉਹ ਕੌਣ ਹਨ? ਤੇ ਨੈਕਸਟ ਲਾਈਨ ਵਿੱਚ ਉਹਦੀ ਵੀ ਕਲੈਰਿਟੀ ਹੋ ਜਾਂਦੀ ਹੈ ਕਿ ਪਰਫੜ ਚਿਤ ਸਮਾਲ ਸੋਏ ਸਦਾ ਸਦਾ ਗੋਬਿੰਦ। ਪਰਫੜ ਮਨੇ ਪ੍ਰਫੁੱਲਿਤ ਹੋ ਜਾਣਾ, ਫੁੱਟ ਜਾਣਾ ਵਿੱਚੋਂ, ਜਿਸ ਤਰ੍ਹਾਂ ਧਰਤੀ ਦੇ ਵਿੱਚੋਂ ਉਹ ਟਹਿਣੀਆਂ ਵਿੱਚੋਂ ਜਿਹੜੇ ਪੱਤੇ ਜਿਹੜੇ ਹਨ ਉਹ ਪ੍ਰਫੁੱਲਿਤ ਹੋ ਜਾਂਦੇ ਹਨ, ਜਿਹੜੇ ਫਲ ਜਾਂ ਫੁੱਲ ਜਿਹੜੇ ਲੱਗਦੇ ਹਨ, ਉਹ ਕਿਸੇ ਨੂੰ ਲਗਾਉਣੇ ਨਹੀਂ ਪੈਂਦੇ, ਕਿਸੇ ਨੂੰ ਦੱਸਣਾ ਨਹੀਂ ਪੈਂਦਾ, ਕਿਸੇ ਨੂੰ ਰਿਮਾਈਂਡਰ ਨਹੀਂ ਲਗਾਉਣੇ ਪੈਂਦੇ ਦਰਖਤਾਂ ਨੂੰ ਕਿ ਹੁਣ ਬਸੰਤ ਆ ਗਈ ਹੈ, ਖਿੜ ਜਾਓ ਫੁੱਲੋ। ਇਹ ਇੱਕ ਰੁੱਤ ਦੇ ਹਿਸਾਬ ਦੇ ਨਾਲ ਉਹ ਆਪੇ ਹੀ ਪ੍ਰਮਾਤਮਾ ਦੇ ਹੁਕਮ ਦੇ ਅਨੁਸਾਰ ਖਿੜ ਪੈਂਦੇ ਹਨ। ਪਰਫੜ ਚਿਤ ਸਮਾਲ ਸੋਏ, ਤੇ ਸਮਾਲ ਸੋਏ ਮਨੇ ਯਾਦ ਕਰ ਜਾਂ ਪਿਆਰ ਕਰ, ਉਸਨੂੰ ਸੋਏ ਉਸਨੂੰ ਯਾਦ ਕਰ। ਤੇ ਪਰਫੜ ਮਤਲਬ ਹੈ ਕਿ ਪ੍ਰਫੁੱਲਿਤ ਕਰ ਲਿਆ ਆਪਣੇ ਅੰਦਰ, ਜਿਸ ਤਰ੍ਹਾਂ ਉਹਨਾਂ ਦਰਖਤਾਂ ਦੇ ਵਿੱਚ ਜਿਹੜੇ ਸੁੱਕੇ ਹੋਏ ਸਨ, ਜਿਹੜੇ ਸਰਦੀਆਂ ਵਿੱਚ, ਉਹਨਾਂ ਵਿੱਚ ਪ੍ਰਮਾਤਮਾ ਦੇ ਹੁਕਮ ਦੇ ਨਾਲ ਆਪਣੇ ਆਪ ਫੁੱਲ ਤੇ ਫਲ ਤੇ ਪੱਤੇ ਲੱਗ ਪੈਂਦੇ ਹਨ ਬਸੰਤ ਦੀ ਰੁੱਤ ਵਿੱਚ, ਉਸ ਪ੍ਰਮਾਤਮਾ ਦੇ ਹੁਕਮ ਨਾਲ ਲੱਗਦੇ ਹਨ, ਪ੍ਰਫੁੱਲੇ ਨੈਚੁਰਲ ਤਰੀਕੇ ਨਾਲ ਪੈਦਾ ਹੁੰਦਾ ਹੈ। ਇਸੇ ਤਰ੍ਹਾਂ ਹੈ ਮੇਰੇ ਮਨ, ਆਪਣੇ ਅੰਦਰ ਉਸ ਨਾਮ ਨੂੰ ਪ੍ਰਫੁੱਲਿਤ ਕਰ, ਆਪਣੇ ਅੰਦਰ ਉਸ ਨਾਮ ਨੂੰ ਪਰਫੜ ਕਰ। ਪਰਫੜ ਚਿਤ ਸਮਾਲ ਸੋਏ ਸਦਾ ਸਦਾ, ਜਿਹੜਾ ਹਮੇਸ਼ਾ ਰਹਿਣ ਵਾਲਾ ਗੋਬਿੰਦ ਹੈ, ਜਿਹੜਾ ਇਸ ਦੁਨੀਆ ਦਾ ਮਾਲਕ ਹੈ, ਉਸਨੂੰ ਆਪਣੇ ਹਿਰਦੇ ਦੇ ਵਿੱਚ ਥਾਂ ਦੇ, ਉਸਨੂੰ ਆਪਣੇ ਹਿਰਦੇ ਦੇ, ਉਸਨੂੰ ਉਹਦੇ ਨਾਲ ਪਿਆਰ ਕਰ। ਤੇ ਜਿਹੜੇ ਕਰੇਗਾ, ਜੇ ਪਰਫੜ ਚਿਤ ਸਮਾਲ ਸੋਏ ਸਦਾ ਸਦਾ ਗੋਬਿੰਦ ਵਾਲੀ ਹਾਲਤ ਵਿੱਚ ਹੋਏਗਾ, ਤੇ ਮੁਬਾਰਕਾਂ ਤੇ ਉਸੇ ਨੂੰ ਹੀ ਹੈ ਜਿਹਦੇ ਅੰਦਰ ਚੜਿਆ ਸਦਾ ਬਸੰਤ, ਜਿਹਦੇ ਅੰਦਰ ਬਸੰਤ ਹਮੇਸ਼ਾ ਚੜਿਆ ਹੋਇਆ ਹੈ। ਤੇ ਹੁਣ ਰਹਾਉ ਦੀਆਂ ਪੰਕਤੀਆਂ ਹਨ, ਇਹ ਹੁੰਦਾ ਤਾਂ ਹੈ ਕਿ ਹਉਮੈ ਮਾਰ ਵਿਚਾਰ ਮਨ, ਗੁਣ ਵਿੱਚ ਗੁਣ ਲੈ ਸਾਰ। ਤੇ ਜਿਹੜੇ ਅੰਦਰ ਆਪਣੇ ਹਉਮੈ ਨੂੰ ਮਾਰਦੇ ਹਨ, ਮੈਂ ਹਉਮੈ ਦੀ ਡਿਸਕ੍ਰਿਪਸ਼ਨ ਨਹੀਂ ਦੇਣੀ, ਬੜੀ ਡਿਸਕਸ ਕਰ ਆਏ ਹਾਂ ਪਹਿਲੇ, ਜਿਹੜੀ ਆਪਣੀ ਹਉ ਨੂੰ ਮਾਰਦੇ ਹਨ, ਜਿਹੜੇ ਆਪਣੇ ਜਿਹੜੀਆਂ ਨਕਲੀ ਦੀਵਾਰਾਂ ਜਿਹੜੇ ਮਨ ਵਿੱਚ ਆ ਉਹਨਾਂ ਨੂੰ ਖਤਮ ਕਰ ਦਿੰਦੇ ਹਨ। ਹਉਮੈ ਮਾਰ ਵਿਚਾਰ ਮਨ, ਤੇ ਅੰਦਰ ਮਨ ਵਿੱਚ ਪ੍ਰਮਾਤਮਾ ਦਾ ਵਿਚਾਰ ਕਰਦੇ ਹਨ, ਵਡਿਆਈ ਨੂੰ ਵਿਚਾਰਦੇ ਹਨ, ਉਸ ਪ੍ਰਮਾਤਮਾ ਨੂੰ ਯਾਦ ਕਰਦੇ ਹਨ। ਤੇ ਆਪਣੇ ਮਨ ਵਿੱਚ ਦੋ ਗੁਣ ਦੇ ਸਪੈਲਿੰਗ ਅਲੱਗ ਆਏ ਹਨ, ਇੱਥੇ ਗੁਣ ਦੇ ਸਪੈਲਿੰਗ ਅਲੱਗ ਹਨ ਤੇ ਇੱਥੇ ਗੁਣ ਦੇ ਸਪੈਲਿੰਗ ਅਲੱਗ ਹਨ। ਗੁਣ ਕਿਉਂਕਿ ਨਾਉਨ ਹੈ, ਔਰ ਗੁਣ ਕਿਉਂਕਿ ਇੱਥੇ ਗੁਣ ਦਾ ਰਾਣਾ ਜਿਹੜਾ ਹੈ ਇੱਥੇ ਮੁਕਤਾ ਹੈ। ਗੁਣ ਜਿਹੜਾ ਹੈ ਉਹ ਮੈਸਕੂਲਿਨ ਨਾਉਨ ਹੈ, ਗੁਣ ਅੱਛੇ ਹੁੰਦੇ ਹਨ, ਅੱਛੀ ਨਹੀਂ ਹੁੰਦੀ ਗੁਣ। ਸੋ ਇੱਥੇ ਰਾਣਿਆਂ ਦਾ ਮੁਕਤਾ ਰੱਖਿਆ ਨੇ ਮਨੇ ਸਾਰੇ ਗੁਣ, ਤੇ ਇੱਥੇ ਗੁਣ ਦੇ ਰਾਣੇ ਨੂੰ ਔਕੜ ਹੈ ਇੱਥੇ। ਸੋ ਇੱਥੇ ਜਿਹੜਾ ਹੈ ਮੈਸਕੂਲਿਨ ਨਾਉਨ ਹੈ, ਲੇਕਿਨ ਇੱਥੇ ਸਿੰਗੂਲਰ ਹੈ, ਇੱਥੇ ਪਲੂਰਲ ਨਹੀਂ ਹੈ। ਗੁਣ ਵਿੱਚ ਗੁਣ ਮਨੇ ਸਾਰੇ ਗੁਣਾਂ ਵਿੱਚੋਂ ਇੱਕ ਗੁਣ, ਉਹ ਹੈ ਨਾਮ ਵਾਲਾ ਦਾਨ, ਉਹ ਹੈ ਨਾਮ ਵਾਲਾ ਗੁਣ, ਉਹ ਹੈ ਪ੍ਰਮਾਤਮਾ ਭਗਤੀ ਵਾਲਾ ਗੁਣ, ਜਿਹੜਾ ਸਾਰ ਰੂਪ ਹੈ, ਜਿਹੜਾ ਸਭ ਦਾ ਸਾਰ ਹੈ, ਜਿਹੜਾ ਆਪਣੀ ਹਉਮੈ ਨੂੰ ਆਪਣੇ ਅੰਦਰ ਜਿਹੜੀ ਹਉਮੈ ਤੁਸੀਂ ਕ੍ਰੀਏਟ ਕਰਕੇ ਪ੍ਰਮਾਤਮਾ ਤੋਂ ਅਲੱਗ ਵਿਛੜੇ ਹੋਏ ਹੋ, ਉਹ ਮਾਰ ਕੇ ਆਪਣੇ ਮਨ ਵਿੱਚ ਪ੍ਰਮਾਤਮਾ ਦੇ ਗੁਣਾਂ ਦੇ ਵਿਚਾਰ ਦੁਆਰਾ ਗੁਣਾਂ ਵਿੱਚੋਂ ਵੱਡਾ ਗੁਣ ਲੈ ਲਵੋ, ਤੇ ਗੁਣਾਂ ਵਿੱਚ ਵੱਡਾ ਗੁਣ ਲੈ ਕੇ ਆਪਣੇ ਅੰਦਰ ਨਾਮ ਦੇ ਪ੍ਰਫੁੱਲਿਤ ਕਰੋ, ਆਪਣੇ ਹਿਰਦੇ ਦੇ ਅੰਦਰ ਨਾਮ।
ਤੇ ਜਿਹੜੇ ਕਰਦੇ ਹਨ ਉਹਨਾਂ ਦੀ ਹਾਲਤ ਫਿਰ ਹੋਰ ਹੋ ਜਾਂਦੀ ਹੈ। ਅਗਲੀ ਐਗਜ਼ਾਮਪਲ ਇੱਕ ਦਿੰਦੇ ਹਨ, ਕਿਉਂਕਿ ਬਸੰਤ ਦਾ ਮਹੀਨਾ ਹੈ। ਨੋਟਿਸ ਕਰੋਗੇ ਇਸ ਬਾਣੀ ਵਿੱਚ ਬੜੀਆਂ ਐਗਜ਼ਾਮਪਲਸ ਆਣਗੀਆਂ, ਫੁੱਲਾਂ ਦੀਆਂ, ਚਿੜੀਆਂ ਦੀਆਂ, ਫਲ ਫੁੱਲ ਦੀਆਂ, ਬੜੀਆਂ ਐਗਜ਼ਾਮਪਲ, ਉਹਦੀਆਂ ਹਜ਼ਾਰਾਂ ਐਗਜ਼ਾਮਪਲ ਆਣਗੀਆਂ ਇਸ ਰਾਗ ਵਿੱਚ ਤੁਹਾਨੂੰ ਮਿਲਣਗੀਆਂ। ਦੇਖ ਫੁੱਲ ਫੁੱਲ ਫੁੱਲੇ ਬਸੰਤ ਰੁੱਤ ਆਏ, ਰੁੱਤ ਆਈ ਲੈ ਸਤ ਬਸੰਤ ਸਮਾਏ, ਮਨੇ ਕਿ ਇਹੋ ਜਿਹੇ ਬੜੀਆਂ ਐਗਜ਼ਾਮਪਲ ਤੁਹਾਨੂੰ ਮਿਲਣਗੀਆਂ ਇਸ ਰਾਗ ਦੇ ਅੰਦਰ ਤੋਂ, ਕਿਉਂਕਿ ਰਾਗ ਦੀ ਬਣਤਰ ਨੇਚਰ ਨਾਲ ਸੰਬੰਧਿਤ ਹੈ। ਇਸ ਵਾਸਤੇ ਐਗਜ਼ਾਮਪਲ ਸਾਰੀਆਂ ਉਹਨਾਂ ਚੀਜ਼ਾਂ ਵਿੱਚੋਂ ਆਣਗੀਆਂ। ਐਗਜ਼ਾਮਪਲ, ਅਗਲੀ ਐਗਜ਼ਾਮਪਲ ਵੀ ਉੱਥੋਂ ਹੀ ਆਈ ਹੈ, ਕਰਮ ਪੇੜ ਸਾਖਾ ਹਰੀ ਧਰਮ ਫਲ ਫੁੱਲ ਗਿਆਨ। ਪੇੜ ਬਣੇ ਪੇੜ ਜਾਂ ਰੁੱਖ, ਤੇ ਕਹਿੰਦੇ ਹਨ ਜੇ ਕੋ ਕਰੇਗਾ ਹੋਮੇ ਮਾਰ ਵਿਚਾਰ ਮਨ ਗੁਣ ਵਿੱਚ ਗੁਣ ਲੈ ਸਾਰ, ਤੇ ਤੇਰੀ ਇੱਕ ਟਰੀ ਨਾਲ ਮੈਟਾਫਰ ਖਿੱਚਦੇ ਹਨ, ਸਿੰਬਲੀ ਖਿੱਚਦੇ ਹਨ ਟਰੀ ਨਾਲ, ਕਿ ਤੈਨੂੰ ਸ਼ੁਭ ਕਰਮ ਨਾਲ ਦੀ ਪ੍ਰਾਪਤੀ ਹੋ ਜਾਏਗੀ, ਸ਼ੁਭ ਕਰਮ ਤੇਰੇ ਅੰਦਰ ਵਸਣਗੇ, ਤੇਰੇ ਅੰਦਰ ਤੇ ਸ਼ੁਭ ਕਰਮ ਤੇਰੇ ਹਨ। ਕਰਮ ਪੇੜ ਮਨੇ ਤੇਰੀ ਜਿਹੜੀ ਪੇੜ ਜਿਹੜਾ ਹੈ ਤੇਰਾ, ਨੀਂਹ ਜਿਹੜੀ ਹੈ ਤੇਰੀ ਪੇੜ ਦੀ, ਸਾਖਾਂ ਜਿਹੜੀਆਂ ਅੰਦਰਲੀਆਂ ਜਿਹੜੀਆਂ ਨੀਹਾਂ ਹਨ ਤੇਰੀਆਂ, ਉਹ ਸ਼ੁਭ ਕਰਮਾਂ ਦੀਆਂ ਹੋਣਗੀਆਂ, ਉਹ ਗੁੱਡ ਡੀਡਸ ਦੀਆਂ ਹੋਣਗੀਆਂ, ਓਨੈਸਟੀ ਵਾਲਾ ਜੀਵਨ ਹੋਏਗਾ ਤੇਰਾ। ਕਰਮ ਪੇੜ, ਤੇ ਜਿਹੜੀਆਂ ਤੇਰੀਆਂ ਸਾਖਾਂ ਜਿਹੜੀਆਂ ਹਨ, ਟਹਿਣੀਆਂ ਜਿਹੜੀਆਂ ਹਨ ਤੇਰੀਆਂ ਇਸ ਵ੍ਰਿਖ ਦੀਆਂ, ਉਹ ਨਾਮ ਦੀਆਂ ਹੋਣਗੀਆਂ, ਹਰੀ ਪ੍ਰਮਾਤਮਾ ਦੇ ਪਿਆਰ ਨਾਲ ਭਰਪੂਰ ਹੋਣਗੀਆਂ। ਕਰਮ ਪੇੜ, ਤਨ ਜਿਹੜਾ ਹੈ ਉਹ ਸ਼ੁਭ ਕਰਮਾਂ ਦਾ ਹੋਏਗਾ, ਤੇ ਸਾਖਾਂ ਜਿਹੜੀਆਂ ਹਨ ਉਹ ਹਰੀ ਪ੍ਰੇਮ ਦੇ ਨਾਲ ਭਰਪੂਰ ਹੋਣਗੀਆਂ ਤੇਰੀਆਂ। ਤੇ ਜਿਹੜੇ ਤੇਰੇ ਇਸ ਦਰਖਤ ਨੂੰ ਜਿਹੜੇ ਫੁੱਲ ਲੱਗਣਗੇ, ਜਿਹੜੇ ਉਹ ਫੁੱਲ ਧਰਮ ਦੇ ਹੋਣਗੇ, ਉਹ ਫੁੱਲ ਰਾਈਟੀਅਸਨੈਸ ਦੇ ਹੋਣਗੇ, ਉਹਨਾਂ ਫੁੱਲਾਂ ਵਿੱਚ ਬੇਈਮਾਨੀ ਨਹੀਂ ਹੋਏਗੀ, ਉਹ ਫੁੱਲ ਦੂਸਰਿਆਂ ਨੂੰ ਆਕਰਸ਼ਿਤ ਕਰਨਗੇ। ਕਰਮ ਪੇੜ ਸਾਖਾ ਹਰੀ ਧਰਮ ਫੁੱਲ, ਤੇ ਜਿਹੜਾ ਫਲ ਲੱਗੇਗਾ ਉਹਨਾਂ ਨੂੰ, ਉਹ ਗਿਆਨ ਰੂਪੀ ਪ੍ਰਮਾਤਮਾ ਦਾ ਗਿਆਨ ਰੂਪੀ ਫਲ ਲੱਗੇਗਾ ਉਹਨਾਂ ਨੂੰ। ਇਹੋ ਜਿਹਾ ਜੀਵਨ ਤੇਰਾ ਹੋ ਜਾਏਗਾ ਗੁਰਮੁਖ ਜਨ, ਜੇ ਤੂੰ ਇਸ ਗੱਲ ਦੇ ਉੱਤੇ ਫੋਕਸ ਕਰੇਗਾ ਕਿ ਪਰਫੜ ਚਿਤ ਸਮਾਲ ਸੋਏ, ਸਦਾ ਸਦਾ ਗੋਬਿੰਦ ਵਾਲੀ ਹਾਲਤ ਵਿੱਚ ਜਾਏਗਾ, ਜੇ ਹੋਮੇ ਮਾਰ ਵਿਚਾਰ ਮਨ ਗੁਣ ਵਿੱਚ ਗੁਣ ਲੈ ਸਾਰ ਵਾਲੀ ਹਾਲਤ ਵਿੱਚ ਜਾਏਗਾ, ਤੇ ਫਿਰ ਕਰਮ ਭੇਡ ਸਾਖਾ ਹਰੀ ਧਰਮ ਫੁੱਲ ਫਲ ਗਿਆਨ ਵਾਲੀ ਅਵਸਥਾ ਤੈਨੂੰ ਪ੍ਰਾਪਤ ਹੋ ਜਾਏਗੀ। ਤੈਨੂੰ ਇਤਨਾ ਹੀ ਨਹੀਂ, ਅੱਗੇ ਦੇਖੋ ਕਿਤਨੀਆਂ ਪਾਵਰਫੁਲ ਲਾਈਨਸ ਹਨ, ਪਤ ਪ੍ਰਾਪਤ ਛਾਂਵ ਕਣੀ, ਤੇ ਜਿਹੜੇ ਪੱਤੇ ਜਿਹੜੇ ਲੱਗਣਗੇ, ਇਹਨਾਂ ਨੂੰ ਪ੍ਰਾਪਤੀ ਦੇ ਪੱਤੇ ਲੱਗਣਗੇ। ਫਿਰ ਇਹ ਨਾਮ ਦੀ ਪ੍ਰਾਪਤੀ ਦੇ ਪੱਤੇ ਲੱਗਣਗੇ। ਤੇਰਾ ਆਵਾਗਮਨ ਮਿਟ ਜਾਏਗਾ, ਤੇਰਾ ਆਣਾ ਜਾਣਾ ਮੁੱਕ ਜਾਏਗਾ, ਤੂੰ ਇੱਕ ਪ੍ਰਮਾਤਮਾ ਦੇ ਨਾਲ ਲੀਨ ਹੋ ਜਾਏਗਾ। ਤੇ ਇਹ ਕਰਮ ਪੇੜ ਸਾਖਾ ਹਰੀ ਧਰਮ ਫੁੱਲ ਫਲ ਗਿਆਨ ਵਾਲਾ ਜਿਹੜੀ ਸਿਮਲੀ ਖਿੱਚੀ ਨੇ ਇੱਥੇ, ਪੱਤ ਜਿਹੜੀ ਪ੍ਰਾਪਤੀ ਦੇ ਲੱਗਣਗੇ, ਇਹੋ ਜਿਹੇ ਪੱਤ ਪ੍ਰਾਪਤੀ ਦੇ ਲੱਗਣਗੇ ਕਿ ਇਸ ਪੇੜ ਦੀ ਛਾਂ ਬੜੀ ਘਣੀ ਹੋ ਜਾਏਗੀ। ਇਹਦੀ ਛਾਂ ਜਿਹੜੀ ਹੈ ਇਤਨੀ ਘਣੀ ਹੋ ਜਾਏਗੀ ਕਿ ਦੂਸਰੇ ਆ ਕੇ ਇਸੇ ਛਾਂ ਵਿੱਚ ਆ ਕੇ ਆਨੰਦ ਮਾਣਨਗੇ, ਦੂਸਰੇ ਇਸ ਛਾਂ ਦੇ ਅੰਦਰ ਥੱਲੇ ਬੈਠਣਗੇ, ਦੂਸਰਿਆਂ ਨੂੰ ਇਸ ਛਾਂ ਵਿੱਚੋਂ ਉਸ ਧਰਮ ਰੂਪੀ ਫਲ ਤੇ ਫਲ ਰੂਪੀ ਗਿਆਨ ਤੇ ਸਾਖਾ ਰੂਪੀ ਹਰੀ ਤੇ ਕਰਮ ਰੂਪੀ ਭੇਡ ਤੇ ਪਤ ਰੂਪੀ ਪ੍ਰਾਪਤ ਦੀ ਛਾਂ ਉਹਨਾਂ ਨੂੰ ਵੀ ਪ੍ਰਾਪਤ ਹੋਏਗੀ। ਖਾਲੀ ਤੈਨੂੰ ਹੀ ਨਹੀਂ ਫਲ ਲੱਗਣਗੇ, ਜਿਹੜੇ ਇਸ ਫਲ ਦੇ ਥੱਲੇ, ਜਿਹੜੇ ਇਸ ਦਰਖਤ ਦੇ ਥੱਲੇ ਆਣਗੇ, ਉਹਨਾਂ ਨੂੰ ਉਸ ਠੰਡੀ ਛਾਂ ਦਾ ਆਨੰਦ ਆਏਗਾ। ਤੇ ਇਸ ਛਾਂ ਦੇ ਆਣ ਨਾਲ ਉਹਨਾਂ ਦਾ ਵੀ ਚੁੱਕਾ ਮਨ ਅਭਿਮਾਨ, ਉਹਨਾਂ ਦੇ ਮਨ ਵਿੱਚੋਂ ਵੀ ਸਾਰੇ ਉਸ ਹੋਂਦ ਦੀ ਅਭਿਮਾਨ ਦੀ ਫੀਲਿੰਗ ਸਾਰੀ ਚਲੀ ਜਾਏਗੀ। ਜੇ ਤੂੰ ਇਸ ਬਸੰਤ ਦੀ ਰੁੱਤ ਵਿੱਚ, ਜੇ ਸਦਾ ਬਸੰਤ ਦੇ ਵਿੱਚ ਰਹਿਣਾ ਹੈ, ਤੂੰ ਜੇ ਸੱਚੀ ਮੁਬਾਰਕੀ ਬਸੰਤ ਦੀ ਲੈਣੀ ਹੈ, ਚੜਿਆ ਸਦਾ ਬਸੰਤ, ਤੇ ਫਿਰ ਕਰਮ ਪੇੜ ਸਾਖਾ ਹਰੀ ਧਰਮ ਫੁੱਲ ਫਲ ਗਿਆਨ ਵਾਲੀ ਅਵਸਥਾ ਆਪਣੇ ਮਨ ਵਿੱਚ ਕਾਇਮ ਕਰ। ਪਤ ਪ੍ਰਾਪਤ ਛਾਂਵ ਕੜੀ ਚੁੱਕਾ ਮਨ ਅਭਿਮਾਨ, ਤੇ ਫਿਰ ਤੇਰੀ ਅਵਸਥਾ ਇਹ ਬਣ ਜਾਏਗੀ, ਤੈਨੂੰ ਜੀਵਨ ਹਜ਼ੂਰੀ ਵਾਲਾ ਜੀਵਨ ਮਿਲ ਜਾਏਗਾ। ਤੈਨੂੰ ਹਰ ਵਕਤ ਤੈਨੂੰ ਪ੍ਰਮਾਤਮਾ ਅੰਗ ਸੰਗ ਸਹਾਈ ਹੋਏਗਾ ਤੇਰੇ। ਫਿਰ ਅੱਖੀ ਕੁਦਰਤ ਤੇ ਕੰਨੀ ਬਾਣੀ ਵਾਲੀ ਅਵਸਥਾ ਪ੍ਰਾਪਤ ਹੋ ਜਾਏਗੀ ਤੈਨੂੰ। ਅੱਖੀ ਕੁਦਰਤ, ਅੱਖਾਂ ਨਾਲ ਕੁਦਰਤ ਦੇ ਤੱਤੇ ਨੂੰ ਸਿਹਾਰੀ ਹੈ, ਅੱਖਾਂ ਨਾਲ, ਇਸਾਂ ਅੱਖਾਂ ਨਾਲ ਕੁਦਰਤ ਵਿੱਚੋਂ ਪ੍ਰਮਾਤਮਾ ਦੇ ਦਰਸ਼ਨ ਹੋਣਗੇ ਤੈਨੂੰ। ਉਹਨਾਂ ਫਲ ਫੁੱਲ ਵਿੱਚੋਂ ਤੈਨੂੰ ਉਸ ਬਸੰਤ ਰੁੱਤ ਵਿੱਚੋਂ ਪ੍ਰਮਾਤਮਾ ਦੇ
ਦਰਸ਼ਨ ਹੋਣਗੇ ਤੁਹਾਨੂੰ। ਅੱਖੀ ਕੁਦਰਤ ਤੇ ਕੰਨੀ ਬਾਣੀ ਤੇ ਉਹਨਾਂ ਚਿੜੀਆਂ ਦੀ ਚਹਾੜ ਦੇ ਵਿੱਚੋਂ ਉਹਨਾਂ ਉਸ ਬਸੰਤ ਦੀ ਜਿਹੜੀ ਆਵਾਜ਼ ਜਿਹੜੀ ਹੈ, ਜਿਹੜੀ ਆਪਣੀ ਬਸੰਤ ਦੀ ਜਿਹੜੀ ਸਵੇਰੇ ਜਿਹੜੀ ਆਵਾਜ਼ ਜਿਹੜੀ ਹੈ ਉਸ ਸਪਰਿੰਗ ਦੀ, ਉਹਨਾਂ ਕੰਨੀ ਬਾਣੀ, ਉਸ ਪ੍ਰਮਾਤਮਾ ਦੀ ਬਾਣੀ ਇਹਨਾਂ ਕੰਨਾਂ ਨਾਲ ਤੈਨੂੰ ਸੁਣਾਈ ਦੇਗੀ। ਇਹਨਾਂ ਅੱਖਾਂ ਨਾਲ ਉਸ ਕੁਦਰਤ ਦੁਆਰਾ ਤੂੰ ਪ੍ਰਮਾਤਮਾ ਦੇ ਦਰਸ਼ਨ ਤੇ ਨੇੜੇ ਆ ਜਾਏਗਾ। ਤੇ ਮੁਖ ਆਖਣ ਸਚ ਨਾਮ, ਤੇ ਤੇਰੇ ਮੂੰਹੋਂ ਉਸ ਪ੍ਰਮਾਤਮਾ ਦੀ ਸੱਚੀ ਸਿਫਤ ਸਲਾਹ ਨਿਕਲੇਗੀ। ਤੇਰੇ ਪ੍ਰਮਾਤਮਾ ਨਾਲ ਬਣ ਆਏਗੀ ਤੇ ਉਸ ਪ੍ਰਮਾਤਮਾ ਦੇ ਤੇਰੇ ਮੂੰਹ ਵਿੱਚੋਂ ਉਹਦੀ ਸਿਫਤ ਸਲਾਹ ਦੇ ਗੁਣ ਨਿਕਲਣਗੇ, ਉਸ ਸਿਫਤ ਸਲਾਹ ਦੀ ਬਾਣੀ ਨਿਕਲੇਗੀ। ਤੇ ਤੇਰਾ ਜਿਹੜਾ ਜਿਸ ਆਣ ਦਾ ਇੱਥੇ ਜਿਹੜਾ ਮਕਸਦ ਸੀ ਤੇਰਾ, ਉਹ ਪੂਰਾ ਹੋ ਜਾਏਗਾ। ਪਤ ਕਾ ਧਨ ਪੂਰਾ ਹੁਆ। ਪਤ ਕਾ ਧਨ ਪੂਰਾ ਹੁਆ, ਮਤਲਬ ਇੱਜ਼ਤ ਦਾ ਧਨ ਜਿਹੜਾ ਤੈਨੂੰ ਪ੍ਰਮਾਤਮਾ ਰੂਪੀ ਮਿਲਿਆ ਸੀ, ਇਹ ਪੂਰਾ ਹੋ ਜਾਏਗਾ। ਤੇ ਹੁਣ ਤੈਨੂੰ ਲਾਗਾ ਸਹਿਜ ਧਿਆਨ, ਤੇ ਤੇਰੇ ਅੰਦਰ ਪ੍ਰਮਾਤਮਾ ਦਾ ਧਿਆਨ ਜਿਹੜਾ ਵੈ ਉਹ ਇੱਕ ਨੈਚੁਰਲ ਰੂਪ ਵਿੱਚ ਲੱਗ ਜਾਏਗਾ। ਸਹਿਜ ਲਾਗਾ ਸਹਿਜ ਧਿਆਨ, ਸਹਿਜ ਰੂਪ ਵਿੱਚ ਧਿਆਨ ਤੇਰਾ ਚਲਾ ਜਾਏਗਾ। ਤੈਨੂੰ ਕਿਸੇ ਨੂੰ ਕਹਿਣਾ ਨਹੀਂ ਪਵੇਗਾ। ਤੈਨੂੰ ਤੇਰੇ ਆਪ ਆਪਣੇ ਅੰਦਰ ਉਸ ਹਮੇਸ਼ਾ ਬਸੰਤ ਦੀ ਫੀਲਿੰਗ ਤੇਰੇ ਅੱਗੇ ਰਹੇਗੀ। ਤੇ ਅਗਲੀ ਲਾਈਨ ਵਿੱਚ ਵਾਰਨਿੰਗ ਵੀ ਹੈ ਕਿ ਮਹਾਰੁਤੀ ਆਵਣਾ ਤੇ ਵੇਖੋ ਕਰਮ ਕਮਾਏ। ਮਹਾਰੁਤੀ ਮਹਾ ਵੱਡੀ ਰੁੱਤ ਨੇ, ਬਸੰਤ ਵਾਲੀ ਰੁੱਤ ਨੂੰ ਮਹਾਰੁਤੀ ਕਿਹਾ ਨੇ। ਮਹਾਰੁਤੀ ਆਵਣਾ, ਇਹ ਤੇ ਮਹਾਰੁਤੀ ਨੇ ਆਵਣਾ ਹੀ ਆਵਣਾ ਹੈ। ਤੁਸੀਂ ਕਰੋ ਨਾ ਕਰੋ ਕੰਮ, ਪ੍ਰਮਾਤਮਾ ਦੇ ਹੁਕਮ ਨਾਲ ਸਪਰਿੰਗ ਆਣੀ ਆਣੀ ਹੈ। ਪ੍ਰਮਾਤਮਾ ਦੇ ਹੁਕਮ ਨਾਲ ਬਸੰਤ ਆਣਾ ਹੀ ਆਣਾ ਹੈ। ਮਹਾਰੁਤੀ ਆਵਣਾ, ਪਰ ਤੁਸੀਂ ਆਪਣੇ ਕਰਮਾਂ ਨੂੰ ਦੇਖੋ। ਵੇਖੋ ਕਰਮ ਕਮਾਏ, ਤੁਸੀਂ ਕਿਹੜੇ ਕਰਮ ਕਮਾ ਰਹੇ ਹੋ। ਬਸੰਤ ਨੇ ਤੇ ਹਮੇਸ਼ਾ ਆ ਕੇ ਚਲੇ ਜਾਣਾ, ਅਗਲੇ ਸਾਲ ਫਿਰ ਆ ਜਾਣਾ ਹੈ ਬਸੰਤ ਨੇ, ਪਰ ਤੁਸੀਂ ਕਿਹੜੇ ਕਰਮ ਕਮਾਏ ਹਨ। ਤੁਸੀਂ ਕੀ ਕੀਤਾ ਹੈ ਆਪਣੇ ਜੀਵਨ ਵਿੱਚ। ਤੁਸੀਂ ਨਾਮ ਦਾ ਬੀਜ ਬੋਇਆ ਹੈ ਕਿ ਨਹੀਂ ਬੋਇਆ। ਤੇ ਜੇ ਬੋਹੋਗੇ ਤੇ ਗੁਰੂ ਨਾਨਕ ਦੇਵ ਜੀ ਕਹਿੰਦੇ ਹਨ, ਨਾਨਕ ਹਰੇ ਨਾ ਸੁਕਹੀ, ਉਹ ਕਦੀ ਸੁੱਕਣਗੇ ਨਹੀਂ। ਉਹ ਬਸੰਤ ਦੀ ਰੁੱਤ ਆਉਣ ਦੀ ਵੇਟ ਨਹੀਂ ਕਰਨੀ ਪਏਗੀ ਤੁਹਾਨੂੰ। ਬਸੰਤ ਦੀਆਂ ਉਹ ਇਹਨਾਂ ਰੁੱਤਾਂ ਦੀ ਆਉਣ ਦੀ ਵੇਟ ਨਹੀਂ ਕਰਨੀ ਪਏਗੀ। ਇਹ ਜਿਹੜੇ ਸੁੱਕਾ ਹੋਇਆ ਜੀਵਨ ਸੀ ਪਹਿਲੇ ਵਿੰਟਰ ਵਾਲਾ, ਜਿਹਦੇ ਟਹਿਣੀਆਂ ਤੇ ਕੋਈ ਫੁੱਲ ਨਹੀਂ ਸਨ, ਹਰ ਚੀਜ਼ ਇੱਕ ਡਰਾਈਨੈਸ ਸੀ ਜਿਹੜੀ, ਉਹ ਸੁੱਕਿਆ ਹੋਇਆ ਜੀਵਨ ਤੇਰੇ ਜੀਵਨ ਚ ਨਹੀਂ ਆਏਗਾ। ਜੇ ਤੂੰ ਉੱਪਰਲੇ ਕਿਹੜੀ ਗੱਲਾਂ ਤੇ ਮੰਨੇਗਾ ਤੇ ਹਮੇਸ਼ਾ ਹਰਾ ਫਰਾ ਹੋ ਜਾਏਗਾ। ਨਾਨਕ ਹਰੇ ਨਾ ਸੁਕਹੀ, ਉਹ ਹਮੇਸ਼ਾ ਹਰੇ ਹਨ ਉਹਨਾਂ ਦੇ ਜੀਵਨ। ਜੇ ਗੁਰਮੁਖ ਰਿਹਾ ਸਮਾਏ, ਜੇ ਗੁਰੂ ਦੇ ਕਹਿਣੇ ਮੁਤਾਬਿਕ ਉਸ ਪ੍ਰਮਾਤਮਾ ਦੇ ਪਿਆਰ ਨੂੰ ਆਪਣੇ ਹਿਰਦੇ ਵਿੱਚ ਵਸਾਏਗਾ, ਜੇ ਗੁਰਮੁਖ ਵਾਲਾ ਜੀਵਨ ਬਿਤਾਏਗਾ, ਤੇ ਫਿਰ ਗੁਰੂ ਦੇ ਕਹਿਣੇ ਤੇ ਚੱਲੇਗਾ, ਗੁਰਬਾਣੀ ਨੂੰ ਆਪਣਾ ਜੀਵਨ ਆਧਾਰ ਬਣਾ ਕੇ ਆਪਣੇ ਜੀਵਨ ਦੇ ਅੰਦਰ ਪ੍ਰਮਾਤਮਾ ਦੇ ਨਾਮ ਫੈਲਾਏਗਾ ਅੰਦਰ, ਤੇ ਫਿਰ ਪਤ ਪ੍ਰਾਪਤ ਛਾਂਕਣੀ ਚੁਕਾ ਮਨ ਅਭਿਮਾਨ ਵਾਲੀ ਅਵਸਥਾ ਪ੍ਰਾਪਤ ਹੋਏਗੀ। ਅੱਖੀ ਕੁਦਰਤ ਕੰਨੀ ਬਾਣੀ, ਮੁਖ ਆਖਣ ਸੱਚ ਨਾਮ ਵਾਲੀ ਅਵਸਥਾ ਪ੍ਰਾਪਤ ਹੋਏਗੀ। ਪਤ ਕਾ ਧਨ ਪੂਰਾ ਹੁਆ, ਲਾਗਾ ਸਹਿਜ ਧਿਆਨ ਵਾਲੀ ਅਵਸਥਾ ਪ੍ਰਾਪਤ ਹੋਏਗੀ। ਤੇ ਨਹੀਂ ਤੇ ਫਿਰ ਮਹਾਰੁਤੀ ਆਵਣਾ, ਵੇਖੋ ਕਰਮ ਕਮਾਏ, ਨਾਨਕ ਹਰੇ ਨਾ ਸੁਕਈ। ਜੇ ਗੁਰਮੁਖ ਰਿਹਾ ਸਮਾਏ ਦੇ ਬਾਣੀ ਦੇ ਵਿੱਚ ਇਸ ਪਵਿੱਤਰ ਸ਼ਬਦ ਵੀ ਗੁਰੂ ਨਾਨਕ ਦੇਵ ਜੀ ਇੱਕ ਸਾਡੇ ਵਰਗੇ ਜੀਵਾਂ ਨੂੰ ਬਸੰਤ ਦੀ ਐਗਜ਼ਾਮਪਲ ਦੇ ਕੇ ਤੇ ਪ੍ਰੇਰਦੇ ਹਨ ਪ੍ਰਮਾਤਮਾ ਦੀ ਨਾਮ ਦੀ ਤਰਫ, ਪ੍ਰੇਰਦੇ ਹਨ ਉਸ ਪ੍ਰੇਮਾ ਭਗਤੀ ਦੀ ਤਰਫ, ਜਿਹਨੂੰ ਬਾਣੀ ਨੇ ਇਤਨਾ ਵੱਡਾ ਸਥਾਨ ਦਿੱਤਾ ਹੈ। ਤੇ ਇਹ ਸ਼ਬਦ ਆਮ ਰਾਗੀ ਗਾਉਂਦੇ ਹਨ ਬਸੰਤ ਵਿੱਚ, ਬਹੁਤ ਪਪੂਲਰ ਹੈ ਇਹ ਸ਼ਬਦ। ਪਹਿਲਾ ਸ਼ਬਦ ਜਿਹੜਾ ਹੈ ਅਸੀਂ ਵੀ ਸਿੱਖਿਆ ਹੋਇਆ, ਅਸੀਂ ਵੀ ਗਾਉਂਦੇ ਹਾਂ। ਤੇ ਅਗਰ ਕਿਸੇ ਨੂੰ ਕੋਈ ਕੁਐਸਚਨ ਹੋਵੇ ਇਸ ਸ਼ਬਦ ਬਾਰੇ, I just want to share this। ਮੈਂ ਕਿਹਾ ਬਸੰਤ ਚੱਲਿਆ ਹੈ ਤੇ ਇੱਕ ਬਸੰਤ ਦੀ ਜਿਹੜੀ ਅਗਲੇ ਹਫਤੇ ਮੈਂ ਟਰਾਈ ਕਰਾਂਗਾ ਬਸੰਤ ਕੀ ਵਾਰ ਦੀਆਂ 3 ਜਿਹੜੀਆਂ ਪੌੜੀਆਂ ਜਿਹੜੀਆਂ ਹਨ ਉਹਨਾਂ ਬਾਰੇ ਗੱਲ ਕਰਨ ਦੀ, ਕਿਉਂਕਿ ਉਹ ਵਾਰ ਵੀ ਗਾਉਂਦੇ ਹਾਂ ਹਮੇਸ਼ਾ। ਪੌੜੀ ਬਸੰਤ ਦੀ ਲਗਾਈ ਜਾਂਦੀ ਹੈ ਹਰ ਕੀਰਤਨ ਚੌਂਕੀ ਦੇ ਵਿੱਚ। ਬਸੰਤ ਕੀ ਵਾਰ ਦੀ ਪੌੜੀਆਂ ਗਾਉਣ ਦਾ ਹੁਕਮ ਹੈ। ਸੋ ਆਸਾ ਦੀ ਵਾਰ ਦੀ ਚੌਂਕੀ ਦੇ ਵਿੱਚ ਵੀ ਵੱਡੇ ਰਾਗੀ ਜਿਹੜੇ ਉਹ ਹਮੇਸ਼ਾ ਬਸੰਤ ਕੀ ਵਾਰ ਦੀਆਂ ਉਹ 3 ਪੌੜੀਆਂ ਦਾ ਗਾਇਨ ਕਰਦੇ ਹਨ। ਤੇ ਵੈਸੇ ਹਰ ਕੀਰਤਨ ਚੌਂਕੀ ਵਿੱਚ, ਚਾਹੇ ਸਵੇਰ ਦੀ ਹੋਵੇ ਜਾਂ ਸ਼ਾਮ ਦੀ ਹੋਵੇ, ਇਹਨਾਂ ਦਿਨਾਂ ਦੇ ਵਿੱਚ ਬਸੰਤ ਦਾ ਇੱਕ ਰੀਤ ਜ਼ਰੂਰ ਗਾਉਣ ਦੀ, ਤੇ ਬਸੰਤ ਦੀਆਂ ਬਸੰਤ ਕੀ ਵਾਰ ਵਿੱਚੋਂ ਇਹਨਾਂ 3 ਪੌੜੀਆਂ ਦਾ ਗਾਇਨ ਜਿਹੜਾ ਹੈ ਉਹ ਕਰਨ ਦਾ ਹੁਕਮ ਹੈ। ਤੇ ਇਹ ਬਸੰਤ ਦਾ ਸ਼ਬਦ ਜਿਹੜਾ ਹੈ, ਪਹਿਲਾ ਬਸੰਤ ਦਾ ਸ਼ਬਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਦਰਜ ਹੈ। ਹਾਂਜੀ, I'm going to stop here for a second and see if somebody has any questions
और कोई चीज ना समझ आई होवे या कोई कमेंट देना होवे ते I'm just going to wait here and see if somebody has anybody to say anything, you know. ਵੀਰ ਜੀ ਇਹ ਬਹੁਤ ਹੀ ਬਿਊਟੀਫੁਲ ਹੈ, ਬਸ ਇੰਨਾ ਦੱਸ ਦਿਓ ਕਿ ਕਿਹੜੇ ਅੰਗ ਵਿੱਚ ਹੈਗਾ। 1168 1108। ਅੱਛਾ ਠੀਕ ਹੈ, ਥੈਂਕ ਯੂ। 68 जी 68 ਹਾਂਜੀ ਹਾਂਜੀ ਸਮਝ ਆ ਗਈ। 1168 ਹੈ ਵੀਰ ਜੀ। ਹਾਂਜੀ ਹਾਂਜੀ। and somebody can ਕਮਲ ਜੀ ਤੁਸੀਂ ਪਾ ਦਿਓ ਉਹਦੇ ਚੈਟ ਗਰੁੱਪ, ਤੁਸੀਂ ਪਾ ਦੇਣਾ ਜੇ ਤੁਹਾਨੂੰ ਟਾਈਮ ਮਿਲੇ ਤੇ। ਵੀਰ ਜੀ ਅੱਜ ਸਵੇਰੇ ਗਿਆਨੀ ਜੀ ਕਹਿ ਰਹੇ ਸਨ ਕਿ ਰਾਮਕਲੀ ਦੀ ਨਾ ਬਸੰਤ ਦੀ ਵਾਰ ਤੇ ਸੁਖਮਨੀ ਸਾਹਿਬ ਦਾ ਪਾਠ ਕਰਨਾ ਇੱਕ ਬਰਾਬਰ ਹੈ। ਇਹੋ ਜੀ ਗੱਲ ਕਿਉਂ ਕਹਿ ਦਿੰਦੇ ਨੇ? ਕੰਪੇਅਰ ਕਿਉਂ ਕਰਦੇ? ਬਾਣੀ ਸਾਰੀ ਹੀ ਇੰਪੋਰਟੈਂਟ ਹੈ, ਯੂ نو। ਆਈ ਮੀਨ ਮੈਂ ਉਹਨਾਂ ਚੱਕਰਾਂ 'ਚ ਨਹੀਂ ਪੈਣਾ ਕੌਣ ਕਿਹਦੀ ਇੰਪੋਰਟੈਂਸ ਹੈ। ਮੇਰੇ ਵਾਸਤੇ ਸਾਰੇ ਇੰਪੋਰਟੈਂਟ ਹਨ। ਤੁਹਾਨੂੰ ਪ੍ਰਮਾਤਮਾ ਚੇਤੇ ਆਏ ਤੇ ਤੁਹਾਡੇ ਅੰਦਰ ਲੋਹ ਲੱਗੇ ਫੂਲਾ ਵੀਰ ਜੀ, ਕਿ ਤੁਹਾਡੇ ਅੰਦਰ ਮਨ ਤੁਹਾਡਾ ਕਰੇ ਉਸ ਨਾਲ ਜੁੜਨ ਨਾਲ। ਸੁਖਮਨੀ ਦਾ ਆਪਣੀ ਇੰਪੋਰਟੈਂਸ ਹੈ, ਬਸੰਤ ਕੀ ਵਾਰ ਦੀ ਆਪਣੀ ਇੰਪੋਰਟੈਂਸ ਹੈ, ਯੂ نو। ਉਹਨਾਂ ਚੱਕਰਾਂ 'ਚ ਨਹੀਂ ਪੈਣਾ ਹੈ ਕਿ ਨਹੀਂ ਹੈ। ਹੋਣਗੇ ਤੇ ਠੀਕ ਗੱਲ ਹੈ, ਜੇ ਦੋਨਾਂ ਨਾਲ ਹੋ ਗਏ ਤੇ ਠੀਕ ਹੈ। ਅਸੀਂ ਆਪਣੇ ਕੰਮ ਨਾਲ ਮਤਲਬ ਰੱਖੋ ਕਿ ਤੁਹਾਡੇ ਅੰਦਰ ਬਸੰਤ ਦੀ ਰੋਹ ਜਿਹੜੀ ਹੈ, ਇਸ ਸਪ੍ਰਿੰਗ ਦੀ ਜਿਹੜੀ ਅਸਲੀ ਫੀਲਿੰਗ ਜਿਹੜੀ ਹੈ ਅੰਦਰ, ਤੇ ਇਹ 2.5 ਮਹੀਨੇ ਦੀ ਅਰਦਾਸ ਜਿਹੜੀ ਹੈ ਸਿੱਖ ਦੀ, ਜਿਹੜੀ ਰਾਗਾਂ ਦੇ ਥਰੂ ਅਸੀਂ ਗਾ ਕੇ ਇਸ ਨੂੰ ਕਰਦੇ ਹਾਂ, ਇਸ ਨੂੰ ਕਿ ਮੇਰੇ ਅੰਦਰ ਉਹ ਲੋ ਬਸੰਤ ਦੀ, ਮੇਰੇ ਅੰਦਰ ਉਹ ਸ਼ਾਖਾ, ਮੇਰੇ ਅੰਦਰ ਵੀ ਪੇੜ ਜਿਹੜਾ ਹੈ ਉਹ ਸੱਚੇ ਕਰਮਾਂ ਦਾ ਅੰਦਰੋਂ ਮੇਰੀ ਤਨ ਮੇਰਾ ਬਣੇ ਤੇ ਫਲ ਦੇ ਗਿਆਨ, ਮੇਰੇ ਫਲ ਦੇ ਗਿਆਨ ਤੇ ਧਰਮ ਲੱਗਣ ਮੈਨੂੰ, ਤੇ ਮੇਰੇ ਅੰਦਰ ਵੀ ਪੱਤ ਜਿਹੜੀ ਹੈ ਪ੍ਰਾਪਤੀ ਦੇ ਪੱਤੇ ਲੱਗਣ ਮੈਨੂੰ। ਤੇ ਇਹ ਗੱਲ ਮੈਂ ਗੱਲ ਕਹਿ ਦਿਆਂ, ਇਹ ਗੱਲ ਸ਼ੁਭ ਦੀ ਉਹਨਾਂ ਨੂੰ ਹੀ ਹੈ। ਪ੍ਰਾਪਤੀ ਦੇ ਪੱਤੇ ਉਹਨਾਂ ਦੇ ਲੱਗਦੇ ਹਨ ਜਿਨ੍ਹਾਂ ਦੀ ਛਾਂਵ ਕੜੀ ਹੁੰਦੀ ਹੈ, ਜਿਨ੍ਹਾਂ ਦੇ ਨੇੜੇ ਆਇਆ ਉਸ ਪ੍ਰਮਾਤਮਾ ਦੇ ਪਿਆਰ ਦੀ ਇੱਕ ਜਿਹੜੀ ਰੋਹ ਜਿਹੜੀ ਹੈ, ਜਿਹੜੀ ਨਿਗ ਜਿਹੜੀ ਹੈ ਮਹਿਸੂਸ ਹੋਵੇ, ਉਹਦੀ ਛਾਂਵ ਕੜੀ ਹੁੰਦੀ ਹੈ। ਉਹ ਛਾਂਵ ਤੁਸੀਂ ਪ੍ਰਾਪਤ ਕਰੋ। ਗੋਲ ਹੈ ਮੇਰਾ ਇਹ। ਤੇ ਬਸੰਤ ਕੀ ਵਾਰ ਦੀ ਆਪਣੀ ਇੰਪੋਰਟੈਂਸ ਹੈ। ਨੈਕਸਟ ਵੀਕ ਆਲ ਟਰਾਈ ਟੂ, ਯੂ نو, ਮੈਂ ਸਾਰਾ ਸੈਸ਼ਨ ਨਹੀਂ ਲਾਣਾ ਚਾਹੁੰਦਾ ਸੀ ਬਸੰਤ ਦੀ ਉੱਤੇ, but I hope you enjoyed the shabad, you know. I think it's a very powerful shabad ਬਸੰਤ। ਹਾਂਜੀ ਸਮਝ ਲੱਗ ਗਈ ਹੈ ਕਿ ਇਹ ਅਰਦਾਸ ਸੀਗੀ ਕਿ ਸ਼ੁਰੂ ਤਾਂ ਜਨਵਰੀ ਤੋਂ ਹੁੰਦਾ ਹੈ, ਸੋ ਉਦੋਂ ਤੋਂ ਅਰਦਾਸ ਕਰ ਰਹੇ ਸੀ ਵੀ ਚੰਗੀ ਬਸੰਤ ਆਵੇ। ਬਸ ਚੰਗੀ ਬਸੰਤ ਆਵੇ, ਸਾਡੇ ਅੰਦਰਲੀ ਬਸੰਤ ਬਣੇ ਸਾਡੇ ਅੰਦਰ। ਬਸੰਤ ਤੇ ਆਏਗੀ ਚੰਗੀ, ਉਹ ਤੇ ਸਾਡੇ ਹੱਥ ਵਿੱਚ ਨਹੀਂ, ਉਹ ਪ੍ਰਮਾਤਮਾ ਦੇ ਹੱਥ ਵਿੱਚ ਹੈ ਨੇਚਰ ਸਾਰੀ। ਫੁੱਲਾਂ ਨੇ ਤੇ ਆਣਾ ਹੀ ਆਣਾ ਹੈ, ਰੋਜ਼ਸ ਨੇ ਖਿਲਣਾ ਹੀ ਖਿਲਣਾ ਹੈ, ਉਹਨਾਂ ਵਿੱਚ ਖੁਸ਼ਬੂ ਆਣੀ ਹੈ, ਉਹਦੇ ਵਿੱਚ ਭੌਰਿਆਂ ਨੇ ਆਣਾ ਹੀ ਆਣਾ ਹੈ, ਚਿੜੀਆਂ ਨੇ ਸਵੇਰੇ ਚਿੜਕ ਮਾਰਨੀ ਹੈ। ਉਹ ਤੁਹਾਡੇ ਹੱਥ, ਉਹ ਪ੍ਰਮਾਤਮਾ ਕਰਨ ਵਾਲਾ ਹੈ। ਪਰ ਤੁਹਾਡੇ ਅੰਦਰ ਬਸੰਤ ਦੀ ਖੁਸ਼ਬੂ ਆਈ ਕਿ ਨਹੀਂ ਆਈ, ਤੁਹਾਡੇ ਅੰਦਰ ਉਸ ਪ੍ਰਮਾਤਮਾ ਦੀ ਨਾਮ ਦੀ ਖੁਸ਼ਬੂ ਤੁਹਾਡੇ ਅੰਦਰ ਪ੍ਰਕਟ ਹੋਈ ਹੈ ਕਿ ਨਹੀਂ ਹੋਈ, ਉਹਦੇ ਉੱਤੇ ਫੋਕਸ ਹੈ ਸਾਰਾ, ਯੂ نو, ਸਾਰੀ ਬਾਣੀ ਦਾ। ਔਰ ਜਿਤਨੇ ਬਸੰਤ ਦੇ ਮੈਕਸਿਮਮ ਸ਼ਬਦ, ਸਾਰੇ ਤੇ ਨਹੀਂ ਪਰ ਬਹੁਤ ਸ਼ਬਦ ਇਹੋ ਜਿਹੇ ਹਨ ਜਿਹੜੇ ਇਸ ਟਾਪਿਕ ਦੇ ਉੱਤੇ ਫੋਕਸਡ ਹਨ। ਸਾਰੀਆਂ ਉਹਨਾਂ ਐਗਜ਼ਾਮਪਲ ਤੋਂ ਲੈ ਕੇ ਉੱਥੋਂ ਕੱਢਣਗੇ ਸਾਰਾ, ਯੂ نو। ਸੋ ਯੂ نو, ਕਬੀਰ ਸਾਹਿਬ ਦਾ ਸ਼ਬਦ ਜਿਹੜਾ, ਬਾਕੀ ਕਿੰਨੇ ਹੋਰ ਸ਼ਬਦ ਪੜ੍ਹਦੇ ਨੇ, ਜਿਹੜਾ ਸਾਰਾ ਜਿਹੜਾ ਮੋਲੀ ਧਰਤੀ ਮੋਲਿਆ ਆਕਾਸ਼, ਉਹਦੇ ਵਿੱਚ ਧਰਤੀ ਮੋਲੀ ਹੈ, ਮਨੇ ਮੋਲ ਪਈ ਹੈ, ਮਨੇ ਪ੍ਰਫੁੱਲਿਤ ਹੋ ਗਈ ਹੈ ਧਰਤੀ, ਉਹਦੇ ਵਿੱਚੋਂ ਫਲ ਸਭ ਫੁੱਟ ਆਏ ਹਨ। ਤੇ ਮੇਰੇ ਅੰਦਰ ਵੀ ਮੋਲੇ ਹੋਣ, ਮੇਰੇ ਅੰਦਰ ਕਿਉਂ ਨਹੀਂ ਮੋਲਦਾ ਤੂੰ, ਮੇਰੇ ਅੰਦਰ ਵੀ ਮੋਲ, ਮੇਰੇ ਅੰਦਰ ਵੀ ਫੁੱਟ ਫਟ। ਤੇ ਜਿਹਦੇ ਅੰਦਰ ਮੋਲਦਾ ਹੈ ਪ੍ਰਮਾਤਮਾ, ਫਿਰ ਉਹਨੂੰ ਫਿਰ ਪਤ ਪ੍ਰਾਪਤੀ ਛਾਂਵ ਕੜੀ ਦੀ, ਉਹ ਫਿਰ ਪਤਾ ਲੱਗ ਜਾਂਦਾ ਇਹਨੂੰ ਪੱਤ ਦੀ ਨੂੰ ਪ੍ਰਾਪਤੀ ਦੇ ਪੱਤ ਲੱਗ ਗਏ ਹਨ, ਕਿਉਂਕਿ ਉਹਦੀ ਛਾਂਵ ਕੜੀ ਹੋ ਜਾਂਦੀ ਹੈ। ਉਹਦੇ ਨੇੜੇ ਆਇਆ ਉਸ ਬਾਣੀ ਦੀ ਖੁਸ਼ਬੂ ਤੁਹਾਨੂੰ ਮਹਿਸੂਸ ਹੁੰਦੀ ਹੈ, ਉਸ ਚੀਜ਼ ਦੇ ਨੇੜੇ ਆਇਆ। ਸੋ ਇਹ ਛਾਂਵ ਉਹਦੀ ਕੜੀ ਹੈ। Veer ji, can we request Bhai Kultar Singh ji to teach us one Shabad in Basant Rag? He has actually taught us several Shabads in Basant. I purposely try to not to. Basant is a difficult rag, Komal ji. It's not one of the rags, unfortunately. I think it's difficult to teach Basant online. Maybe agli bari Washington avanga te maybe we'll attempt a Shabad in person, you know, to learn. Okay. It's
it's not, it takes a lot of requirement कि काफी अंदरों थोड़े स्ट्रॉन्ग होवे नॉलेज नहीं अगर स्ट्रॉन्ग होवन ते फिर बसंत ਨੂੰ ਅਟੈਂਪਟ ਕੀਤਾ ਜਾ ਸਕਦਾ ਹੈ। ਲਾਸਟ ਜਨਵਰੀ ਵਿਦ ਵਰਕਸ਼ਾਪ ਵਿੱਚ ਅਸੀਂ ਸ਼ਬਦ ਸਿੱਖਿਆ ਸੀ, ਉਹ ਵੀ ਬਸੰਤ ਮਹੱਲਾ ਪਹਿਲਾ ਸੀ, ਰੁਤੀ ਆਈ ਲੈ ਉਹ ਸ਼ਬਦ ਸਿੱਖਿਆ ਸੀ, ਬਟ ਬਾਅਦ ਵਿੱਚ ਜਦੋਂ ਅਸੀਂ ਪ੍ਰੈਕਟਿਸ ਕੀਤੀ ਤੇ ਸਾਨੂੰ ਉਹ ਖਾਇਆ, ਬੜੇ ਲੋਕਾਂ ਨੂੰ ਨਹੀਂ ਸਮਝ ਆਈ ਠੀਕ, ਯੂ نو। ਤੇ I feel ਕਿ this, yeah, some shabads are easier. Basant is unfortunately not one of your easiest ones to, the easiest nut to crack, you know. ਵੀਰ ਜੀ ਅਸੀਂ ਵੀ ਬਿਗਨਰਸ ਕਲਾਸ ਵਿੱਚ ਤੁਸੀਂ ਸਾਨੂੰ ਵੀ ਸਿਖਾਇਆ ਹੈ ਗ੍ਰਹਿ ਤਾਕੇ ਬਸੰਤ ਗਨੀ। ਉਹ ਬਸੰਤ ਬਹਾਰ ਵਿੱਚ ਹੈ ਸ਼ਬਦ। ਹਾਂ ਜੀ ਹਾਂ, ਉਹ ਅਸੀਂ ਸਿੱਖਿਆ। ਬਸੰਤ ਬਹਾਰ ਫਿਰ ਵੀ ਆਸਾਨ ਹੈ, maybe we can attempt that, you know। ਪਰ ਜਿਹੜਾ ਪਿਓਰ ਬਸੰਤ ਹੈ ਹਿੰਡੋਲ ਫਾਰਮ ਵਿੱਚ ਹੋਵੇ ਜਾਂ ਨਾਨ ਹਿੰਡੋਲ ਫਾਰਮ ਵਿੱਚ ਹੋਵੇ, ਉਹ ਥੋੜਾ ਜਿਹਾ ਮਿਹਨਤ ਕੋਮਲ ਜੀ ਮਿਹਨਤ ਲੱਗਦੀ ਹੈ ਜ਼ਿਆਦਾ ਉਹਦੇ ਚ, ਜਿਵੇਂ ਕਿ ਉਹਦੇ ਚ ਹਾਰਡ ਵਰਕ ਨੀਡਡ ਹੈ ਔਰ ਹੈਂਡ ਹੋਲਡਿੰਗ ਬੜੀ ਚਾਹੀਦੀ ਹੈ, ਯੂ نو। ਤੇ ਸੁਰਾਂ ਦੀ ਜਿਹੜੀਆਂ ਹੈਂਡ ਜਿਹੜੀਆਂ ਮਿਸ ਹੁੰਦੀਆਂ ਨੇ ਵਿਚਕਾਰ, ਯੂ نو। ਸੋ ਯਾ ਡੈਫੀਨਿਟਲੀ, ਯਾ। Anybody else has any question before we move on to Japji Wali? I'm going to talk about body number 5 now. I'm going to at least start discussing that body. Okay, quick question. I would just like to add what Dr. Saab is saying कि ਅਸੀਂ ਆਪਣੀ ਕੀਰਤਨ ਕਲਾਸ ਵਿੱਚ ਸ਼ੁੱਧ ਬਸੰਤ ਕੀਤਾ, which is easier to handle because it has all ਸ਼ੁੱਧ ਸਵਰ। ਤੇ ਪੂਰਬੀ ਥਾਟ ਬਸੰਤ ਜਿਹੜੀ ਤੁਸੀਂ ਦੱਸ ਰਹੇ ਹੋ ਉਹ ਡਿਫਿਕਲਟ ਹੈਗੀ, which will take a lot। ਵਾਲਾ ਬਸੰਤ, ਪੂਰਬੀ ਵਾਲਾ ਬਸੰਤ ਮੁਸ਼ਕਿਲ ਹੈ। ਬਿਲਾਵਲ ਥਾਟ ਵਾਲਾ ਜਿਹੜਾ ਬਸੰਤ ਜਿਹੜਾ ਹੈ, ਬਿਲਾਵਲ ਥਾਟ ਵਾਲਾ ਬਸੰਤ ਜਿਹੜਾ ਹੈ ਉਹ ਵੀ ਬੜਾ ਈਜ਼ੀ ਨਹੀਂ ਹੈ, ਪਰ ਫਿਰ ਵੀ ਈਜ਼ੀਅਰ ਹੈ। ਹਾਂਜੀ ਜੀ, ਬਟ ਪੂਰਬੀ ਥਾਟ would be the tougher to handle। ਕਲਿਆਣ ਜਿਹੜਾ ਪੁਰਾਤਨ ਜਿਹੜੇ ਬਸੰਤ ਜਿਹੜਾ ਗਾਉਂਦੇ ਨੇ ਉਹ ਕਲਿਆਣ ਥਾਟ ਵਾਲਾ ਬਸੰਤ ਹੈ ਜਿਹੜਾ ਅਸੀਂ ਜ਼ਿਆਦਾ ਗਾਉਂਦੇ ਆ। ਜਿਹੜਾ ਐਕਚੁਅਲੀ ਦੋ ਰਾਗੀ ਹਨ ਜਿਹੜੇ ਦਿੱਲੀ ਬੰਗਲਾ ਸਾਹਿਬ ਕੀਰਤਨ ਕਰਦੇ ਨੇ, ਜਿਹੜੇ ਹਰਮੀ ਕਲਿਆਣ ਥਾਟ ਦੇ ਬਸੰਤ, ਉਹ ਸਭ ਤੋਂ ਔਖਾ ਹੈ ਗਾਣਾ, ਪੂਰਬੀ ਥਾਟ ਨਾਲੋਂ ਜ਼ਿਆਦਾ ਡਿਫਿਕਲਟ ਹੈ। ਇੱਕ ਭਾਈ ਵੀਰ ਜੀ ਗਾਉਂਦੇ ਨੇ ਤੇ ਇੱਕ ਭਾਈ ਹਰਜੀਤ ਸਿੰਘ ਹੋਰੀ ਗਾਉਂਦੇ ਨੇ, ਉਹ ਗਾਉਂਦੇ ਹਨ ਕਲਿਆਣ ਠਾਠ ਵਾਲੀਆਂ ਬਸੰਤ ਦੀਆਂ ਬੜੀਆਂ ਰੀਤਾਂ, ਪਰ ਹੁਣ ਉਹ ਆਉਂਦੇ ਘੱਟ ਹਨ ਗਾਉਣ ਵਾਸਤੇ। ਜਦੋਂ ਆਉਣ ਤੇ ਮੈਂ ਪੂਰਾ ਸੁਣਦਾ ਹੁੰਦਾ, ਕਿਉਂਕਿ ਉਹ ਗਾਉਂਦੇ ਹਨ ਉਹ ਸਭ ਰੀਤਾਂ ਸਾਰੀਆਂ, ਹੁਣ ਸਾਰੇ ਗਾਉਂਦੇ ਵੀ ਨਹੀਂ, ਯੂ نو। So but definitely next time, you know, when we are, you know, Washington ਵਾਲੀ ਸੰਗਤ ਸੇ, next time when I'm there I'm going to make a point ਕਿ ਅਗਰ ਬਸੰਤ ਦਾ ਸੀਜ਼ਨ ਨਾ ਵੀ ਹੋਵੇ ਤੇ ਫਿਰ ਵੀ ਫਿਰ ਸਟਰਗਲ ਤੇ ਹੋਏਗੀ, ਫਿਰ ਥੋੜਾ ਜਿਹਾ ਫਿਰ ਮਿਹਨਤ ਕਰਨੀ ਪਏਗੀ, ਫਿਰ ਮਿਹਨਤ ਬੇਕਾਰ ਨਹੀਂ ਹੋਏਗਾ। So ਹਾਂਜੀ, anybody else has any questions on the Shabad that we discussed though in Basant? ਨਹੀਂ ਤੇ I'm going to so we're going to switch gears now if nobody has any questions though to Japji again, you know। So Japji ਦੀਆਂ ਜਿਹੜੀਆਂ ਪਹਿਲੀਆਂ 4 ਪੌੜੀਆਂ ਵਿੱਚ ਜਿਹੜੀ ਡਿਸਕਸ਼ਨ ਆ ਚੁੱਕੀ ਹੈ, ਸਪੈਸ਼ਲੀ ਲਾਸਟ ਪੌੜੀ ਵਿੱਚ ਜਿਹੜੀ ਡਿਸਕਸ਼ਨ ਜਿਹੜੀ ਆਈ ਹੈ, ਉਹਦਾ ਮੂਲ ਜਿਹੜਾ ਭਾਵ ਇਹ ਹੈ ਕਿ ਕਰਨ ਕਰਾਉਣ ਵਾਲਾ ਪ੍ਰਮਾਤਮਾ ਹੈ, ਦੇਣ ਵਾਲਾ ਪ੍ਰਮਾਤਮਾ ਹੈ, ਤੁਸੀਂ ਉਸਨੂੰ ਕੁਝ ਦੇ ਨਹੀਂ ਸਕਦੇ। ਜੁਗਾ ਜੁਗਾਂਤਾ ਤੋਂ ਲੈਂਦੇ ਆ ਰਹੇ ਹੋ ਉਹਦੇ ਕੋਲੋਂ, ਜੇ ਦੇ ਸਕਦੇ ਹੋ ਇਹ ਦੇ ਸਕਦੇ ਹੋ ਕਿ ਉਹਦੀ ਖੁਸ਼ੀ ਪ੍ਰਾਪਤ ਕਰ ਸਕਦੇ ਹੋ, ਉਸ ਨਾਲ ਪਿਆਰ ਕਰ ਸਕਦੇ ਹੋ, ਉਹਦਾ ਪਿਆਰ ਲੈ ਸਕਦੇ ਹੋ। ਤੇ ਉਹਦਾ ਪਿਆਰ ਲੈਣ ਦਾ ਤਰੀਕਾ ਦੱਸਿਆ ਨੇ ਕਿ ਅੰਮ੍ਰਿਤ ਵੇਲਾ ਸਚਨਾ ਵਡਿਆਈ ਵਿਚਾਰ ਦਾ ਤਰੀਕਾ ਦੱਸਿਆ ਉਹਨਾਂ ਨੇ ਕਿ ਉਸਨੂੰ ਦੇ ਤੁਸੀਂ ਕੁਝ ਸਕਦੇ ਨਹੀਂ, ਥੈਂਕ ਯੂ ਤੁਸੀਂ ਭੇਜ ਨਹੀਂ ਸਕਦੇ, ਬਿਕਾਜ਼ ਤੁਸੀਂ ਕੁਝ ਉਹਨੂੰ ਵਾਪਸ ਦੇ ਨਹੀਂ ਸਕਦੇ, ਲੈਣ ਦੇਣ ਵਾਲਾ ਰਿਸ਼ਤਾ ਨਹੀਂ ਹੈ ਵਾਲਾ। ਤੁਸੀਂ ਉਹਦੇ ਅੱਗੇ ਉਹਦੇ ਗੁਣ ਗਾਇਨ ਕਰ ਸਕਦੇ ਹੋ, ਉਸਨੂੰ ਸਵੇਰੇ ਉੱਠ ਕੇ, ਅੰਮ੍ਰਿਤ ਵੇਲੇ ਉੱਠ ਕੇ, ਜਾਂ ਕਿਸੇ ਵੇਲੇ ਵੀ ਅਗਰ ਅੰਮ੍ਰਿਤ ਵੇਲਾ ਨਹੀਂ ਕਨਵੀਨੀਅੰਟ ਤੁਹਾਨੂੰ, ਅੱਜ ਕੱਲ ਮੈਂ ਆਲਵੇਜ਼ ਸੇ ਦੈਟ ਸਿਹਤ ਹੈ, ਲੋਕਾਂ ਦੇ ਕੰਮ ਹੈ, ਲੋਕਾਂ ਦੀਆਂ ਆਪਣੀਆਂ ਮਜਬੂਰੀਆਂ ਹਨ, ਕਈ ਨਹੀਂ ਹੋ ਸਕਦਾ ਸਵੇਰੇ, ਠੀਕ ਹੈ ਉਹ ਸਵੇਰੇ ਨਾ ਕਰੋ, ਕਿਸੇ ਵੇਲੇ ਵੀ ਕਰ ਲਵੋ, ਲੇਕਿਨ ਕੰਟੈਂਪਲੇਸ਼ਨ ਜ਼ਰੂਰ ਹੋਵੇ ਉਸਦੇ ਉੱਤੇ ਕਿ ਉਹਦੀਆਂ ਵਡਿਆਈਆਂ ਨੂੰ ਜਾਂ ਉਸਨੂੰ ਵਿਚਾਰੋ। ਉਹ ਬਾਣੀ ਦੇ ਰਾਹੀਂ ਹੁੰਦਾ ਹੈ, ਮੈਂ ਦੱਸਿਆ ਸੀ ਪਹਿਲੇ, ਗੁਰਬਾਣੀ ਜੋੜਦੀ ਹੈ ਉਸਦੇ ਨਾਮ ਨਾਲ, ਗੁਰਬਾਣੀ ਇਨਕਰੇਜ ਕਰਦੀ ਹੈ ਉਹਦੇ ਨਾਲ ਮਿਲਣ ਨਾਲ, ਗੁਰਬਾਣੀ ਗੋਦ ਹੈ ਜਿਹਦੇ ਵਿੱਚ ਨਾਮ ਨੂੰ ਤੁਸੀਂ ਖਿਡਾਉਣਾ ਹੈ। ਭਾਈ ਸਾਹਿਬ ਭਾਈ ਵੀਰ ਸਿੰਘ ਦੀ ਲਾਈਨਾਂ ਨੂੰ ਕੋਟ ਕਰ ਰਿਹਾ ਮੈਂ, ਹਾਂਜੀ। ਤੇ ਇਹ ਜਿਹੜੀਆਂ ਬਾਣੀ ਜਿਹੜੀ ਹੈ ਇਹ ਇਨਕਰੇਜ ਕਰਦੀ ਹੈ,
दूसरा इशू ਅਸੀਂ ਇਹ ਡਿਸਕਸ ਕੀਤਾ ਸੀ ਕਿ ਆਪਣੇ ਅੰਦਰ ਪ੍ਰਮਾਤਮਾ ਮਿਲਣ ਦੀ ਲੋੜ ਕਿਸ ਤਰ੍ਹਾਂ ਪੈਦਾ ਹੋਵੇ ਤੁਹਾਡੇ ਅੰਦਰ। ਹਾਂਜੀ, ਤੁਹਾਡੇ ਅੰਦਰ ਇਹ ਉਜਾਗਰ ਕਿਸ ਤਰ੍ਹਾਂ ਹੋਵੇ ਭਾਵਨਾ ਕਿ ਮੈਂ ਪ੍ਰਮਾਤਮਾ ਦਰਸ਼ਨ ਕਰਨੇ ਹਨ, ਜਾਂ ਮੈਂ ਪ੍ਰਮਾਤਮਾ ਤੱਕ ਪਹੁੰਚਣਾ ਹੈ, ਜਾਂ ਮੈਨੂੰ ਪ੍ਰਭੂ ਦੇਖਣ ਦੀ ਅਭਿਲਾਸ਼ਾ ਮੇਰੇ ਅੰਦਰ ਹੈ, ਪ੍ਰਭੂ ਦੇਖਣ ਦੀ ਆਸ ਹੈ ਮੇਰੇ ਅੰਦਰ। ਉਹ ਵੀ ਗੁਰਬਾਣੀ ਉਜਾਗਰ ਕਰਦੀ ਹੈ। ਤੇ ਮੈਂ ਦੋ ਸੋਲੂਸ਼ਨ ਦਿੱਤੇ ਸਨ ਜਿਹੜੇ ਗੁਰਬਾਣੀ ਵਿੱਚ ਆਏ ਹਨ। ਇੱਕ ਅਰਦਾਸ ਵਾਲਾ, ਤੇ ਮੈਂ ਸ਼ਬਦ 2-3 ਡਿਸਕਸ ਵੀ ਕੀਤੇ ਸਨ ਇਸ ਸਬਜੈਕਟ ਮੈਟਰ ਦੇ ਉੱਤੇ। ਤੇ ਦੂਸਰਾ ਹੈ ਕਿ ਸਤਸੰਗਤ ਨੂੰ ਢੂੰਡਣਾ, ਉਹਨਾਂ ਜੁੜਿਆਂ ਦੀ ਸੰਗਤ ਵਿੱਚ ਜਾਣਾ ਜਿਹੜੇ ਜੁੜੇ ਹੋਏ ਇਸ ਪ੍ਰਮਾਤਮਾ ਦੇ ਰਸਤੇ ਨੂੰ ਜਾਣ ਵਾਸਤੇ ਜਿਹੜੇ ਇਨਕਰੇਜ ਕਰਦੇ ਹਨ। ਜਿਹੜੇ ਇਹ ਦੋ ਤਰੀਕੇ ਹਨ ਤੁਹਾਡੇ ਕੋਲ ਜਿਹਦੇ ਨਾਲ ਤੁਹਾਡੇ ਅੰਦਰ ਪ੍ਰਮਾਤਮਾ ਮਿਲਣ ਦੀ ਆਸ ਅੰਦਰੋਂ ਪੈਦਾ ਹੋਵੇ। ਔਰ ਇਹ ਸਭ ਤੋਂ ਮੁਸ਼ਕਿਲ ਹੈ ਪੈਦਾ ਹੋਣੀ, ਬਹੁਤ ਮੁਸ਼ਕਿਲ ਹੈ। ਗੁਰਬਾਣੀ ਸੁਣਨੀ ਅਲੱਗ ਹੈ, ਗੁਰਬਾਣੀ ਸਮਝ ਲੈਣੀ ਅਲੱਗ ਹੈ, ਕੀਰਤਨ ਕਰਨਾ ਅਲੱਗ ਹੈ, ਕੀਰਤਨ ਸਮਝ ਲੈਣਾ ਅਲੱਗ ਹੈ, ਸਾਰੇ ਰਾਗ ਸਿੱਖ ਲੈਣੇ ਅਲੱਗ ਹਨ। ਪਰ ਆਪਣੇ ਅੰਦਰ ਪ੍ਰਭੂ ਮਿਲਣ ਦੀ ਆਸ ਪੈਦਾ ਹੋਣੀ, ਆਪਣੇ ਅੰਦਰ ਪ੍ਰਭੂ ਮਿਲਣ ਦੀ ਅੰਦਰੋਂ ਉਚੇਤਾ ਪੈਦਾ ਹੋਣੀ, ਇੱਕ ਅੰਦਰੋਂ ਲੈ ਪੈਦਾ ਹੋਣੀ ਕਿ ਮੈਨੂੰ ਮਰਨ ਤੋਂ ਪਹਿਲੇ ਇਹ ਚੀਜ਼ ਮੈਨੂੰ ਦੇ ਦਿਓ ਜਾਂ ਮੈਨੂੰ ਪ੍ਰਾਪਤ ਕਰਾ ਦਿਓ ਇਹ ਚੀਜ਼। ਤੇ ਉਸ ਤੋਂ ਪਹਿਲੇ ਇੱਕ ਹੋਰ ਸ਼ਬਦ ਡਿਸਕਸ ਕੀਤਾ ਵੀ ਕਿਰਪਾ ਨਿਧ ਬਸੋ ਹਿਰਦੇ ਹਰਨੀਤ, ਟੋਡੀ ਵਾਲਾ ਸ਼ਬਦ ਡਿਸਕਸ ਕੀਤਾ ਸੀ 2-3 ਹਫ਼ਤਿਆਂ ਪਹਿਲੇ। ਉਹਦੇ ਵਿੱਚ ਵੀ ਸੀ ਕਿ ਮੈਂ ਨਹੀਂ ਕਰ ਸਕਦਾ, ਤੁਸੀਂ ਕਰਾਓ। ਇਹੋ ਜਿਹੀ ਅਰਦਾਸ ਕਰਨ ਨਾਲ ਤੁਹਾਡੇ ਅੰਦਰ ਉਹਦੇ ਵਰਗਾ ਜਿਹੜਾ ਹੈ ਉਹ ਪ੍ਰਾਪਤੀ ਦਾ ਜਿਹੜਾ ਹੈ ਉਹ ਅੰਦਰ ਤੁਹਾਡੇ ਅੰਦਰ ਪੈਦਾ ਹੋਵੇ, ਪ੍ਰਭੂ ਮਿਲਣ ਦੀ ਲਾਲਸਾ ਤੁਹਾਡੇ ਅੰਦਰ ਪੈਦਾ ਹੋਵੇ। ਹਾਂਜੀ, ਤੇ ਉਸ ਪੌੜੀ ਦੇ ਅਖੀਰ ਵਿੱਚ ਇਹ ਵੀ ਦੱਸ ਦਿੱਤਾ ਸੀ ਨੇ ਕਿ ਜਿਹੜੇ ਬੰਦੇ ਕਰਦੇ ਹਨ, ਜਿਹੜੇ ਉਸ ਉੱਚ ਕੋਟੀ ਦੇ ਜਿਗਿਆਸੂ ਜਿਹੜੇ ਹਨ, ਜਿਹੜੇ ਉਹਨਾਂ ਉੱਚ ਕੋਟੀ ਦੇ ਜਿਗਿਆਸੂ ਨੂੰ ਫਿਰ ਇੱਕ ਗੱਲ ਦਾ ਹੋਰ ਪਤਾ ਲੱਗ ਜਾਂਦਾ ਹੈ ਕਿ ਨਾਨਕ ਇਹ ਵੀ ਜਾਣੀਏ ਸਭ ਆਪੇ ਸੱਚਿਆਰ। ਇਹ ਵੀ ਪਤਾ ਲੱਗ ਜਾਂਦਾ ਹੈ ਉਹਨੂੰ ਆਪੇ ਹੀ ਇਸ ਗੱਲ ਦਾ ਪਤਾ ਲੱਗ ਜਾਏ ਕਿ ਸੱਚਾ ਉਹ ਹੀ ਇੱਕੋ ਹੀ ਹੈ, ਹੋਰ ਕੋਈ ਦੂਸਰਾ ਕੋਈ ਸੱਚਾ ਨਹੀਂ। ਸੱਚਿਆਰ ਇੱਕੋ ਹੀ ਹੈ, ਖਾਲੀ ਸਭ ਕੁਝ ਆਪਣੇ ਆਪ ਉਸਨੂੰ ਪਤਾ ਲੱਗ ਜਾਂਦਾ ਹੈ। ਔਰ ਇੱਕ ਗੱਲ ਮੇਰੀ ਯਾਦ ਰੱਖਿਓ, ਜੇ ਅੰਦਰੋਂ ਤੁਹਾਡੀ ਸੱਚੀ ਭਾਵਨਾ ਹੈ ਮਿਲਣ ਦੀ, ਜੇ ਅੰਦਰੋਂ ਤੁਹਾਡੀ ਸੱਚੀ ਭਾਵਨਾ ਹੈ ਬਾਣੀ ਸਿੱਖਣ ਦੀ ਜਾਂ ਬਾਣੀ ਗਾਣ ਦੀ ਜਾਂ ਕੀਰਤਨ ਕਰਨ ਦੀ, ਤੇ ਮਹਾਰਾਜ ਕੋਈ ਨਾ ਕੋਈ ਵਸੀਲਾ ਆਪ ਬਣਾਉਂਦੇ ਹਨ ਉਹਦੇ ਬਾਰੇ। ਹਾਂਜੀ, ਸਾਰਾ ਯੂਨੀਵਰਸ ਲੱਗ ਪੈਂਦਾ ਹੈ ਫਿਰ ਉਸ ਚੀਜ਼ ਨੂੰ ਪੂਰਾ ਕਰਨ ਵਾਸਤੇ। ਤੇ ਉਹ ਸਾਰਾ ਯੂਨੀਵਰਸ ਫਿਰ ਤੁਹਾਡੇ ਅੰਦਰ ਬੈਠ ਕੇ ਇਸ ਚੀਜ਼ ਨੂੰ ਪ੍ਰਾਪਤੀ ਦੇ ਵਾਸਤੇ ਤੁਹਾਨੂੰ ਅੰਦਰ ਮਦਦ ਕਰਦਾ ਹੈ ਤੁਹਾਡੀ। ਤੇ ਹੁਣ ਇੱਕ ਗੱਲ ਬੜੀ ਇੰਪੋਰਟੈਂਟ ਦੱਸਦੇ ਹਨ ਕਿ ਉਹ ਪ੍ਰਮਾਤਮਾ, ਉਹ ਅਕਾਲ ਪੁਰਖ ਕਿਸੇ ਇੱਕ ਜਗ੍ਹਾ ਨਹੀਂ ਬੈਠਾ ਹੋਇਆ, ਇੱਕ ਜਗ੍ਹਾ ਥਾਪਿਆ ਨਹੀਂ ਗਿਆ ਕਿਧਰੇ। ਹਾਂਜੀ, ਇੱਕ ਜਗ੍ਹਾ ਕਿਧਰੇ ਨੂੰ ਬਿਠਾਇਆ ਨਹੀਂ ਗਿਆ। ਤੁਸੀਂ ਇਸ ਨੂੰ ਕਿਸੇ ਇੱਕ ਜਗ੍ਹਾ ਬਿਠਾ ਨਹੀਂ ਸਕਦੇ। ਓਬਵੀਅਸਲੀ ਇੱਥੇ ਇਸ਼ਾਰਾ ਮੂਰਤੀ ਪੂਜਾ ਦੀ ਤਰਫ ਹੈ। ਥਾਪਿਆ ਨਾ ਜਾਏ, ਕੀਤਾ ਨਾ ਹੋਵੇ। ਨਾ ਉਹ ਕ੍ਰੀਏਟ ਕਰ ਸਕਦੇ ਉਹ ਮੂਰਤੀ, ਨਾ ਉਹ ਕਿਸੇ ਜਗ੍ਹਾ ਕ੍ਰੀਏਟ ਹੁੰਦਾ ਹੈ, ਤੇ ਨਾ ਉਹ ਕਿਸੇ ਜਗ੍ਹਾ ਥਾਪਿਆ ਜਾ ਸਕਦਾ ਹੈ, ਨਾ ਕਿਸੇ ਜਗ੍ਹਾ ਉਹ ਐਸਟੈਬਲਿਸ਼ ਕੀਤਾ ਜਾ ਸਕਦਾ। ਕਿਉਂਕਿ ਮੂਰਤੀ ਪੂਜਾ ਦੇ ਵਿੱਚ ਥਾਪਣ ਦੀ ਜਿਹੜੀ ਰਹੀ ਹੈ, ਹੁਣ ਵੀ ਜਦੋਂ ਸਥਾਪਿਤ ਸੈਰੇਮਨੀਜ਼ ਹੁੰਦੀਆਂ ਹਨ ਤੇ ਮੂਰਤੀ ਜਿਹੜੀ ਹੈ ਉਸਨੂੰ ਉਹ ਪ੍ਰਮਾਤਮਾ ਨਹੀਂ, ਉਹਦੀ ਪੂਜਾ ਨਾ ਸਿਖਾ ਕੇ ਸਾਨੂੰ ਸ਼ਬਦ ਦੀ ਪੂਜਾ ਸਿਖਾਈ। ਤੇ ਹੁਣ ਅਸੀਂ ਵੀ ਭੁੱਲ ਗਏ ਹਾਂ ਕਈ ਵਾਰੀ। ਹੁਣ ਸ਼ਬਦ ਦੀ ਪੂਜਾ ਹੁਣ ਪੱਤਰਿਆਂ ਦੀ ਪੂਜਾ ਸ਼ਬਦ ਦੀ ਪੂਜਾ ਨਹੀਂ। ਪੱਤਰਿਆਂ ਦੀ ਇੱਜ਼ਤ ਹੈ ਕਿਉਂਕਿ ਪੱਤਰਿਆਂ ਦੇ ਉੱਤੇ ਨਾਮ ਲਿਖਿਆ ਹੋਇਆ ਹੈ। ਪੱਤਰਿਆਂ ਦੀ ਇੱਜ਼ਤ ਇਸ ਵਾਸਤੇ ਹੈ ਕਿਉਂਕਿ ਉੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਲਿਖੀ ਹੋਈ ਹੈ। ਇਸ ਵਾਸਤੇ ਉਹਨਾਂ ਪੱਤਰਿਆਂ ਦੇ ਵਿੱਚੋਂ ਖੁਸ਼ਬੂ ਹੈ, ਉਹਨਾਂ ਪੱਤਰਿਆਂ ਦੀ ਇੰਪੋਰਟੈਂਸ ਹੈ। ਪਰ ਫਿਰ ਵੀ ਮੱਥਾ ਤੇ ਗੁਰੂ ਸ਼ਬਦ ਨੂੰ ਟੇਕਦੇ ਹੋ ਨਾ। ਮੱਥਾ ਤੇ ਸ਼ਬਦ ਕੀ ਹੈ? ਸ਼ਬਦ ਗਿਆਨ ਹੈ, ਸ਼ਬਦ ਵਿਚਾਰ ਹੈ, ਸ਼ਬਦ ਪਿਆਰ ਹੈ, ਸ਼ਬਦ ਕੀਰਤਨ ਹੈ। ਤੇ ਉਹ ਜਿਹੜਾ ਸ਼ਬਦ ਅਸੀਂ ਪੁਜਾਰੀ ਤੇ ਸ਼ਬਦ ਦੇ ਹਾਂ। ਹਾਂਜੀ, ਹੋਰ ਕਿਸੇ ਚੀਜ਼ ਦੇ ਪੁਜਾਰੀ ਨਹੀਂ ਹੈ। ਮਹਾਰਾਜ ਇੱਥੇ ਕਹਿੰਦੇ ਹਨ ਕਿ ਉਹ ਪ੍ਰਮਾਤਮਾ ਕਿਸੇ ਜਗ੍ਹਾ ਥਾਪਿਆ ਨਹੀਂ ਜਾ ਸਕਦਾ। ਉਸ ਪ੍ਰਮਾਤਮਾ ਉਹ ਹਰ ਜਗ੍ਹਾ ਮੌਜੂਦ ਹੈ। ਉਹਨੂੰ ਇੱਕ ਜਗ੍ਹਾ ਤੇ ਕਾਇਮ ਨਹੀਂ ਕੀਤਾ ਜਾ ਸਕਦਾ। ਉਹਨੂੰ ਇੱਕ ਜਗ੍ਹਾ ਤੇ ਨਾ ਥਾਪਿਆ ਤੇ ਨਾ ਕੀਤਾ, ਦੋਨੋਂ ਨਹੀਂ ਹੋ ਸਕਦੇ ਉਹਦੇ, ਕਿਉਂਕਿ ਉਹ ਆਪ ਹਰ ਜਗ੍ਹਾ ਮੌਜੂਦ ਹੈ, ਨਿਰਗੁਣ ਰੂਪ ਵਿੱਚ ਤੇ ਸਰਗੁਣ ਰੂਪ ਵਿੱਚ ਵੀ ਹਰ ਜਗ੍ਹਾ ਮੌਜੂਦ ਹੈ। ਤੇ ਆਪੇ ਆਪ ਨਿਰੰਜਨ ਸੋਏ, ਉਹ ਆਪੇ ਆਪ ਮਨੇ ਖੁਦ ਵਿੱਚ ਨੇੜੇ ਹੈ, ਸਭ ਦੇ ਨੇੜੇ ਹੈ, ਸਭ ਵਿੱਚ ਹੈ, ਸਭ ਦੇ ਨੇੜੇ ਤੇ ਸਭ ਵਿੱਚ ਹੋ ਕੇ ਵੀ ਪਾਪਾਂ ਤੋਂ ਤੇ ਮੈਲ ਤੋਂ ਰਹਿਤ ਹੈ। ਉਹ ਆਪ ਨੇੜੇ ਨਹੀਂ ਹੈ ਕਿਸੇ ਚੀਜ਼ ਦੇ, ਆਪ ਅਲਪਤੋ ਹੈ,
ਆਪ ਅਲੱਗ ਹੈ। ਉਹ ਦੁਨੀਆ ਵਿੱਚ ਵਿਚਰਦੇ ਹਨ, ਦੁਨੀਆ ਵਿੱਚ ਹਨ ਹਰ ਜਗ੍ਹਾ, ਕੁਦਰਤ ਵਿੱਚ ਹਨ, ਮੇਰੇ ਅੰਦਰ, ਤੁਹਾਡੇ ਅੰਦਰ, ਸਭ ਜਗ੍ਹਾ ਹਨ, ਪਰ ਆਪ ਨਿਰੰਜਨ ਹੈ। ਤੇ ਮੈਂ ਇੱਥੇ ਰੁਕ ਜਾਵਾਂ ਇੱਕ ਸੈਕਿੰਡ ਵਾਸਤੇ, ਕਿਉਂਕਿ ਇਹ ਗੱਲ ਕਈਆਂ ਨੂੰ ਨਹੀਂ ਕਲੈਰਿਟੀ ਹੁੰਦੀ ਇਸ ਥਾਟ ਪ੍ਰੋਸੈਸ ਦੀ। ਗੁਰਮੁਖ ਜਨ ਜਿਹੜੇ ਪ੍ਰਮਾਤਮਾ ਦਾ ਬਹੁਤਾ ਧਿਆਨ ਕਰਦੇ ਹਨ, ਗੁਰਮੁਖ ਜਨ ਜਿਹੜੇ ਪ੍ਰਮਾਤਮਾ ਨਾਲ ਬਹੁਤਾ ਪਿਆਰ ਕਰਦੇ ਹਨ, ਉਹਨਾਂ ਦੀ ਅਵਸਥਾ ਵੀ ਇਹੋ ਜਿਹੀ ਹੁੰਦੀ ਹੈ, ਉਹਨਾਂ ਦੀ ਅਵਸਥਾ ਵੀ ਸਿਮਿਲਰ ਹੁੰਦੀ ਹੈ, ਉਹਨਾਂ ਦੀ ਅਵਸਥਾ 'ਚ ਫਰਕ ਨਹੀਂ ਹੈ। ਉਹ ਵੀ ਦੁਨੀਆ ਵਿੱਚ ਰਹਿੰਦੇ ਹਨ, ਦੁਨੀਆ ਵਿੱਚ ਰਹਿ ਕੇ ਵੀ ਕਮਲ ਫੁੰਗ ਵਰੋਂ ਇਹਨਾਂ ਪਾਪਾਂ ਤੋਂ ਤੇ ਇਹਨਾਂ ਨੈਗੇਟਿਵਿਟੀ ਤੋਂ ਦੂਰ ਰਹਿੰਦੇ ਹਨ। ਤੇ ਮੈਂ ਸੁਖਮਨੀ ਸਾਹਿਬ ਦੀ 21 ਅਸ਼ਟਪਦੀ ਬੜੀ ਵਾਰੀ ਕੋਟ ਕੀਤੀ ਹੈ, ਪਹਿਲੇ ਵੀ ਤੇ ਹੁਣ ਵੀ ਮੈਂ ਲਾਂਘਾ ਦਿਖਾਉਂਦਿਆਂ ਕਿ ਉਹਨਾਂ ਵਿੱਚ ਪਾਪ ਪੁਣ ਨਹੀਂ ਹਨ, ਉਹਨਾਂ ਵਿੱਚ ਵੈਰ ਵਿਰੋਧ ਨਹੀਂ ਹੈ, ਉਹਨਾਂ ਗੁਰਮੁਖ ਜਨਾਂ ਵਿੱਚ ਕੁਝ ਨਹੀਂ ਹੈ। ਵੈਰ ਵਿਰੋਧ ਕਿਉਂ ਨਹੀਂ ਹੈ? ਵੈਰ ਵਿਰੋਧ ਉਹਨਾਂ 'ਚ ਕਿਉਂਕਿ ਵੈਰ ਵਿਰੋਧ ਤਾਂ ਨਹੀਂ ਹੈ, ਵੈਰ ਵਿਰੋਧ ਹੋਣ ਵਾਸਤੇ ਦੋ ਬੰਦੇ ਚਾਹੀਦੇ ਹਨ ਤਾਂ ਵੈਰ ਵਿਰੋਧ ਹੁੰਦੇ ਹਨ। ਪਾਪ ਪੁਣ ਹੋਣ ਵਾਸਤੇ ਦੋ ਚੀਜ਼ਾਂ ਚਾਹੀਦੀਆਂ ਹਨ, ਕਰਮ ਚਾਹੀਦੇ ਹਨ, ਉਹ ਇਹਨਾਂ ਚੀਜ਼ਾਂ ਤੋਂ ਉੱਤੇ ਹਨ। ਵੈਰ ਵਿਰੋਧ ਹੋਣ ਵਾਸਤੇ ਡੁਅਲਿਟੀ ਬੜੀ ਇੰਪੋਰਟੈਂਟ ਹੈ ਨਾ। ਸੋ ਸੁਖਮਨੀ ਦੀ 21 ਅਸ਼ਟਪਦੀ ਜਿਹੜੀ ਨਿਰਗੁਣ ਰੂਪ ਪ੍ਰਮਾਤਮਾ ਤੇ ਫੋਕਸ ਕਰਦੀ ਹੈ, ਉਹਦੇ ਵਿੱਚ ਵੀ ਗੱਲਾਂ ਇਹੀ ਆਈਆਂ ਹਨ ਨੇ ਸਾਰੀਆਂ ਕਿ पाप पुण्य तब कहते होता, धारी आपन सुन समात, तब बैर विरोध के संग कमात। तो वैर विरोध होने वास्ते दो चीजां दे होना बड़ा इंपॉर्टेंट है। ते उन्हां गुरमुख जनां विच जिन्हां दे अंदर नाम प्रफुल्लित है, उन्हां दे अंदर वैर विरोध नहीं है। वैर विरोध ना होण कारण उन्हां दे अंदर मैल नहीं है, मैल ना होण दे कारण वो निरंजन है ते परमात्मा भी निरंजन है। फोकस इस पौड़ी दा यह है कि उस परमात्मा की प्राप्ति का तरीका इको ही है। वो है जिहड़ी अगली लाइन है कि जिन सेविया तिन पाया मान। मान इत्थे इज्जत वास्ते आया है, रिकग्निशन वास्ते आया है। कहते हैं कि गुरु घर विच बड़ा मान प्राप्त होया, फलाने दा बड़ा मान है जी, मान प्राप्त होया। मान मने एक रिकग्निशन मिली है संगत विच। इत्थे मान दुनियावी मान वास्ते वर्ड नहीं आया, इत्थे कोई अमीर नहीं हो गया बहुता, या किसी गुरुद्वारे का प्रेजिडेंट नहीं बन गया, या किसी कंपनी का प्रेजिडेंट नहीं बन गया, कोई वड्डी चीज, कोई पैसे वाली हस्ती नहीं बनी। इत्थे एक मान, इत्थे वर्ड स्पिरिचुअल रीम दे विच मान आया है वर्ड। उसनू परमात्मा की दरगाह विच इज्जत मिली है, उसनू गुरु घर दे विच निमाणे गए हैं, है ना। ये हुणे कलगीधर चमत्कार की क्लास विच राम कुएर सिंह भाई गुरबख्श सिंह दे उत्ते चलदी पई सी टॉपिक 2 हफ्ते पहले, ते वो गुरु घर दे माणे सुहाने गुरमुख सन बड़े। भाई नंद लाल गुरमुख गुरु घर दे विच बड़ा मान सी उन्हां दा। बाबा बुढ़ा जी, भाई गुरदास, इन्हां दा संत बाबा अतर सिंह होरी, भाई साहब भाई वीर सिंह होरी, गुरु घर दे माणे सुमाणे बड़े मान वाले पुरख होए हैं, बड़ा सम्मान है। क्यों? क्योंकि नाम नाल जुड़े हैं, दूसरिਆਂ ਨੂੰ जोड़ते हैं, दूसरिਆਂ ਨੂੰ जी दान देते हैं, दूसरिਆਂ ਨੂੰ ਜਿਹੜੇ जी दान देंदे हैं ਉਹਨਾਂ ਦੀ ਬੜਾ ਵੱਡਾ ਮਾਣ ਇੱਜ਼ਤ ਪ੍ਰਾਪਤ ਹੁੰਦੀ ਹੈ। ਤੇ ਇਹਨਾਂ ਨੂੰ ਭਾਈ ਸਾਹਿਬ ਭਾਈ ਵੀਰ ਸਿੰਘ ਵਰਗਿਆਂ ਨੂੰ, ਭਾਈ ਨੰਦ ਲਾਲ ਵਰਗਿਆਂ ਨੂੰ ਇਹ ਮਾਣ ਕਿੱਥੋਂ ਪ੍ਰਾਪਤ ਹੋਇਆ? ਇਹ ਮਾਣ ਕਿੱਥੋਂ ਮਿਲਿਆ ਉਹਨਾਂ ਨੂੰ? ਕਿਉਂਕਿ ਉਹਨਾਂ ਨੇ ਪ੍ਰਮਾਤਮਾ ਦੀ ਸੇਵਾ ਕੀਤੀ ਹੈ, ਪ੍ਰਮਾਤਮਾ ਦੇ ਗੁਣ ਗਾਏ ਹਨ। ਤੇ ਪ੍ਰਮਾਤਮਾ ਦੀ ਸੇਵਾ ਕੀ ਹੈ? ਜਿਨ ਸੇਵਿਆ ਮਨੇ ਜਿਨ੍ਹਾਂ ਨੇ ਸੇਵਾ ਕੀਤੀ परमात्मा दी, उन्होंने मान मिलिया, उन्होंने इज्जत बड़ी मिली उन्होंने, है ना। हाले भी याद करते हैं लोग गुरु नानक सच्चे पातशाह, उन्होंने मान मिलिया क्यों? क्योंकि उन्होंने जीदान दिते लोगों को, उन्होंने हर एक नूं इनकरेज किया। ते इनकरेज इस गल दा कीता उन्होंने कि तेरे अंदर परमात्मा दी याद विसरे ना कदी। इस पौड़ी दी भी जिहड़ी वड्डी जिहड़ी एसेंस इस पौड़ी दा अरदास यही है कि गुरा एक दे बुझाई सबना जियां का एक दाता। क्योंकि ओ मैनू विसरे ना किधरे, मैनू याद मेरी किधरे चली ना जाए ओदे। तो हुण इशू होंदा है कि ए जिन सेविया तिन पाया मान, ते गुरु दी सेवा की है, परमात्मा दी सेवा की है। सेवा किस तरह हुंदी है? परमात्मा दी किस तरह सेवा कीती जांदी है? ए सेवा जिन्हां ने वड्डियां ने कीती है, हां जी, ਇਹ ਸੰਤਾਂ ਨੇ ਕੀਤੀ ਹੈ, ਜਿਨ੍ਹਾਂ ਵੱਡਿਆਂ ਨੇ ਪ੍ਰਾਪਤੀ ਉਹਨਾਂ ਨੇ ਕਿਸ ਤਰ੍ਹਾਂ ਸੇਵਾ ਕੀਤੀ ਆਪਣੇ ਗੁਰੂ ਦੀ ਜਾਂ ਆਪਣੇ ਪ੍ਰਮਾਤਮਾ ਦੀ। ਤੇ ਉਹ ਹੈ ਸੇਵਾ ਦੇ ਆਪੇ ਆਈ ਦੱਸ ਗਏ। ਥੈਂਕ ਗਾਡ, ਸਾਨੂੰ ਕਹਿਣਾ ਨਹੀਂ ਪਿਆ ਕੁਝ। ਇੱਕ ਗੱਲ ਮੈਂ ਕੋਟਾਨ ਕੋਟ ਸ਼ੁਕਰ ਕਰਦਾ ਉਸ ਪ੍ਰਮਾਤਮਾ ਦਾ ਕਿ ਮੇਰਾ ਜਨਮ ਸਿੱਖ ਘਰਾਣੇ ਚ ਹੋਇਆ ਹੈ। ਕੋਈ ਭਟਕਣਾ ਨਹੀਂ ਹੈ ਇੱਥੇ,
ਕੋਈ 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 ਇਹ ਨਹੀਂ ਹੈ ਕਿ ਇੱਥੇ ਨਹੀਂ, ਉਸ ਦਰ ਤੇ ਜਾਓ, ਉੱਥੇ ਜਾਓ, ਫਲਾਣੇ ਤੇ ਜਾਓ, ਉਸ ਨੂੰ ਮੰਨੋ, ਇਸ ਨੂੰ ਮੰਨੋ, ਕਿਹੜੇ ਆਨਸਰ ਕੌਣ ਦੇਗਾ? ਸਾਰੇ ਆਨਸਰ ਇੱਕ ਜਗ੍ਹਾ ਪਏ ਹੋਏ ਨੇ ਸਾਰੇ। ਹੁਣ ਤੁਸੀਂ ਆਨਸਰ ਲੈਣਾ ਨਾ ਚਾਹੋ, ਤੁਹਾਡੀ ਇਸ਼ੂ ਹੈ। ਹਾਂਜੀ, ਥਾਲ ਕਿਸੇ ਦੇ ਅੱਗੇ ਪਰੋਸਿਆ ਹੋਵੇ ਖਾਣੇ ਦਾ, ਸਭ ਚੀਜ਼ ਤਿਆਰ ਕਰਕੇ ਸਵਾਦਲਾ ਭੋਜਨ ਤੁਹਾਡੇ ਅੱਗੇ ਪਰੋਸ ਦੇਵੇ, ਪਰ ਜੇ ਬੰਦੇ ਨੂੰ ਭੁੱਖ ਹੀ ਨਹੀਂ ਹੈ, ਜੇ ਬੰਦੇ ਨੂੰ ਅੰਦਰ ਉਹਦੇ ਭੁੱਖ ਨਹੀਂ ਹੈ, ਤੇ ਉਹਨੂੰ ਚੰਗੀ ਤੋਂ ਚੰਗਾ ਸਵਾਦ ਵਾਲਾ ਭੋਜਨ ਵੀ ਬੇਸਵਾਦਲਾ ਲੱਗੇਗਾ ਉਸਨੂੰ, ਉਹਦੇ ਵਿੱਚ ਉਹਨੂੰ ਕੋਈ ਸਵਾਦ ਨਹੀਂ ਆਉਣਾ। ਤੇ ਜੇ ਜਪਜੀ ਰੋਜ਼ ਪੜ੍ਹ ਕੇ ਵੀ ਸਵਾਦ ਨਹੀਂ ਆਇਆ ਤੁਹਾਨੂੰ, ਤੇ ਇਹ ਇਸ਼ੂ ਤੁਹਾਡਾ ਹੈ, ਗੁਰੂ ਦਾ ਇਸ਼ੂ ਨਹੀਂ ਹੈ ਇਹਦੇ ਨਾਲ। ਤੇ ਅਗਲੀ ਲਾਈਨ ਵਿੱਚ ਜਵਾਬ ਦੇ ਦਿੱਤਾ ਨੇ, ਗੁਰੂ ਦੀ ਸੇਵਾ ਕੀ ਹੈ? ਗੁਰੂ ਦੀ ਸੇਵਾ ਹੈ ਨਾਨਕ ਗਾਵੀਏ ਗੁਣੀ ਨਿਧਾਨ। ਇਹ ਸੇਵਾ ਹੈ ਗੁਰੂ ਦੀ ਸੇਵਾ, ਹੈ ਉਹਦੇ ਗੁਣਾਂ ਨੂੰ ਗਾਵਣਾ। ਕੀਰਤਨ ਦੀ ਆਪਣੇ ਆਪ ਹੀ ਇੰਪੋਰਟੈਂਸ ਇੱਥੇ ਆ ਗਈ। ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਇਹ ਕੀਰਤਨ ਦੀ ਕੜੀ ਉਹਨਾਂ ਨੇ ਜੋੜੀਆਂ, ਕੀਰਤਨ ਦੀਆਂ ਕੜੀਆਂ। ਸੰਗੀਤ ਦੀ ਆਧਾਰ, ਕੀਰਤਨ ਦੀ ਆਧਾਰ ਜਿਹੜਾ ਵੈ, ਇਹ ਉਹਨਾਂ ਨੇ ਰੱਖੀ, ਇਹ ਨੀਂਹ ਉਹਨਾਂ ਨੇ ਰੱਖੀਆਂ ਕੀਰਤਨ ਦੀਆਂ। 4 ਉਦਾਸੀਆਂ ਤੇ ਆਪ ਗਏ ਤੇ ਨਾਲ ਕਿਹਨੂੰ ਖੜਿਆ ਨੇ? ਨਾਲ ਕਿਸੇ ਪੰਡਿਤ ਨੂੰ ਲੈ ਜਾਂਦੇ, ਨਾਲ ਕਿਸੇ ਪੜ੍ਹੇ ਲਿਖੇ ਨੂੰ ਲੈ ਜਾਂਦੇ, ਨਾਲ ਕਿਸੇ ਗੁਣੀ ਗਿਆਨੀ ਨੂੰ ਨਾਲ ਲੈ ਜਾਂਦੇ, ਜਿਹਨਾਂ ਵੇਦਾਂ ਸ਼ਾਸਤਰਾਂ ਦਾ, ਕੁਰਾਨ ਦਾ ਹਾਫਿਜ਼ ਹੋਵੇ, ਉਹਨੂੰ ਨਾਲ ਲੈ ਜਾਂਦੇ। ਉਹਨੂੰ ਨਾਲ ਲੈ ਕੇ ਨਹੀਂ ਗਏ, ਨਾਲ ਰਬਾਬੀ ਚੁਣਿਆ ਉਹਨਾਂ ਨੇ, ਤੇ ਜਿੱਥੇ ਗਏ ਉੱਥੇ ਕੀਰਤਨ ਕੀਤਾ, ਉੱਥੇ ਉਹਦੇ ਗੁਣ ਗਾਏ ਉਹਨਾਂ ਨੇ। ਜਨਮ ਸਾਖੀਆਂ ਪੜ੍ਹ ਕੇ ਦੇਖ ਲਓ, ਜਿੱਥੇ ਗਏ ਨਾ ਉਹਨਾਂ ਨੇ ਕੋਈ ਵੱਡੀਆਂ ਤਕਰੀਰਾਂ ਨਹੀਂ ਕੀਤੀਆਂ, ਕੋਈ ਬਹੁਤੀਆਂ ਵੱਡੀਆਂ ਸਪੀਚਾਂ ਦੇ ਤੁਹਾਨੂੰ ਨਜ਼ਰ ਨਹੀਂ ਆਣ। ਕਿਧਰੇ ਆਏ ਗੱਲ ਕਿ ਉਹਨਾਂ ਨੇ ਸਮਝਾਇਆ ਹੋਵੇ, ਕਿ ਉਹਨਾਂ ਨੇ ਕੀਰਤਨ ਰਾਹੀਂ ਸਾਰਿਆਂ ਨੂੰ ਸਮਝਾਇਆ। ਉਹਨਾਂ ਨੇ ਕੀਰਤਨ ਹੀ ਸਭ ਤੋਂ ਵੱਡਾ ਸਿਮਰਨ ਦਾ ਰੂਪ ਬਣਿਆ ਹੈ। ਤੇ ਨਾਨਕ ਨੇ ਤੇ ਗਾ ਕੇ ਖੁਸ਼ ਕਰ ਲਿੱਤਾ ਉਹਨਾਂ ਨੇ। ਬੜੇ ਵੈਸਟਰਨ ਆਥਰਸ ਉਹਨਾਂ ਨੂੰ ਸਿੰਗਿੰਗ ਗੁਰੂ ਵੀ ਕਹਿੰਦੇ ਹਨ, ਬੜੇ ਗਾਣ ਵਾਲੇ ਗੁਰੂ। ਕਿਉਂ? ਕਿਉਂਕਿ ਉਹਨਾਂ ਨੇ ਪੂਰੀ ਜ਼ਿੰਦਗੀ ਗਾਇਆ, ਉਹਨਾਂ ਨੇ ਕੁਝ ਨਹੀਂ ਕੀਤਾ ਹੋਰ, ਗਾ ਕੇ ਖੁਦ ਕਰ ਲਿੱਤਾ ਉਹਨਾਂ ਨੇ, ਕੱਪੜਾ ਆਪਣਾ ਤੇ ਸਾਧ ਲਿੱਤਾ ਕੰਮ ਉਹਨਾਂ ਨੇ। ਤੇ ਉਹਨਾਂ ਦੇ ਗੁਣ ਨੂੰ ਗਾਵਿਆ ਉਹਨਾਂ ਨੇ, ਉਹਦੀ ਪ੍ਰਸ਼ੰਸਾ ਕੀਤੀ ਉਹਦੀ। ਤੇ ਗੁਣ ਨੂੰ ਗਾ ਉਹਨਾਂ ਨੂੰ ਸਕਦਾ ਜਿਹਦੇ ਅੰਦਰ ਬਹੁਤਾ ਪਿਆਰ ਹੋਵੇ। ਮੈਂ ਉਸ ਨਕਲੀ ਗਾਣ ਵਾਲੇ ਦੀ ਪਰਵਾਹ ਨਹੀਂ ਕਰਦਾ ਪਿਆ, ਜਿਹੜੇ ਗਾਉਂਦੇ ਹਨ ਝੋਲੇ ਨਾਲ, ਜਿਹੜੇ ਗਾਉਂਦੇ ਹਨ ਉਹਨਾਂ, ਪਰ ਜਿਨ੍ਹਾਂ ਦੇ ਅੰਦਰ ਸੱਚੀ ਕੀਰਤਨ ਦੀ ਲੋ ਜਿਹੜੀ ਹੈ, ਸੱਚੀ ਗਾਣ ਦੀ ਲੋ ਜਿਹੜੀ ਹੈ, ਪਰਮਾਤਮਾ ਦੇ ਜਿਹੜੇ ਪਿਆਰ ਕਰਨ ਵਾਲੇ ਭਗਤ ਜਿਹੜੇ ਹਨ, ਉਹਨਾਂ ਨੂੰ ਜਿਹੜੇ ਗਾਉਂਦੇ ਹਨ, ਜਿਹੜੇ ਗਾਨਕ ਗਾਵੀਏ ਗੁਣੀ ਨਿਧਾਨ ਮਨੇ, ਉਹਨਾਂ ਗੁਣਾਂ ਦੇ ਖਜ਼ਾਨੇ ਜਿਹੜੇ ਪ੍ਰਮਾਤਮਾ, ਗੁਣੀ ਨਿਧਾਨ ਪ੍ਰਮਾਤਮਾ ਵਾਸਤੇ ਆਇਆ ਹੈ ਇੱਥੇ ਵਰਡ, ਉਸ ਗੁਣਾਂ ਦੇ ਖਜ਼ਾਨੇ ਨੂੰ ਗਾਣਾ, ਉਸਨੂੰ ਉਹਦੇ ਗੁਣਾਂ ਨੂੰ ਬਾਰ-ਬਾਰ ਯਾਦ ਕਰਨਾ। ਤੇ ਇਹ ਗੁਣ ਨਿਧਾਨ ਗਾਵਣ ਦੇ ਥੱਲੇ ਹੋਰ ਇਨ ਡੈਪਥ ਐਨਾਲਿਸਿਸ ਕਰ ਦਿੱਤੇ ਨੇ ਅਗਲੀ ਲਾਈਨਾਂ ਵਿੱਚ, ਕਿ ਕਿਸੇ ਨੂੰ ਹੋਰ ਵੀ ਕੋਈ ਤਕਲੀਫ ਨਾ ਆਵੇ ਜੀ, ਕੋਈ ਸਮਝ ਨਾ ਆਵੇ ਗੱਲ ਜੀ ਵੀ ਇਹ ਕਿੰਜ ਗੱਲ ਕਰਨੀ ਹੈ ਪੂਰੀ। ਤਾਂ ਉਹਨਾਂ ਨੇ ਅੱਗੇ ਲਿਖ ਦਿੱਤਾ ਇੱਕ ਹੋਰ ਲਾਈਨ ਕਿ ਗਾਵੀਏ ਫਿਰ ਸੁਣੀਏ ਫਿਰ ਮਨ ਰੱਖੀਏ ਪਾਓ। ਜੇ ਇਹ 3 ਚੀਜ਼ਾਂ ਆ ਗਈਆਂ ਤੇ ਸਮਝ ਲਓ ਗੁਣ ਗਾਇਨ ਦੀ ਪ੍ਰਥਾ ਪੂਰੀ ਹੋ ਗਈ। ਹਾਂਜੀ, this class will not be enough. Of course, we're going to be continuing on this body for next week though. ਗਾਵਣਾ, ਫਿਰ ਉਸ ਜੋ ਗਾਇਆ ਹੈ ਉਹਨਾਂ ਕੰਨੀ ਰਾਹੀਂ ਸੁਣਨਾ, ਤੇ ਸੁਣ ਕੇ ਆਪਣੇ ਮਨ ਵਿੱਚ ਉਸਦਾ ਪਿਆਰ ਔਰ ਉਹਦੀ ਪਿਆਰ ਦੀ ਪ੍ਰਾਪਤੀ ਕਰਨੀ, ਇਹ ਉਹਦੀ ਸੇਵਾ ਹੈ। ਪਹਿਲਾ ਹੈ ਗਾਵਣਾ। ਤੇ ਗਾਵਣੇ ਤੇ ਐਨਾਲਿਸਿਸ ਵਿੱਚ ਬੜਾ ਫਰਕ ਹੈ, ਗਾਵਣੇ ਤੇ ਪੜ੍ਹਨੇ ਵਿੱਚ ਫਰਕ ਹੈ ਬੜਾ। ਸਿਆਣੇ ਬਾਣੀ ਜਿਹੜੇ ਪੜ੍ਹਦੇ ਹਨ, ਜਿਹੜੇ ਪੜ੍ਹਦੇ ਹਨ, ਉਹ ਵੀ ਗਾ ਕੇ ਪੜ੍ਹਦੇ ਹਨ, ਉਹ ਵੀ ਉਹਨਾਂ 'ਚ ਇੱਕ ਲਏ ਹੁੰਦੀ ਹੈ ਪੜ੍ਹਨ ਦੀ। ਜਿਹੜੇ ਬਹੁਤਾ ਪਿਆਰ ਨਾਲ ਪੜ੍ਹਦੇ ਹਨ, ਉਹਨਾਂ ਨੂੰ ਪਤਾ ਹੈ ਮੇਰੇ ਵਿਸ਼ਰਾਮ ਕਿੱਥੇ ਆਣੇ ਹਨ ਮੇਰੇ, ਤੇ ਉਸ ਲਏ ਵਿੱਚ ਉਸ ਪਿਆਰ ਨਾਲ ਪੜ੍ਹਦੇ ਹਨ। ਇਹ ਕੋਈ ਨਾਵਲ ਨਹੀਂ ਹੈ, ਕੋਈ ਕਿਤਾਬ ਨਹੀਂ ਹੈ, ਕੋਈ ਅਖਬਾਰ ਨਹੀਂ ਹੈ। ਜਿਹੜੇ ਜਿਸ ਤਰ੍ਹਾਂ ਕਿ you can't just read it as it's not a book that you read just like that. ਜਿਹੜੇ ਬਾਣੀ ਜਿਹੜੇ ਪਿਆਰ ਨਾਲ ਬਾਣੀ ਪੜ੍ਹਦੇ ਹਨ, ਉਹ ਹਮੇਸ਼ਾ ਗਾ ਕੇ ਪੜ੍ਹਦੇ ਹਨ। ਇਹ ਨਹੀਂ ਵੀ ਗੁਜਰੀ ਵਿੱਚ ਪੜ੍ਹ ਰਹੇ ਹਨ ਜਾਂ ਆਸਾ ਵਿੱਚ ਪੜ੍ਹ ਰਹੇ ਹਨ, ਲੇਕਿਨ ਪੜ੍ਹਦੇ ਹਨ ਗਾਣ ਨਾਲ, ਪੜ੍ਹਦੇ ਹਨ ਪਿਆਰ ਨਾਲ, ਪੜ੍ਹਦੇ ਹਨ ਉਸ ਲਏ ਦੇ ਨਾਲ। ਤੇ ਗਾਣੇ ਦੇ ਨਾਲ ਅੰਦਰੋਂ ਇੱਕ ਪਿਆਰ ਪੈਦਾ ਹੁੰਦਾ ਹੈ। ਤੇ ਇੱਕ ਤੇ ਹੈ ਕਿ ਪਿਆਰ ਨਾਲ ਬੰਦਾ ਗਾਵੇ ਜਾਂ ਪੜ੍ਹੇ, ਤੇ ਫਿਰ ਉਸ ਜੋ ਪੜ੍ਹਿਆ ਹੈ ਉਸਨੂੰ ਕੰਨਾਂ ਰਾਹੀਂ ਐਕਸੈਪਟ ਕਰੇ ਉਸਨੂੰ।
ਤੇ ਇਸ ਤਰ੍ਹਾਂ ਨਾ ਸੁਣੇ ਜਿਸ ਤਰ੍ਹਾਂ ਮੈਂ ਕਦੀ ਸੁਣਦਾ ਹੁੰਦਾ ਵੀ ਇੱਕ ਕੰਨ ਤੋਂ ਸੁਣਿਆ ਤੇ ਦੂਸਰੇ ਕੰਨ ਤੋਂ ਬਾਹਰ ਚਲਾ ਗਿਆ, ਉਹ ਨਹੀਂ। ਸੁਣਿਆ ਇਹਨੂੰ ਪ੍ਰੋਸੈਸ ਕਰਕੇ ਅੰਦਰ ਵਸਾਏ, ਉਸਨੂੰ ਐਕਸੈਪਟ ਕਰੇ ਉਸ ਚੀਜ਼ ਨੂੰ। ਤੇ ਸੁਣਿਆ ਵਾਲੀਆਂ ਪੌੜੀਆਂ ਜਿਹੜੀਆਂ ਹਨ, ਸੁਣਿਆ ਵਾਲੀਆਂ ਪੌੜੀਆਂ ਇਸ ਗੱਲ ਦੀ ਕਲੈਰਿਟੀ ਦਿੰਦੀਆਂ ਹਨ ਅੱਗੇ ਜਾ ਕੇ ਕਿ ਸੁਣਨ ਨਾਲ ਕੀ ਫਾਇਦੇ ਹਨ ਸਾਰੇ। ਤੇ ਸੁਣਿਆ ਦੁੱਖ ਪਾਪ ਦਾ ਨਾਸ ਵੀ ਹੈ। ਸੁਣਿਆ ਨਾਲ ਜਿਹੜੀਆਂ ਅੱਗੇ ਸੁਣਿਆ ਦੀਆਂ ਪੌੜੀਆਂ ਆਣਗੀਆਂ ਜਿਹੜੀਆਂ, which will not be discussing it in depth, maybe we will in passing we will mentioning that, ਉਹਦੇ ਵਿੱਚ ਨੋਟਿਸ ਕਰੋਗੇ ਕਿ ਉਹਦੇ ਜਿਹੜੇ ਸੁਣਨ ਦੇ ਨਾਲ ਜਿਹੜੇ ਫਾਇਦੇ ਜਿਹੜੇ ਹਨ, ਉਹ ਕਿਤਨੀਆਂ ਜ਼ਬਰਦਸਤ ਚੀਜ਼ਾਂ ਅੰਦਰ ਲਿਖੀਆਂ ਹੋਈਆਂ ਵੀ ਸੁਣਨ ਨਾਲ ਕਿਹੜੀਆਂ ਮਨ ਦੀਆਂ ਅਵਸਥਾ ਬਦਲ ਜਾਂਦੀਆਂ ਨੇ। ਸੁਣਿਆ ਦੀਪ ਲੋ ਪਾਤਾਲ ਹੈ, ਸੁਣਿਆ ਧਰਤਵਲ ਆਕਾਸ਼ ਹੈ, ਸੁਣਿਆ ਪੋ ਨਾ ਸਕੇ ਕਾਲ ਹੈ। ਕਿਉਂਕਿ ਵਿਗਾਸ ਜਿਹੜਾ ਅੰਦਰ ਖੇੜਾ ਸੁਣਨ ਨਾਲ ਹੈ ਸਾਰਾ। ਨਾਨਕ ਭਗਤਾ ਸਦਾ ਵਿਗਾਸ, ਕਿਉਂਕਿ ਵਿਗਾਸ ਅੰਦਰ ਸੁਣਨ ਨਾਲ ਹੈ ਸਾਰਾ। ਕੰਨਾਂ ਦੀ ਬੜੀ ਇੰਪੋਰਟੈਂਸ ਹੈ ਨਾ। ਸ਼ਲੋਕ ਸੰਸਕ੍ਰਿਤੀ ਵਿੱਚ ਇੱਕ ਸ਼ਲੋਕ ਹੈ, 2 ਸ਼ਲੋਕ ਆਉਂਦੇ ਹਨ ਮੈਨੂੰ ਵੈਸੇ ਮੈਨੂੰ ਯਾਦ ਹਨ ਸਾਰੇ, many of them ਕੰਠ ਹੋਏ, ਪਰ ਕਈ ਵਾਰੀ ਜਦੋਂ ਯਾਦ ਆਵਣ ਤੇ ਪੂਰਾ ਸ਼ਲੋਕ ਯਾਦ ਨਹੀਂ ਆ ਪਾਉਂਦਾ। ਤੇ 2 ਸ਼ਲੋਕ ਹਨ, ਇੱਕ ਸੇਵਾ ਪ੍ਰਥਾਈ ਤੇ ਇੱਕ ਸਿਮਰਨ ਪ੍ਰਥਾਈ। ਦੋਨੋਂ ਸ਼ਲੋਕ ਨਾਲ ਚੱਲਦੇ ਨੇ। ਪਹਿਲਾ ਸੇਵਾ ਪ੍ਰਥਾਈ ਸ਼ਲੋਕ ਹੈ ਜੀ। तो सेवा प्रथाई श्लोक ਵਿੱਚ ਦੱਸਿਆ ਨੇ ਬੜਾ ਕਿ ਕਿ ਪਾਛੰ ਕ੍ਰੋਧ ਅਗਣਵੀय, ਨਿਰਾਸੰਗ ਆਸ ਪੂਰਨਾ, ਨਿਰਧੰਗ ਭੈਂਗ ਧਨਵੰਤਾ। ਬੜੀਆਂ ਐਗਜ਼ਾਮਪਲ ਦਿੱਤੀਆਂ ਨੇ ਵੀ ਅੱਗੇ ਜਾ ਕੇ ਲਿਖਿਆ ਨੇ ਕਿ ਨਾਨਕ ਗੁਰ ਸੇਵਾ ਕਿੰਗ ਨਾ ਲੱਭੇ। ਤੇ ਵੀ ਦੱਸੋ ਵੀ ਇਹ ਸੇਵਾ ਕਰਨ ਨਾਲ ਕਿਹੜੀ ਚੀਜ਼ ਨਹੀਂ ਮਿਲਦੀ, ਪ੍ਰਮਾਤਮਾ ਦੀ ਹਰ ਚੀਜ਼ ਪ੍ਰਾਪਤ ਹੋ ਜਾਂਦੀ ਹੈ ਉਸ। ਉਸ ਤੋਂ ਅਗਲੇ ਸ਼ਲੋਕ ਵਿੱਚ ਸਿਮਰਨ ਦੀ ਇੰਪੋਰਟੈਂਸ ਦੱਸੀ ਹੈ। ਤੇ ਉਸ ਸ਼ਲੋਕ ਵਿੱਚ ਇੱਕ ਲਾਈਨ ਆਂਦੀ ਹੈ, ਮੈਂ ਕਈ ਵਾਰੀ ਹੈਰਾਨ ਰਹਿ ਜਾਂਦਾ ਉਸ ਲਾਈਨ ਨੂੰ ਪੜ੍ਹ ਕੇ। ਮਹਾਰਾਜ ਗੁਰਿੰਦੇ ਮਹਾਰਾਜ ਦੀ ਬਾਣੀ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦਰਜ ਹੈ, ਜਨਮ ਮਰਨ ਰਹਿੰਤ ਸਰੋਤਾ। ਸਰੋਤਾ ਜਿਹੜਾ ਹੈ, ਅੱਛਾ ਸਰੋਤਾ ਜਨਮ ਮਰਨ ਤੋਂ ਰਹਿੰਤ ਹੈ, ਜਨਮ ਮਰਨ ਤੋਂ ਅੱਗੇ ਹੈ, ਜਨਮ ਮਰਨ ਤੋਂ ਪਰੇ ਹੈ ਉਹ ਸਰੋਤਾ। ਸਰੋਤੇ ਵਿੱਚ, ਸੁਣਨ ਵਾਲੇ ਵਿੱਚ ਬੜੀਆਂ ਤਾਕਤਾਂ ਹਨ, ਬੜੀਆਂ, ਜਿਹਦੇ ਕੰਨ ਸਟਰੋਂਗ ਹਨ, ਜਿਹਦਾ ਬ੍ਰੇਨ ਉਸ ਚੀਜ਼ ਨੂੰ ਲਿਆਉਣ ਨੂੰ ਤਿਆਰ ਹੈ। ਤੇ ਮੈਂ ਅੱਜ ਤੋਂ ਕੋਈ 2 ਸਾਲ ਪਹਿਲੇ ਜਦੋਂ ਪੈਂਡੇਮਿਕ ਸ਼ੁਰੂ ਹੋਇਆ ਸੀ, I don't know if somebody remembers or not, or somebody attended that class or not, ਗੁਰੂ ਹਰਗੋਬਿੰਦ ਮਹਾਰਾਜ ਦੇ ਦਰਬਾਰ ਵਿੱਚ ਸਿੱਖ ਆਏ 4, ਬੜੇ ਕਰਨੀ ਵਾਲੇ ਸਿੱਖ ਸਨ ਬੜੇ। ਤੇ ਮਹਾਰਾਜ ਦਰਬਾਰ ਚ ਆ ਕੇ ਕਹਿਣ ਲੱਗੇ, ਮਹਾਰਾਜ ਬਾਣੀ ਬੜੀ ਪੜ੍ਹਦੇ ਹਾਂ, ਕੀਰਤਨ ਬੜਾ ਕਰਦੇ ਹਾਂ, ਕੀਰਤਨ ਸੁਣਦੇ ਵੀ ਹਾਂ, ਪਰ ਧਿਆਨ ਨਹੀਂ ਲੱਗਦਾ ਸਾਡਾ, ਧਿਆਨ ਵਿੱਚ ਕਮੀ ਹੈ ਕਿਧਰੇ। ਮਹਾਰਾਜ ਸਾਨੂੰ ਇੱਜ਼ਤ ਬਖਸ਼ੋ ਸਾਨੂੰ, ਤੇ ਸਾਨੂੰ ਸਮਝਾਓ ਕਿ ਮੈਂ ਇਤਨਾ ਕੀਰਤਨ ਕਰਨ ਦੇ ਬਾਵਜੂਦ, ਇਤਨੀ ਬਾਣੀ ਪੜ੍ਹਨ ਦੇ ਬਾਵਜੂਦ ਕਿਉਂ ਨਹੀਂ ਮੇਰਾ ਧਿਆਨ ਇਹਦੇ ਵਿੱਚ ਪੂਰਾ ਲੱਗ ਪਾਉਂਦਾ। ਸੂਰਜ ਪ੍ਰਕਾਸ਼ ਲੰਬੀ ਕਥਾ ਇਹਦੇ ਉੱਤੇ। ਤੇ ਉੱਥੇ ਫਿਰ 14 ਗੁਣ ਸਰੋਤੇ ਦੇ ਬਿਆਨ ਕੀਤੇ ਹਨ ਕਿ ਇਹ ਕਿਹੜੀਆਂ ਕੁਆਲਿਟੀਜ਼ ਚਾਹੀਦੀਆਂ ਹਨ ਲਿਸਨਰ ਵਿੱਚ। ਗੁੱਡ ਲਿਸਨਰ ਕੌਣ ਹੈ? If I remember, I'll repeat them. I don't know whether any one of you were listening to that class back in ਜਿਹੜੇ LA ਵਾਲੀ ਸੰਗਤ ਹੈ ਜਿਹੜੀ, ਉਹ ਕਲਾਸ ਮੈਂ ਬੜੀ ਵਾਰ ਡਿਸਕਸ ਕੀਤੇ ਹੋਏ ਨੇ, ਬੜੇ ਮੇਰਾ ਫੇਵਰੇਟ ਟੌਪਿਕ ਹੈ ਕਈ ਵਾਰੀ ਗੱਲ ਕਰਨ ਦਾ। ਤੇ ਸੂਰਜ ਪ੍ਰਕਾਸ਼ ਵਿੱਚ ਉਹ 14 ਗੁਣ ਸਰੋਤੇ ਦੇ ਬਿਆਨ ਕੀਤੇ ਹਨ। ਲਿਸਨਰ ਕਿਹੜਾ, ਬੈਸਟ ਲਿਸਨਰ ਕਿਹੜਾ ਹੈ, ਜਿਹੜਾ ਲਿਸਨਿੰਗ ਦੀਆਂ ਕੁਆਲਿਟੀਜ਼, ਕਿਹੜਾ ਅੱਛਾ ਲਿਸਨਰ ਹੈ। ਤੇ ਜਿੱਥੇ ਫਿਰ ਇਹ ਵੀ ਨਾਲ ਉੱਥੇ ਆਏ ਨੇ ਵਰਲਡ ਸੂਰਜ ਪ੍ਰਕਾਸ਼ ਵਿੱਚ ਕਿ ਜਿੱਥੇ ਸਰੋਤੇ ਦੇ 14 ਗੁਣ ਹਨ, ਉੱਥੇ ਬਖਤੇ ਦੇ ਵੀ 14 ਗੁਣ ਹਨ ਬੋਲਣ ਵਾਲੇ ਚ। ਤੇ ਸਰੋਤੇ ਦੇ ਗੁਣ ਬਖਤੇ ਦੇ ਗੁਣ ਤੇ ਆਧਾਰਿਤ ਹਨ। ਜੇ ਬੋਲਣ ਵਾਲਾ ਠੀਕ ਬੋਲੇਗਾ ਤੇ ਸੁਣਨ ਵਾਲਾ ਠੀਕ ਸੁਣੇਗਾ। ਜੇ ਬਖਤੇ ਵਿੱਚ ਗੁਣ ਨਹੀਂ ਹਨ ਇੰਪ੍ਰੈਸ ਕਰਨ ਦੇ, ਫਿਰ ਸਰੋਤੇ ਵਿੱਚ ਗੁਣ ਬੜੇ ਮੁਸ਼ਕਿਲ ਹਨ ਬੜੇ। Maybe in the next coming weeks, if somebody reminds me, we can repeat those ਜਿਹੜੇ ਗੁਣ ਜਿਹੜੇ ਆਏ ਹਨ, ਜਿਹੜੇ ਸਰੋਤੇ ਦੇ ਤੇ ਬਖਤੇ ਦੇ ਗੁਣ ਜਿਹੜੇ ਉਸ ਗੁਰੂ ਹਰਗੋਬਿੰਦ ਮਹਾਰਾਜ ਨੇ ਉੱਥੇ ਬਾਣੀ ਵਿੱਚ, ਉੱਥੇ ਸੂਰਜ ਪ੍ਰਕਾਸ਼ ਦਰਜ ਹਨ ਉਹ ਗੁਣ ਜਿਹੜੇ ਹਨ ਜਿਹੜੇ। ਤੇ ਗਾਵੀਏ ਸੁਣੀਏ ਮਨ ਰੱਖੀਏ ਭਾਓ, ਇਹ ਅਰਦਾਸ ਰੂਪ ਵਿੱਚ ਵਰਡ ਆਏ ਹਨ। ਉਹਨਾਂ ਦੇ ਗੁਣਾਂ ਨੂੰ ਗਾਓ, ਉਹਨਾਂ ਦੇ ਉਸ ਦੇ ਗੁਣ ਨੂੰ ਗਾ ਕੇ ਕੰਨਾਂ ਰਾਹੀਂ ਸੁਣੋ, ਤੇ ਸੁਣ ਕੇ ਆਪਣੇ ਮਨ ਵਿੱਚ ਪ੍ਰੇਮਾ ਭਗਤੀ ਦੀ ਭਾਵਨਾ ਪੈਦਾ ਕਰੋ।
ਇਹ ਸਾਰ ਹੈ ਜਪਜੀ ਦਾ। ਮੈਂ ਦੱਸ ਰਿਹਾ ਇਹ ਲਾਈਨਾਂ ਜਿਹੜੀਆਂ ਹੈ। ਕਈ ਨੂੰ ਤਕਲੀਫ ਹੈ ਕੀ ਕਰੀਏ ਜੀ, ਗੁਣ ਗਾਇਨ ਕੀ ਹੁੰਦਾ ਹੈ ਜੀ, ਗੁਣਾਂ ਨੂੰ ਕਿਉਂ ਗਾਇਨ ਕਰੀਏ। ਉਹਨੂੰ ਗੁਣ ਨੂੰ ਸੁਣਨ, ਉਹਨੂੰ ਕੋਈ ਸ਼ੌਕ ਨਹੀਂ ਹੈ ਗੁਣਾਂ ਨੂੰ ਸੁਣਨ ਦਾ। ਉਹਨੂੰ ਨਾ ਗਾਓ ਤਾਂ ਉਹਨੂੰ ਕੋਈ ਫਰਕ ਨਹੀਂ ਪੈਣ ਵਾਲਾ। ਉਹਨੂੰ ਕੋਈ ਸ਼ੌਕ ਨਹੀਂ ਹੈ ਕਿ ਮੈਨੂੰ ਕਵੇ ਵੱਡਾ, ਕਿ ਮੈਂ ਵੱਡੇ ਤੋਂ ਵੱਡਾ ਹਾਂ। ਤੁਸੀਂ ਇਸ ਵਾਸਤੇ ਕਹਿਣਾ ਹੈ ਕਿ ਤੁਸੀਂ ਉਸ ਵਰਗਾ ਵੱਡਾ ਬਣਨਾ ਹੈ, ਤੁਸੀਂ ਉਸ ਵਰਗਾ ਬਣਨਾ ਹੈ। ਤੁਹਾਡੇ ਅੰਦਰ ਉਹਦੇ ਪ੍ਰੇਮਾ ਭਗਤੀ ਦੀ ਆਪਣੇ ਅੰਦਰ, ਤੁਹਾਡੇ ਅੰਦਰ ਜਵਾਲਾਮੁਖੀ ਬੱਚੇ। ਇਸ ਵਾਸਤੇ ਤੁਸੀਂ ਕਹਿਣਾ ਹੈ। I'm going to stop here for a second and see if somebody has any questions. I have few more minutes left though, but so ਗੱਲ ਇੱਥੇ ਤੱਕ ਆਈ ਹੈ ਹੁਣ ਤੱਕ ਕਿ ਉਹ ਪ੍ਰਮਾਤਮਾ ਨੂੰ ਇੱਕ ਜਗ੍ਹਾ ਰਹਿਣ ਵਾਲਾ, ਇੱਕ ਜਗ੍ਹਾ ਐਸਟੈਬਲਿਸ਼ ਹੋਣ ਵਾਲਾ ਨਹੀਂ ਹੈ। ਉਹ ਇਸ ਗੱਲ ਨੂੰ ਆਪਣੇ ਅੰਦਰ ਮਿਟਾ ਦਿਓ ਕਿ ਇੱਥੇ ਬੈਠਾ ਤੇ ਇੱਥੇ ਨਹੀਂ ਬੈਠਾ ਹੋਇਆ। ਔਰ ਦੂਸਰੀ ਗੱਲ ਹੈ ਕਿ ਉਹ ਆਪ ਹਰ ਜਗ੍ਹਾ ਬੈਠਾ ਹੋਇਆ ਹੈ, ਲੇਕਿਨ ਇਸ ਦੁਨੀਆ ਦੀ ਮੈਲ ਉਦੋਂ ਲੱਗੀ ਨਹੀਂ ਉਸਨੂੰ। ਤੇ ਇੱਥੇ ਸਾਧਨ ਪੱਖ ਇਹ ਹੈ ਕਿ ਤੁਸੀਂ ਵੀ ਜੇ ਕਰੋਗੇ ਤੇ ਤੁਸੀਂ ਵੀ ਨਿਰੰਜਨ ਰੂਪ ਹੋ ਜਾਓਗੇ। ਤੇ ਜੇ ਉਹਦੇ ਨੇੜੇ ਆਣਾ ਚਾਹੁੰਦੇ ਹੋ ਤੇ ਫਿਰ ਸੱਚ ਨਾਲ ਵਡਿਆਈ ਵਿਚਾਰ ਵਾਲੀ ਅਵਸਥਾ ਕਰਨਾ ਚਾਹੁੰਦੇ ਹੋ ਤੇ ਫਿਰ ਉਹਦੀ ਸੇਵਾ ਕਰੋ। ਤੇ ਸ਼ਬਦ ਦੀ ਸੇਵਾ ਹੈ, ਸ਼ਬਦ ਦੀ ਸੇਵਾ ਹੈ ਸ਼ਬਦ ਦਾ ਵਿਚਾਰ ਤੇ ਸ਼ਬਦ ਦਾ ਗੁਣ ਗਾਇਨ। ਤੇ ਸ਼ਬਦ ਦਾ ਗੁਣ ਗਾਇਨ ਹੈ ਗਾਇਨ, ਤੇ ਸ਼ਬਦ ਦੇ ਵਿਚਾਰ ਨੂੰ ਆਪਣੇ ਮਨ ਵਿੱਚ ਥਾਂ ਦਿਓ ਤੇ ਉਹ ਆਪਣੇ ਮਨ ਵਿੱਚ ਪਿਆਰ ਸਹਿਤ ਉਸ ਸ਼ਬਦ ਦੀ ਵਿਚਾਰ ਨੂੰ ਆਪਣੇ ਅੰਦਰ ਗ੍ਰਹਿਣ ਕਰੋ। ਤੇ ਸ਼ਬਦ ਦੀ ਵਿਚਾਰ ਦਾ ਪਿਆਰ ਅੰਦਰ ਮਨ ਗ੍ਰਹਿਣ ਕਰਕੇ ਮਨ ਵਿੱਚ ਪ੍ਰੇਮਾ ਭਗਤੀ ਦੀ ਮੰਗ ਕਰੋ। ਇਹ ਹੈ ਉਸ ਦਾ ਗੁਣ ਗਾਇਨ। ਜਿਹੜੇ ਕਰਦੇ ਹਨ ਉਹਨਾਂ ਨੂੰ ਬੜਾ ਮਾਣ ਮਿਲਿਆ ਹੈ। ਤੇ ਮਾਣ ਕਈ ਵਾਰੀ ਮਾਣ ਇਹ ਨਾ ਸਮਝਣਾ ਕਿ ਉਹ ਮਾਣ ਜਿਹੜਾ ਕੋਈ ਕਰੋੜਪਤੀ ਬਣ ਗਿਆ ਜਾਂ ਕੋਈ ਬੜੇ ਪੈਸੇ ਮਿਲ ਗਏ ਔਰ ਉਸਨੂੰ ਇਹੋ ਜਿਹੀਆਂ ਚੀਜ਼ਾਂ ਮਿਲੀਆਂ ਕਿ ਇਹ ਚੀਜ਼ਾਂ ਪਿੱਛੇ ਰਹਿ ਗਈਆਂ ਉਹਦੇ ਸਾਹਮਣੇ, ਤੇ ਉਹ ਤੇ ਫਿਰ ਉਹਨਾਂ ਦੇ ਪਿੱਛੇ ਬਸਦਾ ਹੈ, ਉਹਨਾਂ ਦੇ ਮਤ ਭੁੱਖਾ ਰਹਿ ਜਾਏ, ਇਹ ਕਿਧਰੇ ਭੁੱਖਾ ਨਾ ਰਹਿ ਜਾਏ ਕਿਧਰੇ। ਸੋ ਉਹ ਫਿਰ ਕਬੀਰ ਵਰਗੇ ਤੇ ਨਾ ਇਹ ਫਿਰ ਨਾਮਦੇਵ ਵਰਗੇ, ਫਿਰ ਇਹਨਾਂ ਨੂੰ ਪੁੱਛੇ ਕੋਈ ਜਾ ਕੇ, ਹਜ਼ਰਤ ਮੀਆਂ ਮੀਰ ਵਰਗੇ, ਨਿਜ਼ਾਮੁਦੀਨ ਔਲੀਆ ਵਰਗੇ ਨੂੰ ਪੁੱਛੇ ਕੋਈ ਜਾ ਕੇ ਵੀ ਤੁਹਾਨੂੰ ਕਿੰਨਾ ਕੁ ਮਾਣ ਦਿੱਤਾ ਹੈ ਸੰਗਤਾਂ ਨੇ। ਉਹ ਦੱਸਣਗੇ ਤੁਹਾਨੂੰ, ਜਿਨ੍ਹਾਂ ਨੇ ਪ੍ਰਮਾਤਮਾ ਨਾਲ ਭਗਤੀ ਕੀਤੀ ਹੈ ਜਿਨ੍ਹਾਂ ਨੇ। ਤੇ ਇੱਥੇ ਮਾਣ ਉਹਨਾਂ ਨੂੰ, ਇੱਥੇ ਗੁਣ ਗਾਇਨ ਦਾ ਮਾਣ ਉਹਨਾਂ ਨੂੰ ਦਿੱਤਾ ਨੇ ਜਿਹੜੇ ਉਹਨਾਂ ਨੂੰ ਗੁਣਾਂ ਨੂੰ ਸੁਣ ਕੇ ਤੇ ਅੱਛੇ ਸਰੋਤੇ ਬਣ ਕੇ ਤੇ ਬਾਣੀ ਦੀ ਵਿਚਾਰ ਸੁਣ ਕੇ, ਬਾਣੀ ਨੂੰ ਗਾ ਕੇ ਤੇ ਆਪਣੇ ਅੰਦਰ ਉਸ ਪ੍ਰੇਮਾ ਭਗਤੀ ਦੀ ਮੰਗ ਤੇ ਪ੍ਰੇਮਾ ਭਗਤੀ ਦੇ ਨਾਲ ਜਿਹੜੇ ਉਜਾਗਰ ਹੁੰਦੇ ਹਨ ਜਿਹੜੇ। ਤੇ ਇਸ ਦੀ ਸਭ ਤੋਂ ਵੱਡੀ ਕਣੀ ਜਿਹੜੀ ਹੈ ਅਗਲੀਆਂ ਲਾਈਨਾਂ ਵਿੱਚ ਜੋੜੀ ਨੇ ਕਿ ਇਹ ਜੋੜੀ ਕੜੀ ਜੋੜਨ ਵਾਲਾ ਗੁਰੂ ਹੈ, ਹੋਰ ਕੋਈ ਨਹੀਂ। ਇੱਥੇ ਗੁਰੂ ਦੀ ਗੱਲ ਛੇੜਨਗੇ। ਹੁਣ ਤੱਕ ਗੁਰੂ ਦੀ ਗੱਲ ਆਈ ਨਹੀਂ, ਪਰ ਅਗਲੀਆਂ ਲਾਈਨਾਂ ਵਿੱਚ ਗੁਰੂ ਦੀ ਗੱਲ ਆਈ ਹੈ ਕਿ ਗੁਰੂ ਤੋਂ ਹੀ ਸਭ ਕੁਝ ਮਿਲਣਾ ਹੈ। ਗੁਰੂ ਹੀ ਮੇਰੀ ਪਾਰਵਤੀ ਹੈ, ਗੁਰੂ ਹੀ ਮੇਰਾ ਵਿਸ਼ਨੂੰ ਹੈ, ਗੁਰੂ ਹੀ ਮੇਰਾ ਸ਼ਿਵ ਹੈ, ਗੁਰੂ ਹੀ ਮੇਰੀ ਸਭ ਕੁਝ ਹੈ, ਗੁਰੂ ਹੀ ਮੇਰੇ ਵਾਸਤੇ ਨਾਦ ਹਨ, ਗੁਰੂ ਦੇ ਵਿੱਚ ਹੀ ਮੇਰੇ ਸਭ ਤੋਂ ਵੱਡੇ ਗੁਣ ਪੈਦਾ ਹੋਏ ਹੈ। ਉਹ ਅਗਲੀਆਂ ਲਾਈਨਾਂ ਵਿੱਚ ਆਣਗੇ। ਪਰ ਹੁਣ ਤੱਕ ਜਿਹੜੀ ਡਿਸਕਸ਼ਨ ਹੈ ਕਿ ਪ੍ਰਮਾਤਮਾ ਦੀ ਸੇਵਾ ਕਿਹਨੂੰ ਕਰਨੀ ਹੈ, ਉੱਥੇ ਤੱਕ ਕਿੰਜ ਪਹੁੰਚਣਾ ਹੈ। ਦੇਖੋ ਕਿਸ ਤਰ੍ਹਾਂ ਹਰ ਕਲੈਰਿਟੀ ਨੂੰ ਕਰਕੇ ਜਪਜੀ ਵਿੱਚ ਪੂਰੀਆਂ ਕਲੈਰਿਟੀ ਦਿੱਤੀ ਹੋਈ ਹੈ ਹਰ ਇੱਕ ਚੀਜ਼ ਦੀ। I'm going to stop here and for a few minutes now and let somebody else speak or give any comments or whatever, and give my voice some rest now. ਸੁਰਿੰਦਰ ਜੀ, ਸ਼ਲੋਕ ਸਹਿਸਕ੍ਰਿਤੀ ਦੇ ਨੰਬਰ ਦਿਓ, ਦੱਸੋਗੇ ਜਿਹੜੇ ਸੇਵਾ ਦੇ ਤੁਸੀਂ ਕਿਹਾ? ਹੁਣ ਮੈਨੂੰ ਯਾਦ ਨਹੀਂ ਹੈ। if somebody can look up ਆਛੰ ਕ੍ਰੋਧ ਅਗਰਣਵੀ ਨਿਰਾਸੰਗ ਆਸ ਪੂਰਨਾ, ਇਹ ਸ਼ਬਦ, ਇਹ ਸ਼ਲੋਕ ਜਿਹੜਾ ਇਹ ਸੇਵਾ ਪ੍ਰਥਾਈ ਸ਼ਲੋਕ ਹੈ ਜਿਹੜਾ। if somebody can quickly look it up, maybe they can give you the page number or the shlok number. ਮੈਨੂੰ ਸ਼ਲੋਕ ਨੰਬਰ ਮੈਨੂੰ ਯਾਦ। Veer ji, it's I think 20. You told before also. It's 20. Number 20 है जी। Slok number 20. You told before in the class too. ਤੇ 21 ਵਿੱਚ ਸਿਮਰਨ ਦੇ ਹੈ। ਉਹਦੀ ਪਹਿਲੀ ਲਾਈਨ ਮੈਨੂੰ ਯਾਦ ਨਹੀਂ ਆ ਰਹੀ ਹੈ ਕਿ somebody has that, they can share that with me. 21st ਸ਼ਲੋਕ ਦੀ ਪਹਿਲੀ ਲਾਈਨ ਜਿਹੜੀ ਹੈ ਉਹ ਸਿਮਰਨ ਤੇ ਆਧਾਰਿਤ ਹੈ ਸ਼ਲੋਕ। ਇੱਕ ਸੇਵਾ ਤੇ ਹੈ, ਇੱਕ ਸਿਮਰਨ ਤੇ ਹੈ। ਤੇ ਸਿਮਰਨ ਵਾਲਾ ਸ਼ਲੋਕ ਬਹੁਤ ਜ਼ਬਰਦਸਤ ਹੈ। maybe we can discuss that also one day, I mean ਉਹਦੇ ਵਿੱਚ ਉਸ ਨਿਰੋਲ ਪ੍ਰਮਾਤਮਾ ਦੀ
ਭਗਤੀ ਤੇ ਦੁਸਤੇ ਰੋ ਪਰਮਾਤਮਾ ਦੀ ਸਿਮਰਨ ਦੇ ਉੱਤੇ ਫੋਕਸ ਕਰਕੇ ਇਨਕਰੇਜ ਕੀਤਾ ਹੈ ਪੰਡਤਾਂ ਨੂੰ ਵੀ ਤੁਸੀਂ ਵੀ ਉਸ ਪਾਸੇ ਜੁੜੋ ਤੇ ਉਹ ਉਸ ਸਿਮਰਨ ਦੀ ਲੋ ਨੂੰ ਆਪਣੇ ਅੰਦਰ ਪੈਦਾ ਕਰੋ ਜਿਹਨੂੰ ਹਾਂਜੀ if somebody has that they can share, otherwise it's fine, we can talk about it, that's no big deal. Viji, I just wanted to share couple of thoughts. ਇਸ ਤਰ੍ਹਾਂ ਮਹਿਸੂਸ ਹੁੰਦਾ ਹੈਗਾ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਸੀਗੇ ਕਿ ਜਿਹੜੀ ਪਹਿਲੀ ਲਾਈਨ ਹੈ ਥਾਪਿਆ ਨਾ ਜਾਏ ਕੀਤਾ ਨਾ ਹੋਏ ਕਿ ਮੂਰਤੀ ਪੂਜਾ ਤਰਫ ਇਸ਼ਾਰਾ ਹੈ. So it seems to me that it's that and it's more in the sense that ਕਿਉਂਕਿ ਉਹ ਹਰ ਜਗ੍ਹਾ ਵਿਰਾਜਮਾਨ ਹੈ ਤੇ ਉਹਦੀ ਪੂਜਾ ਹਰ ਜਗ੍ਹਾ ਕੀਤੀ ਜਾ ਸਕਦੀ ਹੈਗੀ without restriction to any particular religious place. That is exactly what it is. That's exactly, I agree 100%. That is exactly what the message is. Yeah. Hanji, thank you, Virji. And then I guess the other thing ਇਸ ਤਰ੍ਹਾਂ ਮਹਿਸੂਸ ਹੁੰਦਾ ਹੈਗਾ ਕਿ ਜਿਸ ਤਰ੍ਹਾਂ ਪੌੜੀ ਨੰਬਰ 4 ਵਿੱਚ ਉਹਨਾਂ ਨੇ ਜਿਹੜੇ 2 ਕੁਐਸਚਨ ਪੁੱਛੇ ਸੀਗੇ ਕਿ ਫਿਰ ਕੇ ਅੱਗੇ ਰੱਖੀਏ ਹੋਰ ਮੂੰਹ ਕੇ ਬੋਲਣ ਬੋਲੀਏ ਤੇ ਉਹਦਾ ਇੱਕ ਇਨਡਾਇਰੈਕਟ ਆਨਸਰ ਸੀਗਾ in the ਪੌੜੀ ਨੰਬਰ 4 ਕਿ ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ ਤੇ ਇੱਥੇ ਪੌੜੀ ਨੰਬਰ 5 ਦੇ ਵਿੱਚ perhaps there's also an indication of more direct answers to those 2 questions. And ਇੱਕ ਜਿਹੜਾ ਹੈਗਾ ਕਿ ਅਗਰ ਤੁਸੀਂ ਕੁਝ ਆਫਰ ਕਰਨਾ ਚਾਹੁੰਦੇ ਹੋ ਅਗਰ ਕੁਝ ਅੱਗੇ ਰੱਖਣਾ ਚਾਹੁੰਦੇ ਹੋ ਜਿਹਦੇ ਨਾਲ ਦਰਬਾਰ ਦੱਸੇ ਤੇ that is the ਸੇਵਾ. And ਜਿਸ ਤਰ੍ਹਾਂ ਤੁਸੀਂ ਕਿਹਾ ਕਿ ਉਹਦੇ ਗੁਣਾਂ ਦੇ ਗਾਣ ਦਾ ਸੇਵਾ ਜਿਹਦੇ ਨਾਲ you can make progress towards that darbar. And then the other one being so and ਮੂੰਹ ਕੇ ਬੋਲਣ ਬੋਲੀਏ ਉਹ ਵੀ ਉਹਦੇ ਵਿੱਚ ਹੀ ਆ ਗਿਆ ਕਿਉਂਕਿ ਇੱਕ you can offer seva and then ਜਿਹੜਾ ਮੂੰਹ ਤੋਂ ਆਪਾਂ ਗਾ ਰਹੇ ਹਾਂ that is ਉਹਨਾਂ ਦੀ ਗੁਣਾਂ ਨੂੰ ਗਾਣਾ. And again I think with respect to the kirtan it makes perfect sense ਕਿ ਸਾਰੀ ਦੀ ਸਾਰੀ ਬਾਣੀ ਕੀਰਤਨ ਵਿੱਚ ਹੈਗੀ ਜਿਸ ਤਰ੍ਹਾਂ ਤੁਸੀਂ ਕਿਹਾ ਹੈਗਾ ਕਿ ਇੱਥੇ ਉਹਨਾਂ ਨੇ ਉਹ ਨੀਂਹ ਰੱਖੀ ਹੈਗੀ ਕੀਰਤਨ ਗਾਣ ਦੀ. But then I also feel it is broader than that ਕਿਉਂਕਿ ਗੁਣ ਜਿਹੜੇ ਹੈਗੇ it can be expressed not only in kirtan but in actions, in seva, in different types of expressions and art, in various ways. The expression hega, it is broader than only kirtan, although kirtan is the starting point perhaps of that. Yeah. Okay, that's fine. Yeah, you can take it that way. Absolutely. Yeah. Ede bani de meaning atha hai, koi limitless hai ede meaning. ਕਿਸੇ ਵੀ ਰੂਪ ਵਿੱਚ ਪਰ ਇਹ ਯਾਦ ਰਹੇ ਸਾਰਿਆਂ ਨੂੰ ਗੱਲ ਇਹ ਮੈਂ ਦੁਬਾਰਾ ਚੇਤਾ ਕਰਾ ਦਿਆਂ ਜਦੋਂ ਇਸ ਬਾਣੀ ਦੀ ਰਚਨਾ ਹੋਈ ਹੈ ਤੇ ਉਸ ਵੇਲੇ ਸਿੱਖ ਮਤਲਬ ਕੋਈ ਪਿਓਰ ਇਸ ਤਰ੍ਹਾਂ ਸਿੱਖ ਨਹੀਂ ਸਨ ਸਾਰੇ ਸੁਣਨ ਵਾਲੇ ਸਾਰੇ ਸਨਾਤਨੀ ਸਨ ਸੁਣਨ ਵਾਲੇ ਸਾਰੇ ਹਿੰਦੂ ਸਨ ਇਸ ਜਾਂ ਮੁਸਲਮਾਨ ਸਨ. ਸੋ ਇਹ ਗੱਲ ਚੇਤਾ ਨਾ ਭੁੱਲਿਓ ਥਾਪਿਆ ਨਾ ਜਾਏ ਕੀਤਾ ਨਾ ਹੋਏ ਤੇ ਮੋਸਟ ਆਥਰਸ ਐਗਰੀ ਕਿ ਉਹਨਾਂ ਵਾਸਤੇ ਲਿਖੀ ਗਈ ਹੈ ਕਿ ਉਸ ਵੇਲੇ ਜਦੋਂ ਇਹ ਬਾਣੀ ਰਚਨਾ ਹੋਈ ਹੈ ਉਸ ਵੇਲੇ ਹੁਣ ਦੀ ਸੰਗਤ ਨਹੀਂ ਸੀ ਕਿ ਸਿੱਖ ਬੈਠੇ ਸਾਰੇ ਸੁਣਦੇ ਪਏ. ਉਸ ਵੇਲੇ ਸੁਣਨ ਵਾਲੇ ਮੋਸਟਲੀ 99% ਜਿਹੜੇ ਬੰਦੇ ਜਿਹੜੇ ਸਨ ਹਲੇ ਰਿਲੀਜਨ ਦੀ ਕੋਈ ਅਲੱਗ ਇਸਟੈਬਲਿਸ਼ਮੈਂਟ ਨਹੀਂ ਹੋਈ ਸੀ ਹਲੇ ਉਹਨਾਂ ਦਿਨਾਂ ਵਿੱਚ ਸੁਣਨ ਵਾਲੀ ਜਿਹੜੀ ਜਨਤਾ ਜਿਹੜੀ ਹੈ ਜਿਹੜੀ ਸਾਡੀ ਜ਼ਿਆਦਾ ਜਾਂ ਹਿੰਦੂ ਸਨ ਜ਼ਿਆਦਾ ਸੁਣਨ ਵਾਲੇ ਤੇ ਜਾਂ ਜ਼ਿਆਦਾ ਮੁਸਲਮਾਨ ਸਨ. ਇਸ ਗੱਲ ਦਾ ਚੇਤਾ ਰਹੇ. ਹਾਂਜੀ ਨਰਿੰਦਰ ਵੀ ਜੀ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਪਲੀਜ਼ ਸ਼ੇਅਰ. Just one little comment about listening. Then when we are listening to somebody talk, our mind is also talking. So we have to shut that up, okay? So we have to stop listening to our mind. And that's not easy to do. So because when somebody is talking, they have made a lot of effort in preparing. So we should listen to them because we start analyzing, we start questioning, we don't agree, and all of this is going on in our head. If we can shut that up, I think you will listen. Your listening quality will be much sharper. You will have a lot more understanding of what. ਇਹ ਵੀ ਆਪਣੇ ਵਸ ਵਿੱਚ ਨਹੀਂ ਹੈ ਕਈ ਵਾਰ ਇਹ ਵੀ ਅਰਦਾਸ ਜੇ ਬੰਦਾ ਕਰੇ ਕਿ ਹੇ ਮੇਰੇ ਦਾਤਾ ਮੈਨੂੰ ਇਸ ਗੱਲ ਨੂੰ ਸਮਝਾ ਦਿਓ ਕਿ ਮੈਂ ਕੁਝ ਨਹੀਂ ਹਾਂ ਮੇਰੇ ਵਿੱਚ ਕੋਈ ਤਾਕਤ ਨਹੀਂ ਮੇਰੇ ਵਿੱਚ ਕੋਈ ਹਿੰਮਤ ਨਹੀਂ ਮੈਨੂੰ ਸਮਝਾ ਦਿਓ ਤੁਸੀਂ ਮੈਂ ਸਭ ਤੋਂ ਨੀਵਾਂ ਹਾਂ
ਮੈਂ ਨਹੀਂ ਸਮਝਣ ਵਾਲਾ, ਤੁਸੀਂ ਸਮਝਾਓ। ਇਹ ਵੀਰ ਜੀ ਫਿਰ ਇਹ ਇੱਕ ਪ੍ਰੋਸੈਸ ਹੈ ਵੀਰ ਜੀ, ਜਿਹਦੇ ਨਾਲ ਹੁੰਦਾ ਹੈ ਕੰਮ। ਇੰਨਾ ਈਜ਼ੀ ਨਹੀਂ ਹੈ। I totally get what you're saying though, and but ਕਈ ਵਾਰੀ ਤੁਹਾਡਾ ਮਾਈਂਡ ਜਿਹੜਾ ਦੌੜਨਾ ਸ਼ੁਰੂ ਕਰ ਦਿੰਦਾ ਹੈ, ਫਿਰ ਔਰ ਕਈ ਵਾਰੀ ਜ਼ਿਆਦਾ ਨੌਲੇਜ ਹਿੰਡਰੈਂਸ ਹੀ ਬੜੀ ਵਾਰੀ ਬਣ ਜਾਂਦੀ ਹੈ। ਮੇਰੇ ਦਿਮਾਗ 'ਚ ਵੀ ਕਈ ਵਾਰੀ ਗੱਲਾਂ, ਮੈਨੂੰ ਯਾਦ ਹੈ ਵੀਰ ਜੀ, ਮੈਂ ਆਪਣੇ 30 ਸਾਲ ਪੁਰਾਣਾ ਮੈਂ ਚਲਾ ਜਾਵਾਂ 30s ਵਿੱਚ, ਤੇ ਉਸ ਵੇਲੇ ਜਦੋਂ ਪੜ੍ਹਨਾ ਸ਼ੁਰੂ ਕੀਤਾ ਸਾਰਾ ਕੁਝ 20s 30s ਵਿੱਚ ਜ਼ਿਆਦਾ, ਜਦੋਂ ਰੈਡ ਮੋਸਟ, ਤੇ ਇੱਕ ਫੀਲਿੰਗ ਕਦੀ ਕਦੀ ਮਨ 'ਚ ਆ ਜਾਂਦੀ ਸੀ ਕਿ oh my God, you have read so much, ਤੇ ਜਦੋਂ ਸਾਰਾ ਕੁਝ ਪੜ੍ਹਨ ਤੋਂ ਬਾਅਦ ਨਤੀਜਾ ਇਹ ਹੀ ਨਿਕਲਿਆ, ਕੁਝ ਨਹੀਂ ਪਤਾ ਲਾਸਟ ਵਿੱਚ। ਕਈ ਬੰਦਾ ਕੀ ਹੈ, ਕੀ ਪਤਾ ਵੀ, ਕੱਖ ਨਹੀਂ ਪਤਾ ਹਾਲੇ, ਕਿਉਂਕਿ ਐਟਲੀਸਟ ਮੈਂ ਆਪਣੇ ਪਰਸਨਲ ਐਕਸਪੀਰੀਅੰਸ ਵਿੱਚ ਹੀ ਦੱਸ ਰਿਹਾ ਤੁਹਾਨੂੰ ਕਿ the more I read, the more I sort of understood, the more I understood ਇੱਕ ਚੀਜ਼ ਬਿਲਕੁਲ ਸਮਝ ਆ ਗਈ, ਤੁਹਾਨੂੰ ਕੱਖ ਪਤਾ ਨਹੀਂ। ਤੁਹਾਨੂੰ ਇਹ ਗੱਲ ਮੈਨੂੰ 100% ਪਤਾ ਹੈ, ਹੋਰ ਕੁਝ ਨਹੀਂ ਪਤਾ ਲੱਗਿਆ, ਪਰ ਇਸ ਗੱਲ ਦਾ ਮੈਂ ਦਾਅਵੇ ਨਾਲ ਕਹਿ ਸਕਦਾ ਕਿ ਤੁਹਾਨੂੰ ਕੁਝ ਨਹੀਂ ਪਤਾ। ਤੁਹਾਨੂੰ ਕਿਉਂਕਿ there's so many ਜੋ ਤੁਸੀਂ ਸਮਝ everything, so ਪਰ I think ਜਦੋਂ ਤੁਸੀਂ especially ਜਦੋਂ ਤੁਸੀਂ ਗੁਰੂ ਦੀ ਬਾਣੀ ਨੂੰ ਸੁਣ ਰਹੇ ਹੋ, you should always keep your mind, you should try to understand it, not have any doubt about it. So stop listening to your mind, right? That's exactly. bhai main kiya ki ਇਹ ਵੀ ਸੁਣਨ ਵਾਲੀ ਦੀ ਜਿਹੜੀ ਹੈ ਨਾ, now that maybe I'll repeat those 14 qualities, maybe I'll bring it up next week or week after. I just want to share that, maybe ਸਾਰਿਆਂ ਨੇ ਨਾ ਸੁਣੀਆਂ ਹੋਣ ਜਾਂ ਉਸ ਵੇਲੇ ਸਾਰੇ ਨਾ ਆਏ ਹੋਣ ਸੁਣਨ ਵਾਸਤੇ, so maybe I'll just repeat them. I have to find my notes though, and repeat that. But that would be great. Yes, oh, 14 qualities of listening and speaking. I think that would be wonderful if you could bring that back. ਮੈਂ ਤੇ ਹੈਰਾਨ ਹਾਂ ਕਿ ਦੇਖੋ ਗੁਰੂਆਂ ਨੇ ਉਸ ਵੇਲੇ ਮਤਲਬ ਕਿ ਕਿਹੜੀਆਂ ਚੀਜ਼ਾਂ ਡਾਕੂਮੈਂਟ ਕੀਤੀਆਂ ਹੋਈਆਂ ਇਹਨਾਂ ਚੀਜ਼ਾਂ ਦੇ ਉੱਤੇ। ਸੋ ਬਟ ਜਪਜੀ ਬਾਣੀ ਵਰਗੀ ਕੋਈ ਬਾਣੀ ਨਹੀਂ ਹੈ, ਮਤਲਬ ਕਿ ਇਤਨੀ ਕਲੈਰਿਟੀ ਹੈ ਬਾਣੀ ਵਿੱਚ, ਇਤਨੀ ਡਾਇਰੈਕਟ, ਮਤਲਬ ਕਿ ਹੋਰ ਇਸ ਤੋਂ ਜ਼ਿਆਦਾ ਕੀ ਕਲੈਰਿਟੀ ਦੇਣਗੇ ਤੁਹਾਨੂੰ, ਹੋਰ ਇਸ ਤੋਂ ਜ਼ਿਆਦਾ ਕੀ ਕਲੈਰਿਟੀ ਦੇਣਗੇ, ਹੋਰ ਉਸ ਤੋਂ ਜ਼ਿਆਦਾ ਕੀ ਕਹਿਣਗੇ ਕੀ ਕਰਨਾ ਕੀ ਨਹੀਂ ਕਰਨਾ। ਪਰ ਬੰਦਾ ਕਰਨਾ ਹੀ ਨਾ ਚਾਹਵੇ ਤੇ ਬੰਦਾ ਫਿਰ ਕੀ ਕਰੇ ਉਹਦਾ, ਜਿਹਦੇ ਮਨ 'ਚ ਸਭ ਤੋਂ ਮੁਸ਼ਕਿਲ ਕੰਮ, ਮੈਂ ਲਾਸਟ ਵੀਕ ਵੀ ਕਿਹਾ ਸੀ, ਹੁਣ ਵੀ ਕਹਿ ਰਿਹਾ, ਸਭ ਤੋਂ ਮੁਸ਼ਕਿਲ ਕੰਮ ਹੈ ਆਪਣੇ ਅੰਦਰ ਸ਼ੌਕ ਪੈਦਾ ਕਰਨਾ। ਸ਼ੌਕ ਪੈਦਾ ਹੋ ਜਾਣਾ ਇੱਕ ਬਹੁਤ ਵੱਡਾ ਸਟੈਪ ਹੈ, ਉਸ ਤੋਂ ਬਾਅਦ ਫਿਰ ਬਾਕੀ ਕੰਮ ਇੰਨੇ ਮੁਸ਼ਕਿਲ ਨਹੀਂ ਹਨ ਮੈਨੂੰ ਲੱਗਦੇ, ਬਾਕੀ ਕੰਮ ਇੰਨੇ ਔਖੇ ਨਹੀਂ ਹਨ, ਬਾਕੀ ਕੰਮ ਗੁਰੂ ਆਪ ਸਵਾਰਦਾ ਹੈ ਉਹਨਾਂ ਦੇ। ਪਰ ਤੁਹਾਡੇ ਮਨ ਵਿੱਚ ਪਹਿਲੇ ਜਿਹੜੀ ਉਹ ਪਿਆਸ ਲੱਗਣੀ ਜਿਹੜੀ ਹੈ ਨਾ, ਉਹ that is hard, that is difficult, ਔਰ ਉਹ ਲੱਗੇਗੀ ਉਹਨਾਂ ਨੂੰ ਮਿਲ ਕੇ ਜਿਨ੍ਹਾਂ ਦੇ ਅੰਦਰ ਥੋੜੀ ਬਹੁਤ ਪਿਆਸ ਲੱਗੀ ਹੋਈ ਹੈ, ਉਹ ਲੱਗੇਗੀ ਤਾਂ ਜਦੋਂ ਮੁਲਾਕਾਤ, ਜਦੋਂ ਤੁਸੀਂ ਗੁਰੂ ਨਾਨਕ ਚਮਤਕਾਰ ਪੜ੍ਹੋਗੇ, ਜਦੋਂ ਤੁਸੀਂ ਸੰਥਿਆ ਪੜ੍ਹੋਗੇ, ਜਦੋਂ ਤੁਸੀਂ ਭਾਈ ਗੁਰਦਾਸ ਦੀਆਂ ਵਾਰਾਂ ਪੜ੍ਹੋਗੇ, ਜਦੋਂ ਤੁਸੀਂ ਬੰਦਗੀ ਨਾਮਾ ਉਹਨਾਂ ਦਾ ਪੜ੍ਹੋਗੇ, ਜਦੋਂ ਬਾਣੀ ਨਾਲ ਤੁਹਾਡਾ ਜ਼ਿਆਦਾ ਕਨੈਕਸ਼ਨ ਹੋਏਗਾ, ਤੇ ਫਿਰ ਤੁਹਾਡੀ ਪ੍ਰੋਬੇਬਿਲਿਟੀ ਵੱਧ ਜਾਂਦੀ ਹੈ ਨਾ। ਫਿਰ ਇਹਨਾਂ ਨੂੰ ਪੜ੍ਹ ਕੇ ਤੁਹਾਡੇ ਅੰਦਰ ਉਸ ਨੂੰ ਮਿਲਣ ਦੀ ਤਾਂਘ ਜਿਹੜੀ ਹੈ ਉਹ ਕਈਆਂ ਨੂੰ ਹੋ ਜਾਂਦਾ, ਇਹਨੂੰ ਦੂਸਰਿਆਂ ਨੂੰ ਦੇਖ ਕੇ ਫਿਰ ਕੀਟਾਈ ਰੀਸ ਵਾਲੀ ਹੋ ਜਾਂਦੀ ਹੈ ਨਾ, ਫਿਰ ਉਹ ਰੀਸ ਫਿਰ ਕਰਨ ਦੀ ਹੋ ਜਾਂਦੀ ਕਿ ਉਹ ਚੰਗਾ ਤੇ ਮੈਂ ਵੀ ਚੰਗਾ ਬਣ ਜਾਵਾਂ, ਮੈਂ ਵੀ ਉਸ ਤਰ੍ਹਾਂ ਬਣ ਜਾਵਾਂ। ਸੋ ਜਪਜੀ ਦਾ ਵੀ ਫੋਕਸ ਉਹੀ ਹੈ, ਇਹਨਾਂ ਪਹਿਲੀਆਂ 5 ਪੌੜੀਆਂ ਵਿੱਚ ਉਹੀ ਫੋਕਸ ਹੈ ਸਾਰਾ। ਹਾਂਜੀ, ਐਨੀਬਾਡੀ ਐਲਸ ਵਾਂਟਸ ਟੂ? ਸੁਰਿੰਦਰ ਜੀ, ਗੁਰੂ ਸਾਹਿਬ ਨੇ ਜਿਹੜੀ ਕਲੈਰਿਟੀ ਦਿੱਤੀ ਹੈ ਨਾ, ਉਹਨੂੰ ਤੁਸੀਂ ਹੋਰ ਕਲੀਅਰ ਕਰ ਦਿੰਦੇ ਹੋ, ਉਹਦੇ ਲਈ ਤੁਹਾਡਾ ਬੜਾ ਸ਼ੁਕਰਾਨਾ। ਨਹੀਂ, ਯੂ ਵੈਲਕਮ ਜੀ। ਮੈਂ ਕੌਣ ਆ ਕਲੀਅਰ ਕਰਨ ਵਾਲਾ? ਨਹੀਂ, ਉਹਨੂੰ ਸਿੰਪਲੀਫਾਈ ਕਰਕੇ ਦੱਸ ਦਿੰਦੇ ਹੋ ਨਾ, ਸੋ ਇਟ ਬਿਕਮਸ ਈਜ਼ੀਅਰ। ਸੈਕੰਡ ਹੈਂਡ ਨੌਲੇਜ ਹੈ ਸਾਰੀ। ਸੋ ਸੈਕੰਡ ਹੈਂਡ ਨੌਲੇਜ ਮਤਲਬ ਦੂਸਰਿਆਂ ਨੂੰ ਪੜ੍ਹੋ, ਸਮਝ ਕੇ ਦੂਸਰਿਆਂ ਨੂੰ ਦੱਸ ਦਿਓ ਕਿ ਦੂਸਰੇ ਕਿਉਂ ਪੜ੍ਹਨਾ ਨਹੀਂ ਚਾਹੁੰਦੇ, ਬਸ ਇਹੀ ਗੱਲ ਹੈ। ਹੋਰ ਸੈਕੰਡ ਇੱਕੋ ਪੌੜੀ ਹੈ ਨਾ, ਮੁੰਦਾ ਸੰਤੋਖ ਸ਼ਰਮ ਪਦ ਝੋਲੀ, ਧਿਆਨ ਕੀ ਕਰੇ ਵਿਭੂਤ। ਸਾਰੀਆਂ ਬੜੀਆਂ ਸਿਮਿਲੀਜ਼ ਇਹੋ ਜਿਹੀਆਂ ਦਿੱਤੀਆਂ ਬਾਣੀ ਵਿੱਚ ਸਮਝਾਉਣ ਵਾਸਤੇ। ਇਹਦੀ ਅਰਦਾਸ ਵਾਹਿਗੁਰੂ ਅੱਗੇ ਰੋਜ਼ ਸਵਸਤ ਬਚਨ ਦੀ ਅਰਦਾਸ ਕੀਤੀ ਨੇ। ਅਰਦਾਸ ਦੇ ਵੇਲੇ ਸਭ ਤੋਂ ਵੱਡੀ ਅਰਦਾਸ ਹੈ ਨਾਮ ਵਿਸਰਨ ਵਾਲੀ। ਆਈ ਟੈਲ ਯੂ, ਇਸ ਤੋਂ ਵੱਡੀ ਕੋਈ ਦਾਤ ਨਹੀਂ ਹੈ, ਕੋਈ ਵੱਡਾ, ਇਸ ਤੋਂ ਵੱਡੀ ਕੋਈ ਅਰਦਾਸ ਨਹੀਂ ਹੈ ਕਿ ਹੇ ਮੇਰੇ ਦਾਤਾ ਤੁਸੀਂ ਨਾ ਵਿਸਰੋ ਮੈਨੂੰ।
ਤੁਸੀਂ ਮੇਰੇ ਦਿਮਾਗ ਚੋਂ ਕਦੀ ਨਾ ਜਾਓ। ਹੋਰ ਕੋਈ ਬੇਸ਼ੱਕ ਭੁੱਲ ਜਾਏ, ਮੈਨੂੰ ਹਸਬੈਂਡ ਭੁੱਲ ਜਾਏ, ਵਾਈਫ ਭੁੱਲ ਜਾਏ, ਬੱਚੇ ਭੁੱਲ ਜਾਣ, ਪੈਸੇ ਭੁੱਲ ਜਾਣ, ਤੁਸੀਂ ਨਾ ਕਦੀ ਮੇਰੇ ਅੰਦਰੋਂ ਵਿਸਰੋ। ਇਹ ਅਰਦਾਸ ਬਹੁਤ ਵੱਡੀ ਔਰ ਇਹ ਨਾ ਵਿਸਰਨ ਵਾਲੀ ਸਰਨਾ ਜੀਆਂ ਕਿ ਸੋ ਮੈਂ ਵਿਸਰ, ਮੈਨੂੰ ਕਿਧਰੇ ਤੂੰ ਵਿਸਰ, ਤੂੰ ਕਿਧਰੇ ਭੁੱਲ ਨਾ ਜਾ ਕਿਧਰੇ, ਤੇ ਸ਼੍ਰੀ ਰਾਗ ਦੇ ਪਹਿਲਾ ਸ਼ਬਦ ਜਿਹੜਾ ਆਇਆ ਨਾ, ਜਿਹੜਾ ਰਾਗਬੱਧ ਬਾਣੀਆਂ ਵਿੱਚੋਂ ਸ਼੍ਰੀ ਰਾਗ ਦਾ, ਉਹਦੇ ਚ ਜਿਹੜੀਆਂ ਲਾਈਨਾਂ ਬੜੀਆਂ ਸਟਰੋਂਗ ਹਨ। ਮਤ ਦੇਖ ਭੁਲਾ ਵਿਸਰੇ, ਤੇਰਾ ਚਿਤ ਨਾ ਆਵੇ ਨਾਉ। ਕਿਧਰੇ ਉਹ ਜਿਹੜੀ ਅਰਦਾਸ ਜਿਹੜੀ ਹੈ ਨਾ, ਜਿਹੜੀ ਕਿ ਮੇਰੇ ਅੰਦਰੋਂ ਕਿਧਰੇ ਭੁੱਲ ਨਾ ਜਾਵਾਂ ਮੈਂ ਕਿਧਰੇ ਉਹਨੂੰ। ਦੇਖੋ ਭੁੱਲਦਾ ਉਸੀ ਨੂੰ ਹੀ ਹੈ ਬੰਦਾ ਜਿਹਦੇ ਅੰਦਰ ਜਿਹਦੇ ਨਾਲ ਬਹੁਤਾ ਪਿਆਰ ਨਹੀਂ ਹੁੰਦਾ। ਮੈਂ ਗੱਲ ਕਹਿ ਰਿਹਾ ਤੁਹਾਨੂੰ, ਮੈਂ ਇਹ ਗੱਲ, ਪੈਸੇ ਨੂੰ ਕਦੀ ਭੁੱਲਦੇ ਹੋ? ਪਤਾ ਠੀਕ ਪਤਾ ਹੈ, ਆਪਣੇ ਸੋਨੇ ਨੂੰ, ਚਾਂਦੀ ਨੂੰ, ਗਹਿਣਿਆਂ ਨੂੰ, ਜਿਹੜੀਆਂ ਕੀਮਤੀ ਚੀਜ਼ਾਂ ਬੰਦਾ ਕਦੀ ਭੁੱਲਦਾ ਉਹਨਾਂ ਨੂੰ? ਕਦੀ ਨਹੀਂ ਭੁੱਲਦਾ। ਠੀਕ ਯਾਦ ਰਹਿੰਦਾ ਕਿਸੇ ਨੂੰ, ਇਹ ਮੇਰੀਆਂ ਇੰਨੀਆਂ ਚੀਜ਼ਾਂ ਫਲਾਣੀਆਂ ਲੱਖ ਚ ਪਈਆਂ, ਇਹ ਕਿੰਨੀਆਂ, ਇੱਕ ਚੀਜ਼ ਘੱਟ ਵੱਧ ਹੋ ਜਾਏ ਬੰਦੇ ਨੂੰ ਯਾਦ ਰਹਿ ਜਾਂਦੀ। ਕਿਉਂ? ਕਿਉਂਕਿ ਇੰਪੋਰਟੈਂਟ ਹੈ ਤੁਹਾਡੇ ਵਾਸਤੇ ਉਹ, ਉਹਨਾਂ ਨੂੰ ਭੁੱਲਦਾ ਨਹੀਂ ਇਨਸਾਨ ਕਦੀ ਵੀ। ਆਪਣੇ ਬੱਚਿਆਂ ਨੂੰ ਕਦੀ ਭੁੱਲਦਾ? ਆਪਣੇ ਹਸਬੈਂਡ ਵਾਈਫ ਨੂੰ, ਆਪਣੇ ਫਰੈਂਡਸ ਨੂੰ ਕਦੀ ਭੁੱਲਦਾ ਬੰਦਾ? ਆਪਣੇ ਜੌਬ ਨੂੰ? ਤੇ ਕਿਸ ਨੂੰ ਭੁੱਲਦਾ ਹੈ? ਜਿਹਦੇ ਨਾਲ ਰਿਲੇਸ਼ਨਸ਼ਿਪ ਸਟਰੋਂਗ ਹੁੰਦੀ ਉਹ ਕਦੀ ਨਹੀਂ ਭੁੱਲਦਾ ਉਹ। ਤੇ ਜਿਹਦੇ ਨਾਲ ਰਿਲੇਸ਼ਨ ਨਾ ਸਟਰੋਂਗ ਹੋਵੇ ਫਿਰ ਭੁੱਲਦਾ ਬੰਦਾ ਉਸੀ ਨੂੰ ਹੀ ਹੈ। ਤੇ ਇਹ ਨਾ ਭੁੱਲਣ ਦੀ ਦਾਤ ਜਿਹੜੀ ਹੈ ਗੁਰੂ ਨਾਨਕ ਆਪ ਦਿੰਦੇ ਸਨ। ਜਨਮ ਸਾਖੀਆਂ 'ਚ ਬਾਰ-ਬਾਰ ਇਸ ਗੱਲ ਦਾ ਜ਼ਿਕਰ ਆਇਆ ਹੈ, ਬਾਰ-ਬਾਰ ਇਸ ਗੱਲ ਦਾ ਜ਼ਿਕਰ ਆਇਆ ਹੈ। ਜਿੱਥੇ ਮਿਲਦੇ ਸਨ ਅਸੀਸ ਇਹੀ ਮਿਲਦੀ ਸੀ, हे ਪੁਰਖਾ ਕਰਤਾਰ ਤੈਨੂੰ ਕਦੀ ਵਿਸਰੇ ਨਾ, ਤੈਨੂੰ ਕਰਤਾਰ ਹਮੇਸ਼ਾ ਚੇਤੇ ਆਵੇ, ਤੈਨੂੰ ਕਰਤਾਰ ਹਮੇਸ਼ਾ ਚੇਤੇ ਆਵੇ, ਤੈਨੂੰ ਗੁਰੂ ਨਾਨਕ ਹਮੇਸ਼ਾ ਚੇਤੇ ਆਣ, ਤੈਨੂੰ ਹਮੇਸ਼ਾ ਪ੍ਰਮਾਤਮਾ ਯਾਦ ਆਵੇ, ਤੈਨੂੰ ਤੇਰੇ ਅੰਦਰੋਂ ਪਰਮਾਤਮਾ ਦੀ ਰੋਹ ਹਟੇ ਨਾ। ਇਹ ਅਰਦਾਸ, ਇਹ ਅਸੀਸ ਮਿਲਦੀ ਸੀ ਉਹਨਾਂ ਕੋਲੋਂ ਜਿੱਥੇ ਜਾਂਦੇ ਸਨ। ਜਨਮ ਸਾਖੀ ਬੜੀ ਵਾਰੀ ਜਿੱਥੇ ਮਿਲੇ, ਜਿਹੜੇ ਪੈਰ ਚੁੰਦਾ ਸੀ, ਇਹ ਅਸੀਸ ਮਿਲਦੀ ਸੀ, ਜਾ ਤੈਨੂੰ ਕਰਤਾਰ ਚੇਤੇ ਆਵੇ, ਹਮੇਸ਼ਾ ਹਮੇਸ਼ਾ ਨਿਰੰਕਾਰ ਤੇਰੇ ਅੰਦਰ ਵਸੇ। ਤੇ ਇਹ ਅਰਦਾਸ ਫਿਰ ਉਹੀ ਦੇ ਸਕਦੇ ਹਨ ਜਿਹਨਾਂ ਦੇ ਅੰਦਰ ਵਸਿਆ ਹੋਇਆ ਪਹਿਲੇ ਹੋਵੇ ਕੋਈ। ਤੇ ਬਾਣੀ ਵੀ ਇਸੀ ਗੱਲ ਨੂੰ, ਜਪਜੀ ਦੀ ਬਾਣੀ ਹੈ, ਇਹਨਾਂ ਪੌੜੀਆਂ ਵਿੱਚ ਅਰਦਾਸ ਇਹੀ ਹੈ, ਗੁਰਾਂ ਇੱਕ ਦੇ ਬੁਝਾਈ, ਬਈ ਗੁਰੂ ਮੈਨੂੰ ਇੱਕ ਮੇਰੀ ਆਸ਼ਾ ਪੂਰੀ ਕਰ ਦਿਓ, ਹੈ ਮੇਰੇ ਗੁਰੂ, ਇੱਕ ਮੇਰੀ ਗੱਲ ਸਮਝਾ ਦਿਓ, ਜਾਂ ਇੱਕ ਮੇਰੀ ਗੱਲ ਨੂੰ ਮੰਨ ਲਵੋ। ਉਹ ਇਹ ਹੈ ਕਿ ਮੇਰੇ ਅੰਦਰੋਂ ਤੁਸੀਂ ਕਦੇ ਜਾਓ ਨਾ, ਕਦੀ ਮੇਰੇ ਅੰਦਰ ਨਾਮ ਦੀ ਲਿਵ ਲੱਗੀ ਰਵੇ ਅੰਦਰਲੀ, ਮੇਰੇ ਅੰਦਰ ਹਮੇਸ਼ਾ ਤੁਹਾਡੀ ਲਿਵ ਅੰਦਰਲੀ ਜਾਗਰ ਹੋ ਜਾਵੇ ਅੰਦਰਲੀ। ਸੋ ਜਪਜੀ ਬਾਣੀ ਵੀ ਇਸੀ ਗੱਲ ਤੇ ਫੋਕਸ ਹੈ ਸਾਰਾ, ਅਗਲੀਆਂ ਪੌੜੀਆਂ ਵਿੱਚ ਇਸੀ ਗੱਲ ਤੇ ਫੋਕਸ ਹੈ ਸਾਰਾ। ਫਿਰ ਉਹਨਾਂ ਸਟੇਜਸ ਨੂੰ ਅਲੱਗ ਡਿਸਕ੍ਰਾਈਬ ਕੀਤਾ ਨਹੀਂ ਅਲੱਗ ਜਗ੍ਹਾ, ਪਰ ਫੋਕਸ ਇਸੀ ਗੱਲ ਤੇ ਹੈ ਕਿ ਉਹ ਪਰਮਾਤਮਾ ਹਮੇਸ਼ਾ ਯਾਦ ਰਹੇ। ਪਰ ਯਾਦ ਤਾਂ ਹੀ ਆਉਂਦਾ ਹੈ ਜਿਹਦੇ ਨਾਲ ਕੋਈ ਰਿਸ਼ਤਾ ਹੁੰਦਾ ਹੈ, ਜਿਹਦੇ ਨਾਲ ਕੋਈ ਪਿਆਰ ਹੁੰਦਾ ਹੈ। ਕਈ ਵਾਰੀ ਭੈਣ ਭਰਾ ਦੂਰ ਹੋ ਜਾਣ, ਅਲੱਗ-ਅਲੱਗ ਜਗ੍ਹਾ ਰਹਿੰਦੇ ਹੋਣ, ਤੇ ਕਈ ਵਾਰੀ 2-2 ਮਹੀਨੇ ਗੱਲ ਨਹੀਂ ਕਰਦੇ, ਭੈਣ ਭਰਾ ਆਪਸ ਵਿੱਚ ਗੱਲ ਨਹੀਂ ਹੋ ਪਾਉਂਦੀ। ਤੇ ਕੋਈ ਫਰੈਂਡ ਨੇੜੇ ਹੋਵੇ, ਕੋਈ ਅਗਰ ਉਹਦੇ ਨਾਲ ਬਹੁਤਾ ਪਿਆਰ ਹੋਵੇ, ਉਹ ਨਾਲ ਜ਼ਿਆਦਾ ਮੁਲਾਕਾਤ, ਉਹ ਜ਼ਿਆਦਾ ਨੇੜੇ, ਉਹਨਾਂ ਨਾਲ ਜ਼ਿਆਦਾ ਗੰਦ ਕਰਦਾ ਆਪਣੇ ਭੈਣ ਭਰਾਵਾਂ ਨਾਲ। ਕਿਉਂ? ਕਿਉਂਕਿ ਪਿਆਰ ਜ਼ਿਆਦਾ ਉੱਥੇ। ਬਸ ਇਸ ਗੱਲ ਦਾ ਜ਼ਿਕਰ ਰਹੇ ਹੈ ਜੀ। ਮੇਰਾ ਟਾਈਮ ਖਤਮ ਹੋ ਗਿਆ ਹੁਣ, ਆਮ ਗੋਇੰਗ ਟੂ ਗੋ। ਤੇ ਬਾਕੀ ਜਿਹੜੀਆਂ ਲਾਈਨਾਂ ਜਿਹੜੀਆਂ ਹਨ ਉਹ ਨੈਕਸਟ ਵੀਕ ਕਵਰ ਕਰਾਂਗੇ। ਮੈਂ ਕੋਸ਼ਿਸ਼ ਕਰਾਂਗਾ ਕਿ ਬਸੰਤ ਕੀ ਵਾਰ ਦੀਆਂ 3 ਪੌੜੀਆਂ ਜਿਹੜੀਆਂ ਹਨ, ਕਿਉਂਕਿ ਉਹ ਇੱਕ ਇੰਪੋਰਟੈਂਟ ਬਾਣੀ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ। maybe we can do 1 ਪੌੜੀ a week or something and finish that, and I will try to discuss the 14 qualities of the listener and the ਵਕਤੇ ਦੀਆਂ ਤੇ ਸ਼ਰੋਤੇ ਦੀਆਂ ਦੁਬਾਰਾ ਰਿਵਾਈਜ਼ ਕਰਾਂਗੇ। I have to find my notes so and see where they are. ਵੀਰ ਜੀ, ਮੈਂ ਪਿਛਲੀ ਵਾਲੀ ਵੀਡੀਓ ਮੇਲ ਕੀਤੀ ਹੈਗੀ ਹੈ ਗਰੁੱਪ ਵਿੱਚ। Oh, ਫਿਰ ਠੀਕ ਹੈ, ਫਿਰ ਮੈਨੂੰ ਕਰਨ ਦੀ ਲੋੜ ਨਹੀਂ। That's good. Then you can just listen to it. Yeah, I will briefly mention it though. So can we please resend that link? I just resend it. Oh, okay. Thank you. ਵੀਰ ਜੀ, ਇੱਕ ਰਿਕੁਐਸਟ ਸੀ ਜੀ, ਕਿ ਜਦੋਂ ਤੁਸੀਂ ਕਹਿੰਦੇ ਹੋ ਕਿ ਮੈਂ ਨੋਟਸ ਆਪਣੇ you're going to look them up, can you at some time give us a sense of how you make these notes? Like what is the method that you use to reference, and like that would be very wonderful, is so that when we are doing it ourselves, ko tarika samajh aa jaye. Thank you. ਜੀ ਮੰਨੋਗੇ ਮੇਰੇ ਨੋਟਸ ਸਾਰੇ 40 ਸਾਲ ਪੁਰਾਣੇ ਨੋਟਸ ਹਨ, 35 ਸਾਲ ਪੁਰਾਣੇ, ਕਈ 80s ਵਿੱਚ ਲਿਖੇ ਹੋਏ ਹਨ, ਕਈ 90s ਵਿੱਚ। ਗ੍ਰਾਮਰ ਦੇ ਮੇਰੇ ਸਾਰੇ ਨੋਟਸ ਮਿਡ 80s ਵਿੱਚ ਲਿਖੇ ਹੋਏ ਹਨ ਸਾਰੇ ਦੇ।
ਸੋ ਨੋਟਸ ਬੜੇ ਪੁਰਾਣੇ ਨੇ ਹੁਣ ਨੋਟਸ ਜਿਹੜੇ ਹਨ ਹੁਣ ਬਟ ਫਿਰ I will share that how I prepare my own notes. ਮੇਰੇ ਨੋਟਸ ਕਲਰ ਕੋਡਡ ਹੁੰਦੇ ਨੇ ਜਿਹੜੇ ਹੁਣ ਮੇਰੇ ਚ ਇੰਨੀ ਹਿੰਮਤ ਨਹੀਂ ਰਹੀ ਪਹਿਲੇ ਜੋ ਜਵਾਨੀ ਦੀ ਥੋੜੀ ਜਦੋਂ 30 ਸਾਲ 40 ਸਾਲ ਦੀ ਉਮਰ ਵਿੱਚ ਜਦੋਂ ਸਾਰੇ ਨੋਟਸ ਮੇਰੇ ਸਾਰੇ ਕਲਰ ਕੋਆਰਡੀਨੇਟਡ ਹੁੰਦੇ ਨੇ ਸਾਰੇ ਮੈਂ ਕਲਰ ਦਾ ਬੜਾ ਹਿੱਸਾ ਲੈਂਦਾ ਹੁੰਦਾ ਸੋ ਫॉर एग्जांपल I might use red color for ਗੁਰਵਿੰਦ ਸਿੰਘ ਮਾਰੇ ਦੀ ਕੋਟੇਸ਼ਨ ਦੇ ਉੱਤੇ ਗ੍ਰੀਨ ਕਲਰ ਫॉर ਦਸਮ ਬਾਣੀ ਦੇ ਉੱਤੇ ਡਿਫਰੈਂਟ ਕਲਰ ਫॉर ਕਿਸੇ ਹੋਰ ਦੀ ਕੋਟ ਦੇ ਉੱਤੇ ਫਿਰ ਮੈਂ ਮੈਨੂੰ ਐਨੋਟੇਸ਼ਨ ਕਰਨ ਦੀ ਆਦਤ ਵੀ ਹੈ ਮੈਂ ਐਨੋਟੇਟ ਵੀ ਕਰਦਾ ਆਪਣੇ ਨੋਟਸ ਨੂੰ ਸੋ ਫॉर एग्जांपल ਕਿਧਰੇ ਕੋਈ ਗੱਲ ਇੰਪੋਰਟੈਂਟ ਤੇ ਮੈਂ A ਲਿਖ ਦਿਆਂਗਾ ਪੇਜ ਨੰਬਰ ਮਤਲਬ ਕਿ ਇਹ ਜਿਹੜਾ ਇਹ ਨੋਟ ਜਿਹੜਾ ਹੈ ਇਸ ਗੁਰਬਾਣੀ ਦੀ ਤੁਕ ਨਾਲ ਰਿਲੇਟਡ ਹੈ ਜ਼ਿਆਦਾ So I will share that with you next week. ਮੈਨੂੰ ਕਿਸੇ ਨੇ ਕੁਐਸਚਨ ਵਿੱਚ ਹੀ ਪੁੱਛਿਆ ਨਹੀਂ ਅੱਜ ਤੱਕ ਕਦੀ ਪਹਿਲੇ ਫਸਟ ਟਾਈਮ ਕਿਸੇ ਨੇ ਕੁਐਸਚਨ ਪੁੱਛਿਆ ਹੋਗਾ ਸੋ ਮੈਂ ਡੈਫੀਨਿਟਲੀ I will tell you ਪਰ ਵੀਰ ਜੀ ਬੜਾ ਟਾਈਮ ਲੱਗੇਗਾ ਤੁਹਾਡਾ ਜੋ ਕਰਾਓਗੇ ਤੇ ਮੇਰਾ ਲੰਬਾ ਇਹ ਰਸਤਾ ਤਿੱਖਾ ਤੇ ਲੰਬਾ ਔਰ ਬਹੁਤ ਮਤਲਬ ਕਿ I will share my notes. I will then I draw diagrams also in my head. ਫਿਰ ਕਈ ਵਾਰੀ ਜਦੋਂ ਬੜੀ ਵਾਰੀ ਬੋਲ ਲਵੋ ਫਿਰ ਇਹ ਵੀ ਹੁੰਦਾ ਕਿ ਉਹ ਇੱਕ ਵਾਰੀ ਦੇਖ ਲਓ ਤੇ ਮੈਨੂੰ ਸਭ ਯਾਦ ਆ ਜਾਂਦਾ ਸਾਰਾ I don't need to look at it again. ਵਰਿੰਦਰ ਜੀ ਉਹ ਬੜਾ ਹੈਲਪਫੁਲ ਹੋਏਗਾ ਥੈਂਕ ਯੂ ਪਰ ਉਹ ਮੇਰੇ ਨੋਟ ਖਾਲੀ ਮੈਂ ਹੀ ਸਮਝ ਸਕਦਾ ਕਈ ਵਾਰੀ ਉੱਥੇ ਚੀਜ਼ਾਂ ਇਹੋ ਜਿਹੀਆਂ ਲਿਖੀਆਂ ਹੋਈਆਂ ਤੇ ਉਹ ਹੋਰ ਕਿਸੇ ਨੂੰ ਸਮਝਣ ਦੀ ਮੁਸ਼ਕਿਲ ਆਏਗੀ ਮੈਂ ਡੈਫੀਨਿਟਲੀ ਸ਼ੇਅਰ ਕਰਾਂਗਾ ਵਿਦ ਯੂ I hope I remember that. Appreciate that. Thank you very much. No problem. ਵੀਰ ਜੀ ਪਰ ਸਾਨੂੰ ਪਲੀਜ਼ ਇੱਕ ਵਾਰੀ ਬ੍ਰਸ਼ ਅਪ ਜ਼ਰੂਰ ਕਰਾ ਦੇਣਾ ਉਹ ਕੁਆਲਿਟੀਜ਼ ਆਫ ਲਿਸਨਰ ਐਂਡ ਸਪੀਕਰ ਵਾਲਾ ਨਾ ਇੱਕ ਵਾਰ ਮੈਂ ਕਰਾ ਦੇਵਾਂਗਾ ਬ੍ਰਸ਼ ਅਪ ਐਬਸੋਲੂਟਲੀ ਓਕੇ ਜੀ I'm going to go. Thank you for coming ਜੀ I'm going to continue with the ਗੁਰਮੁਖ ਨਾਦੰਗ ਵਾਲੀਆਂ ਤੇ ਇਹ ਇਹਨਾਂ ਤੇ ਫੋਕਸ ਕਰਨਾ ਕਿ ਹਮੇਸ਼ਾ ਨਾਦ ਪਹਿਲੇ ਆਇਆ ਹੈ ਵੇਦ ਤੋਂ ਪਹਿਲੇ ਇਹ ਵੀ ਭਾਈ ਸਾਹਿਬ ਨੇ ਲਿਖਿਆ ਇਹਦੇ ਬਾਰੇ ਉੱਥੇ ਵੀ ਵਿਸਮਾਦ ਵਾਲੀ ਪੌੜੀ ਵਿੱਚ ਵੀ ਆਸਾ ਦੀ ਵਾਰ ਵਿੱਚ ਉੱਥੇ ਵੀ ਵਿਸਮਾਦ ਨਾਦ ਵਿਸਮਾਦ ਵੇਦ ਹੈ ਇੱਥੇ ਵੀ ਗੁਰਮੁਖ ਨਾਦੰ ਗੁਰਮੁਖ ਵੇਦੰ ਹੈ ਨੌਲੇਜ ਇੰਪੋਰਟੈਂਟ ਹੈ ਪਰ ਪਿਆਰ ਜ਼ਿਆਦਾ ਇੰਪੋਰਟੈਂਟ ਹੈ ਗੱਲ ਮੰਨ ਲਿਓ ਮੇਰੀ ਬਹੁਤੀ ਨੌਲੇਜ ਨਾਲ ਪ੍ਰਮਾਤਮਾ ਨਹੀਂ ਮਿਲਿਆ ਕਿਸੇ ਨੂੰ ਪਰ ਜਿਹੜੇ ਅਨਪੜ੍ਹ ਗਵਾਰ ਸਨ ਨਾ ਜਿਨ੍ਹਾਂ ਦੇ ਅੰਦਰ ਪਿਆਰ ਸੀ ਬਹੁਤਾ ਇੱਕ ਕਬੀਰ ਵਰਗਿਆਂ ਨੂੰ ਪ੍ਰਾਪਤੀ ਹੋਈ ਹੈ ਜਿਨ੍ਹਾਂ ਦੇ ਅੰਦਰ ਪਿਆਰ ਬਹੁਤਾ ਸੀ ਕਈਆਂ ਦੇ ਅੰਦਰ ਨੌਲੇਜ ਬਹੁਤੀ ਹੋਣ ਨਾਲ ਹਾਂ ਪਿਆਰ ਤੇ ਨੌਲੇਜ ਦਾ ਆਪਣਾ ਮਿਸ਼ਰਣ ਹੈ ਉਹਦੀ ਅਲੱਗ ਲੈਵਲ ਹੈ ਪਰ ਨਾਦ ਪਹਿਲੇ ਹੈ ਤੇ ਵੇਦ ਬਾਅਦ ਵਿੱਚ ਹੈ ਹਾਂਜੀ ਇੱਕ ਗੱਲ ਇਹ ਚੇਤੇ ਰਹੇ ਗੱਲ ਮੇਰੀ ਗੁਰਬਾਣੀ ਦਾ ਐਸੈਂਸ ਜਿਹੜਾ ਹੈ ਉਹ ਲਵ ਹੈ ਉਹ ਪਿਆਰ ਹੈ ਉਹ ਉਸ ਤੋਂ ਉੱਤੇ ਹੋਰ ਕੁਝ ਵੀ ਨਹੀਂ ਉਹ ਸਭ ਤੋਂ ਫਿਰ ਬਾਅਦ ਵਿੱਚ ਸਾਰੀਆਂ ਗੱਲਾਂ ਹੋ ਰਹੀਆਂ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ